ਦੇ ਸਮਾਗਮ ਦੇ ਵਿੱਚ ਸਾਡੇ ਮੁੱਖ ਮਹਿਮਾਨ ਐਸਡੀਐਮ ਜੈਤੋ ਡਾਕਟਰ ਮਨਦੀਪ ਕੌਰ ਤੇ ਵਿਸ਼ੇਸ਼ ਮਹਿਮਾਨ ਮੈਡਮ ਹੀਰਾਵੰਤੀ ਤਹਿਸੀਲਦਾਰ ਜੈਤੋ ਸਾਡੇ ਵਿਚਕਾਰ ਪਹੁੰਚ ਗਏ ਨੇ। ਰਿਸਪੈਕਟਡ ਪ੍ਰਿੰਸੀਪਲ ਸਰ, ਟੀਚਰ ਸਾਹਿਬਾਨ, ਸਮੂਹ ਵਿਦਿਆਰਥੀਆਂ ਵੱਲੋਂ ਮੈਂ ਉਹਨਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਯੂਨੀਵਰਸਿਟੀ ਧੁਨੀ ਦੇ ਸਤਿਕਾਰ ਦੇ ਵਿੱਚ ਖੜੇ ਹੋ। ਕਹਿੰਦੇ ਅਗਰ ਵੈਲਕਮ ਦੇ ਲਈ ਜਾਂ ਕਿਸੇ ਦਾ ਸਵਾਗਤ ਕਰਨ ਲਈ ਆਪਣੇ ਕੋਲ ਲਫ਼ਜ਼ਾਂ ਦੀ ਘਾਟ ਹੋ ਜੇ ਤਾਂ ਸਿੰਬੋਲਿਕ ਹੁੰਦੀਆਂ ਕੁਝ ਚੀਜ਼ਾਂ ਜਿਹੜਾ ਇਹ ਕੰਮ ਬੜੀ ਆਸਾਨੀ ਦੇ ਨਾਲ ਕਰ ਦਿੰਦੀਆਂ ਨੇ। ਤੇ ਜਦੋਂ ਵੈਲਕਮ ਦੀ ਗੱਲ ਹੁੰਦੀ ਹੈ ਕਿਤੇ ਵੀ ਜਾਂ ਖੁਸ਼ਨੁਮਾ ਅਹਿਸਾਸ ਅਸੀਂ ਪੈਦਾ ਕਰਨਾ ਹੋਵੇ ਤਾਂ ਸਾਡੇ ਦਿਮਾਗ 'ਚ ਪਹਿਲਾ ਨੇਮ ਆਉਂਦਾ ਹੈ ਫੁੱਲਾਂ ਦਾ। ਤਾਂ ਅਸੀਂ ਰਸਮੀ ਤੌਰ ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨ ਦੇ ਲਈ ਬੁਕੇ ਸੈਰੇਮਨੀ ਦੇ ਲਈ ਮੈਂ ਡਾਕਟਰ ਗੁਰਬਿੰਦਰ ਕੌਰ ਤੇ ਡਾਕਟਰ ਭਵਨਦੀਪ ਕੌਰ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਉਹ ਪ੍ਰਿੰਸੀਪਲ ਸਰ ਵੱਲੋਂ ਸਾਡੇ ਚੀਫ ਗੈਸਟ ਡਾਕਟਰ ਮਨਦੀਪ ਕੌਰ ਨੂੰ ਬੁਕੇ ਦੇ ਕੇ ਇੱਕ ਫਾਰਮਲ ਵੈਲਕਮ ਦੀ ਰਸਮ ਅਦਾਇਗੀ। ਫੁੱਲ ਨੂੰ ਕਿਸੇ ਨੇ ਪੁੱਛਿਆ, ਥੈਂਕ ਯੂ ਸੋ ਮਚ। ਫੁੱਲ ਨੂੰ ਕਿਸੇ ਨੇ ਪੁੱਛਿਆ ਤੂੰ ਸਭ ਨੂੰ ਖੁਸ਼ਬੂ ਦਿੱਤੀ ਤੈਨੂੰ ਕੀ ਮਿਲਿਆ। ਫੁੱਲ ਨੂੰ ਕਿਸੇ ਨੇ ਪੁੱਛਿਆ ਤੂੰ ਸਭ ਨੂੰ ਖੁਸ਼ਬੂ ਦਿੱਤੀ ਤੈਨੂੰ ਕੀ ਮਿਲਿਆ। ਫੁੱਲ ਨੇ ਕਿਹਾ ਦੇਣਾ ਲੈਣਾ ਤਾਂ ਵਪਾਰ ਏ, ਦੇਣਾ ਲੈਣਾ ਤਾਂ ਵਪਾਰ ਏ, ਜੋ ਦੇ ਕੇ ਕੁਝ ਨਾ ਮੰਗੇ ਉਹੀ ਸੱਚਾ ਪਿਆਰ ਹੈ, ਉਹੀ ਸੱਚਾ ਪਿਆਰ। ਅੱਜ ਇੰਟਰਨੈਸ਼ਨਲ ਵਿਮਨਸ ਡੇ ਤੇ ਸਾਡੇ ਵਿਚਕਾਰ ਪਹੁੰਚੇ ਚੀਫ ਗੈਸਟ ਮੈਡਮ ਮਨਦੀਪ ਕੌਰ ਤੇ ਉਹਨਾਂ ਦੇ ਨਾਲ ਤਹਿਸੀਲਦਾਰ ਜੈਤੋ ਮੈਡਮ ਹੀਰਾਵੰਤੀ ਅੱਜ ਸਾਡੇ ਸਟੂਡੈਂਟਸ ਦੇ ਲਈ ਮੈਂ ਫਿਰ ਤੋਂ ਕਹਾਂ ਕਿ ਇੱਕ ਮੋਟੀਵੇਸ਼ਨ ਦੇ ਰੂਪ ਦੇ ਵਿੱਚ ਇੱਥੇ ਪਹੁੰਚੇ ਨੇ। ਤੇ ਮੇਰੀ ਥੋੜੇ ਦਿਨ ਪਹਿਲੇ ਸਰ ਨਾਲ ਗੱਲ ਹੋ ਰਹੀ ਸੀ ਕਾਲਜ ਦੇ ਵਿੱਚ ਜਦੋਂ ਤੋਂ ਕਮਾਂਡ ਇਹਨਾਂ ਦੇ ਹੱਥ ਦੇ ਵਿੱਚ ਆਈ ਹੈ ਬੜਾ ਮੋਟੀਵੇਸ਼ਨਲ ਜਾਂ ਹਰ ਥੋੜੇ ਕੁ ਦਿਨਾਂ ਬਾਅਦ ਇੱਕ ਮੋਟੀਵੇਸ਼ਨਲ ਇਵੈਂਟ ਆਪਣੇ ਕਾਲਜ ਦੇ ਵਿੱਚ ਹੋ ਜਾਂਦਾ ਹੈ। ਤੇ ਗੱਲ ਜਿਵੇਂ ਚੱਲ ਰਹੀ ਸੀਗੀ ਕਿ ਜਿਵੇਂ ਆਪਾਂ ਕਹਿੰਦੇ ਨੇ ਕਿਸੇ ਦਵਾਈ ਦਾ ਅਸਰ 8-10 ਦਿਨ ਰਹਿੰਦਾ ਉਸ ਤੋਂ ਬਾਅਦ ਖਤਮ ਹੋ ਜਾਂਦਾ, ਕਿਸੇ ਦਾ ਕਿੰਨਾ ਟਾਈਮ ਪੀਰੀਅਡ ਹੁੰਦਾ ਹੈ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈ ਇਹ ਸਟੂਡੈਂਟਸ ਦੇ ਵਿੱਚ ਹਰ ਟਾਈਮ ਇੱਕ ਐਨਰਜੈਟਿਕ ਫੀਲਿੰਗ ਜਿਹੜੀ ਹੈ ਉਹ ਕ੍ਰੀਏਟ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ। ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਰਿਸਪੈਕਟਡ ਪ੍ਰਿੰਸੀਪਲ ਸਰ ਨੂੰ ਗੁਜ਼ਾਰਿਸ਼ ਕਰੂੰਗੀ ਕਿ ਉਹ ਇੱਥੇ ਆ ਕੇ ਤੁਹਾਨੂੰ ਆਪਣੇ ਚੀਫ ਗੈਸਟ ਦੇ ਨਾਲ ਰੂਬਰੂ ਕਰਵਾਉਣ। ਮੈਂ ਸਵੇਰੇ ਹੀ ਇੱਕ ਸਟੇਟਸ ਸਾਂਝਾ ਕੀਤਾ ਸੀ ਸਾਰਿਆਂ ਨਾਲ, ਨਾ ਕੁੜੀਆਂ ਚਿੜੀਆਂ ਕਿਸਮਤ ਪੁੜੀਆਂ ਕਹਿਣ ਦਿਓ, ਇਹਨਾਂ ਰੱਖਣਾ ਕਾਇਮ ਪਿਆਰਾਂ ਤੇ ਸਤਕਾਰਾਂ ਨੂੰ। ਇਹ ਚੰਡੀ ਝਾਂਸੀ ਸਾਹਿਬ ਕੌਰ ਦੀਆਂ ਜਾਈਆਂ ਨੇ, ਇਹਨਾਂ ਜਨਮ ਦੇਣਾ ਹੈ ਕੌਮ ਦਿਆਂ ਸਰਦਾਰਾਂ ਨੂੰ। ਇਹ ਸਤਰਾਂ ਮੇਰੇ ਇੱਕ ਕਵੀ ਦੋਸਤ ਜਸਪਾਲ ਜੱਸੀ ਨੇ ਲਿਖੀਆਂ ਹੋਈਆਂ ਫੇਸਬੁੱਕ ਤੇ ਸ਼ੇਅਰ ਕੀਤੀਆਂ ਔਰ ਮੈਂ ਉਹ ਤੁਹਾਡੇ ਲਈ ਸ਼ੇਅਰ ਕੀਤੀਆਂ। ਇੱਕ ਹੋਰ ਬੜਾ ਖੂਬਸੂਰਤ ਸੁਨੇਹਾ ਮੈਂ ਅੱਜ ਪੜ੍ਹਿਆ, ਮਾਂ ਕਰਮ ਧੀ ਧਰਮ ਭੈਣ ਲੱਜ ਪਤਨੀ ਰੱਜ ਤੇ ਦੋਸਤ ਧਿਆਨ, ਪੰਜੇ ਰੂਪ ਪੰਜਾਂ ਵਿੱਚ ਹੀ ਪਰਮੇਸ਼ਰ, ਤੇਰੇ ਹਰ ਰੂਪ ਨੂੰ ਸਲਾਮ, ਮੇਰਾ ਸਜਦਾ ਕਬੂਲ ਕਰ। ਮਹਿਲਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਕੋਲ ਸੀਮਤ ਸੋਰਸਸ ਨੇ ਰਲ ਮਿਲ ਕੇ ਅਸੀਂ ਆਪਸ ਦੇ ਵਿੱਚ ਕੁਝ ਕੰਟਰੀਬਿਊਟ ਕਰਕੇ ਬੱਚਿਆਂ ਲਈ ਕੁਝ ਨਾ ਕੁਝ ਨਵਾਂ ਕਰਦੇ ਰਹੀਏ।
ਸੋ ਉਸੇ ਸਿਲਸਿਲੇ ਦੇ ਤਹਿਤ ਅਸੀਂ ਅੱਜ ਦਾ ਇਹ ਵੂਮੈਨਸ ਡੇ ਮਨਾ ਰਹੇ ਹਾਂ ਔਰ ਇਸ ਦਿਨ ਦੇ ਵਾਸਤੇ ਅਸੀਂ ਜੋ ਸ਼ਖਸੀਅਤਾਂ ਨੂੰ ਚੁਣਿਆ ਜੋ ਸਾਡੇ ਵਿਦਿਆਰਥੀ ਉਹਨਾਂ ਦੇ ਰੂਬਰੂ ਹੋ ਸਕਣ। ਅਦਰਵਾਈਜ਼ ਤੁਸੀਂ ਤੁਰਦਿਆਂ ਫਿਰਦਿਆਂ, ਕਿਉਂਕਿ ਕਾਲਜ ਦੇ ਵਿੱਚ ਇਲੈਕਸ਼ਨ ਪ੍ਰੋਸੈਸ ਚੱਲਦਾ ਰਿਹਾ, ਮੈਡਮ ਐਸਡੀਐਮ ਇੱਥੇ ਅਕਸਰ ਹੀ ਆਉਂਦੇ ਜਾਂਦੇ ਰਹੇ ਹੈ, ਤੁਸੀਂ ਇਹਨਾਂ ਦੇ ਚਿਹਰੇ ਤੋਂ ਵਾਕਿਫ ਹੋਗੇ। ਉਹਨਾਂ ਦੇ ਨਾਲ ਮੈਡਮ ਤਹਿਸੀਲਦਾਰ ਹੀਰਾਵੰਤੀ ਜੀ ਹੈ, ਉਹਨਾਂ ਦੇ ਚਿਹਰੇ ਤੋਂ ਤੁਸੀਂ ਵਾਕਿਫ ਹੋਗੇ ਕਿਉਂਕਿ ਪੂਰੀ ਇਲੈਕਸ਼ਨ ਦੌਰਾਨ ਇਹ ਇੱਥੇ ਵਿਚਰਦੇ ਰਹੇ ਹੈ। ਔਰ ਅਸੀਂ ਵਿਮਨ ਡੇ ਮਨਾ ਰਹੇ ਹੋਈਏ ਔਰ ਸਾਡੇ ਕੋਲ ਸਾਡੀ ਸਬ ਡਿਵੀਜ਼ਨ ਦੇ ਵਿੱਚ ਪੂਰੀ ਦੀ ਪੂਰੀ ਸਬ ਡਿਵੀਜ਼ਨ ਨੂੰ 2 ਮਹਿਲਾਵਾਂ ਚਲਾ ਰਹੀਆਂ ਹੋਣ, ਸਿਰਫ ਚਲਾ ਨਾ ਰਹੀਆਂ ਹੋਣ, ਸਫਲਤਾ ਪੂਰਵਕ ਚਲਾ ਰਹੀਆਂ ਹੋਣ, ਤੇ ਉਹਨਾਂ ਨੂੰ ਬੁਲਾਉਣ ਦਾ ਕਿਤੇ ਸਾਨੂੰ ਸੁਭਾਗਾ ਮੌਕਾ ਮਿਲੇ, ਅਸੀਂ ਉਹ ਹੱਥੋਂ ਨਹੀਂ ਜਾਣ ਦਿਆਂਗੇ। ਬੜੇ ਸ਼ਾਰਟ ਨੋਟਿਸ ਤੇ ਫਟਾਫਟ ਸਾਡਾ ਪ੍ਰੋਗਰਾਮ ਬਣਿਆ। ਮੈਂ ਮੈਡਮ ਨੂੰ ਫੋਨ ਕੀਤਾ, ਮੈਡਮ ਮੀਟਿੰਗ ਸੀ, ਇਹਨਾਂ ਨੇ ਫੋਨ ਪਿਕ ਨਾ ਕਰ ਸਕੇ। ਮੈਂ ਇੱਕ ਮੈਸੇਜ ਛੱਡਿਆ, ਮੇਰੇ ਉਸ ਮੈਸੇਜ ਦੇ ਉੱਤੇ ਹੀ ਮੈਡਮ ਨੇ ਮੈਨੂੰ ਕੰਸੈਂਟ ਦਿੱਤੀ, ਜਿਹਦੇ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ। ਦੂਜੇ ਮੈਡਮ ਹੀਰਾਵੰਤੀ ਜੀ ਨੂੰ ਜਦੋਂ ਮੈਂ ਦੱਸਿਆ ਕਿ ਅਸੀਂ ਮੈਡਮ ਇਸ ਤਰ੍ਹਾਂ ਇੱਕ ਇਵੈਂਟ ਛੋਟਾ ਜਿਹਾ ਕਰ ਰਹੇ ਹਾਂ ਤੇ ਤੁਸੀਂ ਵੀ ਆਉਣਾ, ਮੈਡਮ ਉਹਦੇ 'ਚ ਆ ਰਹੇ ਆ, ਤਾਂ ਕਹਿੰਦੇ ਕੋਈ ਗੱਲ ਨਹੀਂ, ਇਹ ਬੜੀ ਸਾਡੇ ਲਈ ਖੁਸ਼ਕਿਸਮਤੀ ਹੋਏਗੀ ਕਿ ਤੁਹਾਡੀਆਂ ਵਿਦਿਆਰਥਣਾਂ ਦੇ ਅਸੀਂ ਰੂਬਰੂ ਹੋ ਸਕਾਂਗੇ। ਜਿੱਥੋਂ ਤੱਕ ਮੈਡਮ ਮਨਦੀਪ ਕੌਰ, ਜਿਨ੍ਹਾਂ ਨੂੰ ਅਸੀਂ ਜੇਕਰ ਸਹੀ ਮਾਨੇ 'ਚ ਪ੍ਰੋਨਾਉਂਸ ਕਰਨਾ ਹੋਵੇ, ਡਾਕਟਰ ਮਨਦੀਪ ਕੌਰ, ਜੋ ਕਿ ਐਸਡੀਐਮ ਨੇ ਸਾਡੇ ਜੈਤੋ ਸਬ ਡਿਵੀਜ਼ਨ ਦੇ, ਬੇਸਿਕਲੀ ਉਹ ਐਜੂਕੇਸ਼ਨ ਨਾਲ ਜੁੜੀ ਹੋਈ ਸ਼ਖਸੀਅਤ ਨੇ। ਮੈਡਮ ਹੋਰਾਂ ਨੇ ਐਮਐਸਸੀ ਜ਼ੂਲੌਜੀ ਕੀਤੀ, ਸਿਰਫ ਐਮਐਸਸੀ ਜ਼ੂਲੌਜੀ ਪਾਸ ਹੀ ਨਹੀਂ ਕੀਤੀ, 골ਡ ਮੈਡਲ ਹਾਸਲ ਕੀਤਾ। ਪੰਜਾਬੀ ਯੂਨੀਵਰਸਿਟੀ ਤੋਂ ਹੀ ਇਹਨਾਂ ਨੇ ਪੀਐਚਡੀ ਦੀ ਡਿਗਰੀ ਮੁਕੰਮਲ ਕੀਤੀ, ਡਾਕਟਰੇਟ ਕੀਤੀ। ਇੱਥੇ ਹੀ ਬਸ ਨਹੀਂ, ਇਹਨਾਂ ਨੇ ਜਿਹੜੀ ਇਹਨਾਂ ਦੀ ਕੰਟਰੀਬਿਊਸ਼ਨ ਇਨ ਦਾ ਫੀਲਡ ਆਫ ਰਿਸਰਚ ਹੈ, ਰਿਸਰਚ ਦੇ ਵਿੱਚ ਇਹਨਾਂ ਨੇ 7 ਸਪੀਸੀਜ਼ ਆਫ ਇਨਸੈਕਟਸ, ਇਹਦੇ ਬਾਰੇ ਆਪਣਾ ਖੋਜ ਕਾਰਜ ਵੀ ਯੂਨੀਵਰਸਿਟੀ ਨੂੰ ਕਰਕੇ ਦਿੱਤਾ। ਇੱਕ ਐਜੂਕੇਸ਼ਨਿਸਟ ਜਿਹੜਾ ਰਿਸਰਚ ਨਾਲ ਜੁੜਿਆ ਹੋਇਆ, ਉਹ ਆਪਣੇ ਜਿਹੜੇ ਖੋਜ ਕਾਰਜ ਹੈਗੇ ਆ, ਖੋਜ ਪੱਤਰ ਹੈਗੇ ਆ, ਉਹ ਵੱਖ-ਵੱਖ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਪਬਲਿਸ਼ ਕਰਵਾਉਂਦਾ ਰਹਿੰਦਾ ਹੈ। ਤਾਂ ਇਸ ਪੱਖ ਤੋਂ ਵੀ ਮੈਡਮ ਹੋਰਾਂ ਦੇ 10 ਰਿਸਰਚ ਪੇਪਰ ਜਿਹੜੇ ਆ ਉਹ ਵੱਖ-ਵੱਖ ਇੰਟਰਨੈਸ਼ਨਲ ਔਰ ਨੈਸ਼ਨਲ ਜਰਨਲਸ ਦੇ ਵਿੱਚ ਛਪ ਚੁੱਕੇ ਆ। ਮੁਕਤਸਰ ਦੇ ਮੈਡਮ ਵਸਨੀਕ ਹੈ ਔਰ ਇਹਨਾਂ ਨੇ ਆਪਣਾ ਜਿਹੜਾ ਜੌਬ ਕੈਰੀਅਰ ਹੈ ਪ੍ਰਿੰਸੀਪਲ ਤੋਂ ਸ਼ੁਰੂ ਕੀਤਾ। ਅਕਾਲ ਅਕੈਡਮੀ ਮੁਕਤਸਰ ਇੱਕ ਬਹੁਤ ਰੈਪਿਊਟਡ ਸੰਸਥਾ ਹੈ ਜਿੱਥੇ ਮੈਡਮ ਨੇ ਪ੍ਰਿੰਸੀਪਲਸ਼ਿਪ ਦਾ ਕਾਰਜ ਵੀ ਕੀਤਾ। ਉਸ ਤੋਂ ਬਾਅਦ 2012 ਦੇ ਵਿੱਚ ਮੈਡਮ ਸਿਵਲ ਸੇਵਾਵਾਂ ਲਈ ਚੁਣੇ ਜਾਂਦੇ ਆ, ਪੀਸੀਐਸ ਸਿਲੈਕਟ ਹੋ ਜਾਂਦੇ ਆ ਤੇ ਪੀਸੀਐਸ ਸਿਲੈਕਟ ਹੋਣ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਇਹਨਾਂ ਨੇ ਕੰਮ ਕੀਤਾ ਐਜ਼ ਅਸਿਸਟੈਂਟ ਕਮਿਸ਼ਨਰ ਜਨਰਲ, ਗ੍ਰੀਵੈਂਸਸ ਆਫਿਸਰ ਐਟ ਮੋਗਾ। ਇਸ ਤੋਂ ਇਲਾਵਾ ਤਰਨਤਾਰਨ, ਕਪੂਰਥਲਾ, ਡੀਟੀਓ ਕਪੂਰਥਲਾ ਦੇ ਤੌਰ ਤੇ ਵੀ ਇਹਨਾਂ ਨੇ ਕੰਮ ਕੀਤਾ ਤੇ ਐਸਡੀਐਮ ਦੇ ਤੌਰ ਤੇ ਇਹਨਾਂ ਨੇ ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ, ਗਿੱਦੜਬਾਹਾ, ਕੋਟਕਪੂਰਾ ਤੇ ਜੈਤੋ ਦੇ ਵਿੱਚ ਪਹਿਲਾਂ ਵੀ ਰਹਿ ਚੁੱਕੇ ਨੇ। ਦੁਬਾਰਾ ਫਿਰ ਇਹ ਇੱਥੇ ਸਬ ਡਿਵੀਜ਼ਨ ਦੇ ਵਿੱਚ ਬਤੌਰ ਐਸਡੀਐਮ ਸੇਵਾ ਨਿਭਾ ਰਹੇ। ਇਹ ਇਹਨਾਂ ਦਾ ਇੱਕ ਜਨਰਲ ਜਿਹਾ ਬਾਇਓਡਾਟਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀ। ਅਸੀਂ ਅੱਜ ਸਿਰਫ ਇੱਕ ਐਸਡੀਐਮ ਨੂੰ ਨਹੀਂ ਇੱਥੇ ਬੁਲਾਇਆ ਜਾਂ ਇੱਕ ਐਜੂਕੇਸ਼ਨਿਸਟ ਨੂੰ ਨਹੀਂ ਇੱਥੇ ਬੁਲਾਇਆ, ਬਲਕਿ ਇੱਕ ਬੜੀ ਭਰਪੂਰ ਸ਼ਖਸੀਅਤ ਨੂੰ ਇੱਥੇ ਬੁਲਾਇਆ। ਮੈਡਮ ਦਾ ਜਿਹੜਾ ਬਤੌਰ ਐਸਡੀਐਮ ਕੰਮ ਕਰਨ ਦਾ ਤਰੀਕਾ ਹੈ ਉਹ ਬੜਾ ਲਾਮਿਸਾਲ ਹੈ, ਵਿਦਆਊਟ ਐਨੀ ਪ੍ਰੈਸ਼ਰ। ਜਿੰਨਾ ਕੁ ਅਸੀਂ ਮੈਡਮ ਦੇ ਨੇੜੇ ਕੰਮ ਕਰਦਿਆਂ ਦੇਖਿਆ ਕਿ ਕਿਸੇ ਪ੍ਰਕਾਰ ਦਾ ਕੋਈ ਪ੍ਰੈਸ਼ਰ ਨਹੀਂ, ਕਿਉਂਕਿ ਇਹਨਾਂ ਪੋਸਟਾਂ ਦੇ ਉੱਪਰ ਪੋਲੀਟੀਕਲ ਪ੍ਰੈਸ਼ਰ ਬਹੁਤ ਪੈਂਦਾ ਹੈ ਤੇ ਬਹੁਤ ਘੱਟ ਆਫੀਸਰ ਹੁੰਦੇ ਆ ਜਿਹੜੇ ਪੋਲੀਟੀਕਲ ਪ੍ਰੈਸ਼ਰ ਨੂੰ ਦਰਕਨਾਰ ਕਰਦੇ ਆ, ਉਹਦੀ ਬਹੁਤੀ ਪਰਵਾਹ ਨਹੀਂ ਕਰਦੇ।
ਸੋ ਮੈਡਮ ਡਾਕਟਰ ਮਨਦੀਪ ਕੌਰ ਉਹਨਾਂ ਚੁਣਿੰਦਾ ਆਫੀਸਰਸ ਦੇ ਵਿੱਚੋਂ ਹੈ, ਉੱਚ ਅਧਿਕਾਰੀਆਂ ਦੇ ਵਿੱਚੋਂ ਹੈ, ਜਿਹੜੇ ਪੋਲੀਟੀਕਲ ਪ੍ਰੈਸ਼ਰ ਨੂੰ ਆਪਣੀ ਗ੍ਰੇਸ ਨਾਲ ਸਨਬ ਕਰਦੇ ਆ। ਅਜਿਹੀ ਸ਼ਖਸੀਅਤ ਨੂੰ ਤੁਹਾਨੂੰ ਮਿਲਵਾਉਣਾ ਇਸੇ ਕਰਕੇ ਜ਼ਰੂਰੀ ਸੀ ਕਿਉਂਕਿ ਆਪਾਂ ਕੋਈ ਵੀ ਫੰਕਸ਼ਨ ਕਰਦੇ ਆ ਕਿਸੇ ਆਫੀਸਰ ਨੂੰ ਮੋਬਿਲਾਈਜ਼ ਕਰਨ ਵਾਸਤੇ ਕਰਦੇ ਆ ਜਾਂ ਹੋਰ ਕਰਦੇ ਆ, ਆਪਣਾ ਇਸ ਤਰ੍ਹਾਂ ਦਾ ਕੋਈ ਮਕਸਦ ਨਹੀਂ ਰਹਿੰਦਾ। ਆਪਣਾ ਮਕਸਦ ਸਿਰਫ ਇਹ ਹੁੰਦਾ ਕਿ ਉਹਨਾਂ ਦੀ ਸਕਸੈਸ ਸਟੋਰੀ ਸੁਣ ਕੇ ਤੁਹਾਡੇ ਵਿੱਚੋਂ ਵੀ ਕੋਈ ਡਾਕਟਰ ਮਨਦੀਪ ਕੌਰ ਨਿਕਲੇ, ਕੋਈ ਮੈਡਮ ਹੀਰਾਵੰਤੀ ਨਿਕਲੇ, ਕੋਈ ਹੋਰ ਕਲਪਨਾ ਚਾਵਲਾ ਨਿਕਲੇ। ਸੋ ਇਹ ਇਨਸਪੀਰੇਸ਼ਨ ਦੇਣ ਵਾਸਤੇ, ਤੁਹਾਨੂੰ ਮੋਟੀਵੇਸ਼ਨ ਦੇਣ ਵਾਸਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਆਰਗੇਨਾਈਜ਼ ਕਰਾਏ ਜਾਂਦੇ ਆ। ਮੈਂ ਮੈਡਮ ਹੋਰਾਂ ਨੂੰ ਦੱਸ ਰਿਹਾ ਸੀ ਕਿ ਅੱਜ ਦਾ ਇਹ ਪ੍ਰੋਗਰਾਮ ਸਾਡਾ 2 ਹਿੱਸਿਆਂ 'ਚ ਵੰਡਿਆ ਹੋਇਆ, ਜਿਹਦੇ ਵਿੱਚ ਪਹਿਲੇ ਹਿੱਸੇ 'ਚ ਫਾਰਮਲ ਪ੍ਰੋਗਰਾਮ ਹੈ, ਉਸ ਤੋਂ ਬਾਅਦ 1 ਘੰਟੇ ਦਾ ਜਿਹੜਾ ਹੈਗਾ ਉਹ ਗੈਰ ਰਸਮੀ ਪ੍ਰੋਗਰਾਮ ਹੈ, ਜਿਹਦੇ ਵਿੱਚ ਸਿਰਫ ਬੱਚੀਆਂ ਹੋਣਗੀਆਂ, ਉਹਨਾਂ ਦੀਆਂ ਅਧਿਆਪਕ ਫੀਮੇਲ ਅਧਿਆਪਕ ਹੋਣਗੀਆਂ ਤੇ ਬੱਚੇ ਆਪਣੇ ਢੰਗ ਨਾਲ ਉਹਨੂੰ ਇੰਜੋਏ ਕਰਨਗੇ, ਆਪਣਾ ਇਹ ਦਿਨ ਜੋ ਮਹਿਲਾ ਦਿਵਸ ਹੈ ਉਸ ਨੂੰ ਮਨਾਉਣਗੇ। ਸੋ ਪਿਆਰਿਓ ਬੱਚਿਓ, ਬਹੁਤ ਮੁਸ਼ਕਲ ਹੈ ਹਿੰਦੁਸਤਾਨ ਦੇ ਵਿੱਚ ਔਰਤਾਂ ਨੂੰ ਆਪਣੀ ਐਗਜ਼ਿਸਟੈਂਸ ਬਣਾ ਕੇ ਰੱਖਣਾ। ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ, ਬਹੁਤ ਸਾਰੀਆਂ ਦਿੱਕਤਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ। ਉਹ ਦਿੱਕਤਾਂ ਪਰਿਵਾਰ ਤੋਂ ਸ਼ੁਰੂ ਹੋ ਜਾਂਦੀਆਂ, ਆਂਢ ਗੁਆਂਢ ਦੇ ਵਿੱਚ ਚੱਲਦੀਆਂ, ਜਿੱਥੇ ਉਹ ਪੜ੍ਹਨ ਜਾਂਦੀਆਂ ਉੱਥੇ ਵੀ ਚੱਲਦੀਆਂ, ਜਦੋਂ ਨੌਕਰੀ 'ਚ ਜਾਂਦੀਆਂ ਉੱਥੇ ਵੀ ਚੱਲਦੀਆਂ। ਬੜੀ ਤਰ੍ਹਾਂ ਦੀ ਐਕਸਪਲੋਇਟੇਸ਼ਨ ਜਿਹੜੀ ਹੈ ਉਹ ਹੁੰਦੀ ਹੈ। ਸੋ ਸਾਡਾ ਆਪਣੀਆਂ ਵਿਦਿਆਰਥਣਾਂ ਨੂੰ ਚੇਤਨ ਕਰਨ ਦਾ ਜਾਂ ਇਹਨਾਂ ਨੂੰ ਜਾਗਰੂਕ ਕਰਨ ਦਾ ਮਕਸਦ ਇਹੀ ਹੈ ਕਿ ਸਾਡੀ ਕੋਈ ਵੀ ਵਿਦਿਆਰਥਣ ਜਾਂ ਸਾਡਾ ਕੋਈ ਵੀ ਸਹਿਕਰਮੀ ਕਿਸੇ ਤਰ੍ਹਾਂ ਦੀ ਐਕਸਪਲੋਇਟੇਸ਼ਨ ਜਿਹੜੀ ਹੈ ਉਹਦਾ ਸ਼ਿਕਾਰ ਨਾ ਹੋ ਸਕੇ, ਚੇਤਨ ਹੋਵੇ। ਸੋ ਜਿੱਥੇ ਕਿਤੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਦਿੱਕਤ ਆਉਂਦੀ ਹੈ, ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਸਿੱਖੋ। ਔਰਤ ਕਿਸੇ ਪੱਖੋਂ ਵੀ ਘੱਟ ਨਹੀਂ ਹੈ, ਜਿੰਨੇ ਵੀ ਨਤੀਜੇ ਆ ਰਹੇ ਹੈ ਉਹਦੇ ਵਿੱਚ ਔਰਤਾਂ ਜਿਹੜੀਆਂ ਬਹੁਤ ਅੱਗੇ ਆ ਰਹੀਆਂ। ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਕਿ ਔਰਤ ਮਰਦ ਬਰਾਬਰ ਹੈ। ਇਹ ਆਮ ਕਿਹਾ ਜਾਂਦਾ ਹੈ ਕਿ ਔਰਤ ਮਰਦ ਬਰਾਬਰ ਹੈ। ਮੈਂ ਸਮਝਦਾ ਕਿ ਨਹੀਂ, ਔਰਤ ਮਰਦ ਜਿਹੜੇ ਆ ਉਹ ਕਦੇ ਬਰਾਬਰ ਨਹੀਂ ਹੋ ਸਕਦੇ। ਔਰਤ ਹਮੇਸ਼ਾ ਅੱਗੇ ਰਹੇਗੀ। ਹਾਂ, ਅਸੀਂ ਇਹ ਕਹਿ ਸਕਦੇ ਹਾਂ ਕਿ ਔਰਤ ਮਰਦ ਜਿਹੜੇ ਆ ਇੱਕ ਦੂਜੇ ਦੇ ਪੂਰਕ ਹੈ। ਨਾ ਔਰਤਾਂ ਬਿਨਾਂ ਮਰਦਾਂ ਦਾ ਕੋਈ ਵਜੂਦ ਹੈ ਤੇ ਨਾ ਮਰਦਾਂ ਦਾ ਔਰਤਾਂ ਬਿਨਾਂ ਕੋਈ ਵਜੂਦ ਹੈ। ਤਾਂ ਅਸੀਂ ਸਾਰੇ ਇੱਕ ਦੂਜੇ ਦੇ ਪੂਰਕ ਹੋ ਸਕਦੇ ਹਾਂ। ਅਸੀਂ ਆਪਣੇ ਆਪ ਨੂੰ ਕੰਪੇਅਰ ਨਹੀਂ ਕਰ ਸਕਦੇ, ਨਾ ਅਸੀਂ ਬਰਾਬਰ ਕਰ ਸਕਦੇ। ਮੈਡਮ ਐਸਡੀਐਮ ਇੱਕ ਆਫੀਸਰ ਵੀ ਨੇ, ਇੱਕ ਪਤਨੀ ਵੀ ਨੇ, ਇੱਕ ਮਾਂ ਵੀ ਨੇ। 3 ਜ਼ਿੰਮੇਵਾਰੀਆਂ ਨੇ ਇਹਨਾਂ ਦੇ ਸਿਰ ਤੇ। ਇਸੇ ਤਰ੍ਹਾਂ ਮੈਡਮ ਹੀਰਾਵੰਤੀ ਹੈ, ਇਸੇ ਤਰ੍ਹਾਂ ਦੀਆਂ ਇਹਨਾਂ ਦੀ ਜ਼ਿੰਮੇਵਾਰੀਆਂ ਨੇ। ਜਿਹੜਾ ਮਰਦ ਹੈ ਉਹ ਜੌਬ ਤੋਂ ਜਾਂਦਾ ਹੈ, ਘਰੇ ਜਾ ਕੇ ਰਿਲੈਕਸ ਹੁੰਦਾ ਹੈ। ਲੇਕਿਨ ਜਿਹੜੀ ਔਰਤ ਹੈ ਉਹ ਪਹਿਲਾਂ ਵਰਕਪਲੇਸ ਤੇ ਕੰਮ ਕਰਦੀ ਹੈ, ਫਿਰ ਉਹ ਘਰੇ ਵੀ ਆਪਣੇ ਪਤੀ ਦਾ, ਪਰਿਵਾਰ ਦਾ, ਆਪਣੇ ਜਿਹੜੇ ਸਹੁਰੇ ਪਰਿਵਾਰ ਦਾ ਖਿਆਲ ਰੱਖਦੀ ਹੈ, ਫਿਰ ਆਪਣੇ ਬੱਚਿਆਂ ਦੀ ਪੜ੍ਹਾਈ ਦਾ, ਬੱਚਿਆਂ ਨੂੰ ਖਾਣ ਪੀਣ ਦਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਦੀ ਹੈ। ਇਸ ਕਰਕੇ ਮੈਂ ਸਮਝਦਾ ਹਾਂ ਕਿ ਔਰਤ ਜਿਹੜੀ ਆ ਮਰਦ ਨਾਲੋਂ ਅੱਗੇ ਹੈ। ਸੋ ਔਰਤ ਦਾ ਸਤਿਕਾਰ ਹੋਣਾ ਚਾਹੀਦਾ ਹੈ। ਤੇ ਦੂਜੇ ਪਾਸੇ ਮੈਂ ਇਹ ਵੀ ਕਹਾਂਗਾ ਕਿ ਔਰਤਾਂ ਨੂੰ ਆਪਣਾ ਇਸ ਤਰ੍ਹਾਂ ਦਾ ਇੱਕ ਔਰਾ ਸਥਾਪਿਤ ਕਰਨਾ ਚਾਹੀਦਾ ਹੈ ਕਿ ਕੋਈ ਜੁੜਤ ਹੀ ਨਾ ਕਰ ਸਕੇ, ਕੋਈ ਤੁਹਾਡੀ ਵਾਹ ਵੱਲ ਝਾਕ ਹੀ ਨਾ ਸਕੇ। ਇਸ ਤਰ੍ਹਾਂ ਦਾ ਔਰਾ ਫਿਰ ਮਿਹਨਤ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ। ਜਿਵੇਂ ਮੈਡਮ ਐਸਡੀਐਮ ਬੈਠੇ ਆ, ਪਤਾ ਨਹੀਂ ਕਿੰਨੀ ਪਬਲਿਕ ਬੈਠੀ ਹੁੰਦੀ ਹੈ, ਇਲੈਕਸ਼ਨ ਦੌਰਾਨ ਕਿੰਨੇ ਅੱਗੇ ਉੱਚ ਅਧਿਕਾਰੀ ਬੈਠੇ ਹੁੰਦੇ ਆ, ਉਹਨਾਂ ਨੂੰ ਸੰਬੋਧਨ ਕਰਨਾ, ਉਹਨਾਂ ਨੂੰ ਫੇਸ ਕਰਨਾ, ਇਹ ਸਾਰੀਆਂ ਚੀਜ਼ਾਂ ਤੁਹਾਡੀ ਪੜ੍ਹਾਈ ਦੇ ਵਿੱਚੋਂ, ਤੁਹਾਡੀ ਲਿਆਕਤ ਦੇ ਵਿੱਚੋਂ ਆਉਂਦੀਆਂ। ਸੋ ਮੈਂ ਜ਼ਿਆਦਾ ਲੰਬਾ ਸਮਾਂ ਨਾ ਤੁਹਾਡੇ ਦਰਮਿਆਨ ਰਹਿੰਦਾ ਹੋਇਆ, ਕਿਉਂਕਿ ਮੈਡਮ ਹੋਰਾਂ ਦੇ ਵਿਚਾਰ ਵੀ ਤੁਸੀਂ ਸੁਣਨੇ ਆ। ਮੈਂ ਮੈਡਮ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਆਪਣੀ ਸਕਸੈਸ ਸਟੋਰੀ ਸਾਡੀਆਂ ਇਹਨਾਂ ਬੱਚਿਆਂ ਨੂੰ ਜ਼ਰੂਰ ਸੁਣਾਉਣਾ, ਤਾਂ ਕਿ ਇਹਨਾਂ ਦੇ ਵਿੱਚੋਂ ਵੀ ਤੁਹਾਡੀਆਂ ਵਰਗੀਆਂ ਸ਼ਖਸੀਅਤਾਂ ਜਿਹੜੀਆਂ ਉਹ ਪੈਦਾ ਕਰਨ ਦੇ ਵਿੱਚ ਅਸੀਂ ਕੋਈ ਆਪਣਾ ਯੋਗਦਾਨ ਪਾ ਸਕੀਏ। ਸੋ ਮੈਡਮ ਹੋਰਾਂ ਦਾ ਇੱਥੇ ਪਹੁੰਚਣ ਤੇ ਤੁਹਾਡੇ ਸਾਰਿਆਂ ਵੱਲੋਂ
बहुत बहुत स्वागत। दरअसल ये समागम सारे का सारा साडियां अध्यापकावां दा और साडियां बच्चियां दा है। असी सिर्फ पूरक वजों इन्हां नूं सहयोग दे रहे हैं इस प्रोग्राम दे विच। दूजा जिहड़ा मरहला होएगा प्रोग्राम दा वो निरोल तुहाडा होएगा। सो इन्हें शब्दां नाल मैं मैडम डॉक्टर मनदीप कौर होरां नूं SDM मैडम और उन्हां दे नाल मैडम तहसीलदार मैडम हीरावंती जी इन्हां दा इत्थे पहुंचण ते हार्दिक स्वागत करदा और मैनूं पूर्ण उम्मीद है कि तुसी अपने फोन जिहड़े है वो स्विच ऑफ कर लोगे ते ਉਹਦੇ ਉੱਪਰ ਰਿਕਾਰਡਿੰਗ ਲਾ ਲਓਗੇ ਆਡੀਓ ਤੇ ਫਿਰ ਜਾ ਕੇ ਘਰੇ ਵੀ ਸੁਣੋਗੇ, ਆਪਣੇ ਮਾਂ-ਬਾਪ ਨੂੰ ਵੀ ਸੁਣਾਓਗੇ। ਜੇ ਤੁਹਾਡੀਆਂ ਮਾਵਾਂ ਦੇ ਨਾਲ ਘਰੇ ਸਤਿਕਾਰ ਨਾਲ ਨਹੀਂ ਕੋਈ ਪੇਸ਼ ਆਉਂਦਾ ਤਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਸਤਿਕਾਰ ਨਾਲ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ। ਇਹੋ ਜਿਹੀਆਂ ਰਿਕਾਰਡਿੰਗ ਸੁਣਾਓ ਉਹਨਾਂ ਨੂੰ ਵੀ ਇਹੋ ਜਿਹਾ ਕੁਝ ਹੋ ਰਿਹਾ ਤੁਸੀਂ ਸਮਝੋ। ਸੋ ਮੈਨੂੰ ਲੱਗਦਾ ਮੈਂ ਲੰਬਾ ਜਾ ਰਿਹਾ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਥੈਂਕ ਯੂ ਸੋ ਮਚ ਸਰ। ਅੱਜ ਦੇ ਇਸ ਫੰਕਸ਼ਨ ਦੇ ਲਈ ਅਸੀਂ 3 ਇਵੈਂਟਸ ਆਰਗੇਨਾਈਜ਼ ਕੀਤੇ ਸੀ। ਪੋਸਟਰ ਮੇਕਿੰਗ ਕੰਪੀਟੀਸ਼ਨ, ਸਲੋਗਨ ਰਾਈਟਿੰਗ ਕੰਪੀਟੀਸ਼ਨ ਐਂਡ ਪੋਇਮ ਕੰਪੀਟੀਸ਼ਨ। ਪੋਸਟਰ ਮੇਕਿੰਗ ਕੰਪੀਟੀਸ਼ਨ ਤੇ ਸਲੋਗਨ ਰਾਈਟਿੰਗ ਦੀਆਂ ਸਾਰੀਆਂ ਐਂਟਰੀਜ਼ ਜਿਹੜੀਆਂ ਹੈ ਉਹ ਡਿਸਪਲੇਡ ਨੇ ਵਾਲਸ ਦੇ ਉੱਪਰ ਤੇ ਜਜਮੈਂਟ ਉਸਦੀ ਹੋ ਚੁੱਕੀ ਹੈ। ਜਦੋਂ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੋਊਗਾ ਨੇਮਸ ਅਨਾਉਂਸ ਕਰ ਦਿੱਤੇ ਜਾਣਗੇ। ਪੋਇਮ ਕੰਪੀਟੀਸ਼ਨ ਦੇ ਵੀ 2 ਰਾਉਂਡਸ ਆਲਰੇਡੀ ਹੋ ਚੁੱਕੇ ਹੈ। ਇੱਕ ਰਾਉਂਡ, ਪਹਿਲਾ ਰਾਉਂਡ ਜਿਹੜਾ ਸੀ ਸਕਰੀਨਿੰਗ ਰਾਉਂਡ 6 ਮਾਰਚ 2021 ਸੈਟਰਡੇ ਨੂੰ ਕਰਵਾਇਆ ਗਿਆ। ਦੂਸਰਾ ਰਾਉਂਡ ਅੱਜ ਹੀ ਇਸੇ ਹਾਲ ਦੇ ਵਿੱਚ ਕਰਵਾਇਆ ਗਿਆ ਤੇ ਉਸ ਰਾਉਂਡ ਦੇ ਵਿੱਚੋਂ ਵੀ ਜੋ ਫਾਈਨਲਿਸਟ ਕੱਢੇ ਗਏ ਉਹਨਾਂ ਦੀਆਂ ਪਰਫਾਰਮੈਂਸਿਸ ਹੁਣ ਇਸ ਹਾਲ ਦੇ ਵਿੱਚ ਹੋਣਗੀਆਂ ਇਨ ਫਰੰਟ ਆਫ ਆਰ ਗੈਸਟ। ਤੇ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ, ਕਿਉਂਕਿ ਜੋ ਫੰਕਸ਼ਨ ਹੈ ਜਿਨ੍ਹਾਂ ਦੇ ਲਈ ਹੈ ਤੇ ਜਿਨ੍ਹਾਂ ਸਟੂਡੈਂਟਸ ਨੇ ਇੱਥੇ ਪ੍ਰੈਜ਼ੈਂਟ ਕਰਨਾ ਹੈ ਉਹਨਾਂ ਨੂੰ ਮੈਂ ਇੱਥੇ ਹੁਣ ਮੰਚ ਤੇ ਇਨਵਾਈਟ ਕਰੂੰਗੀ। ਸਭ ਤੋਂ ਪਹਿਲੇ ਪਾਰਟਿਸਿਪੈਂਟ ਜਿਹੜੇ ਹੈ ਪੋਇਮ ਕੰਪੀਟੀਸ਼ਨ ਦੇ ਅੰਦਰ ਦਿਲਪ੍ਰੀਤ ਕੌਰ BSc ਨਾਨ ਮੈਡੀਕਲ। परम सत्कारयोग प्रिंसिपल सर, आए हुए मुख मेहमान, जज साहबान ते अध्यापक साहबान ते प्यारे विद्यार्थी साथियों, मेरे वालों तुहानू सारिਆਂ ਨੂੰ प्यार भरी सत श्री अकाल। ਅੱਜ कौमांतरी महिला दिवस के दिहाड़े ते तुहाडे सारे अगे एक कविता पेश कर रही हाँ जिस का नाम है औरत शक्ति, जो कि सिमरनजीत कौर जी की लिखी हुई है। औरत शक्ति। दब के रहना ना सिख ली, तू तां चंद तक भी परियां उड़ारियां ने। दब के रहना ना सिख ली, तू तां चंद तक भी परियां उड़ारियां ने। थक हार पैर पिछे ना मोड़ी, थक हार पैर पिछे ना मोड़ी, तू तां कली ने जंगा सिरे चाड़ियां ने, तू तां कली ने जंगा सिरे चाड़ियां ने। तेरे खून च गुरती उस रानी दी, जो एक हैरी लड़ी सी विच मैदानी। तेरे खून च गुरती उस रानी दी, जो एक हैरी लड़ी सी विच मैदानी। रूह चो ना कदे विसार देई उस बेदी दे हौसले दी कहानी। रूह चो ना कदे विसार देई उस बेदी दे हौसले दी कहानी। पूरा पूरा हक तेरा हर एक खुशी ते, ना चा अपने तू दबा के रखी। पूरा पूरा हक तेरा हर एक खुशी ते, ना चा अपने तू दबा के रखी। ना चुकी अगे किसे जालम दे, बेखौफ हो हौसले बुलंद रखी। ना चुकी अगे किसे जालम दे, बेखौफ हो हौसले बुलंद रखी। दिल दियां सदरां दे खोल जिंदरे, गुलाम सपनियां दी भुल तू कहानी। दिल दियां सदरां दे खोल जिंदरे, गुलाम सपनियां दी भुल तू कहानी। चाहे तां हर शै तेरी है, कमजोर खुद नू कदे ना जानी। चाहे तां हर शै तेरी है, कमजोर खुद नू कदे ना जानी। तू तां माई भागो जही शेरनी, जो गज के फतेह बुलांदी सी। तू तां माई भागो जही शेरनी, जो गज के फतेह बुलांदी सी। जूझदी सी ले नंगियां तलवारां, ना जुल्म दे अगे सीस झुकाउंदी सी। जूझदी सी ले नंगियां तलवारां, ना जुल्म दे अगे सीस झुकाउंदी सी। कोई हक नहीं किसे नू तेरे हक खोण दा, हर मौका तू खुद लड़ के लैना। कोई हक नहीं किसे नू तेरे हक खोण दा, हर मौका तू खुद लड़ के लैना। कुड़ियो दुनिया होर भी जालम बन जू, जे सिख गियां तुसी सब कुछ सहना। कुड़ियो दुनिया होर भी जालम बन जू,
ਜੇ ਸਿੱਖ ਗਈਆਂ ਤੁਸੀਂ ਸਭ ਕੁਝ ਸਹਿਣਾ, ਜੇ ਸਿੱਖ ਗਈਆਂ ਤੁਸੀਂ ਸਭ ਕੁਝ ਸਹਿਣਾ। ਧੰਨਵਾਦ। बहुत खूबसूरत दिलप्रीत कौर, थैंक यू सो मच। अगले पार्टिसिपेंट अंकिता, बीएससी मेडिकल। बहुत ही सत्कारयोग प्रिंसिपल सर ਅਤੇ ਬਾਹਰੋਂ ਆਏ ਹੋਏ ਮੁੱਖ ਮਹਿਮਾਨ, ਟੀਚਰ ਸਾਹਿਬਾਨ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ, ਮੈਂ ਅੰਕਿਤਾ ਗਰਗ ਤੁਹਾਡੇ ਸਾਹਮਣੇ ਇੱਕ ਕਵਿਤਾ ਲੈ ਕੇ ਪੇਸ਼ ਹਾਂ ਜਿਸ ਦਾ ਨਾਮ ਹੈ ਔਰਤ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰੀ ਕਵਿਤਾ ਨੂੰ ਧਿਆਨ ਨਾਲ ਸੁਣੋਗੇ। ਨੱਚ ਸਕਦੀ ਹਾਂ ਤਲਵਾਰਾਂ ਤੇ, ਨੱਚ ਸਕਦੀ ਹਾਂ ਤਲਵਾਰਾਂ ਤੇ, ਤੁਰ ਸਕਦੀ ਹਾਂ ਅੰਗਿਆਰਾਂ ਤੇ, ਨੱਚ ਸਕਦੀ ਹਾਂ ਤਲਵਾਰਾਂ ਤੇ, ਤੁਰ ਸਕਦੀ ਹਾਂ ਅੰਗਿਆਰਾਂ ਤੇ, ਵਾਰਿਸ ਹਾਂ ਮੈਂ ਭਾਗੋ ਦੀ, ਵਾਰਿਸ ਹਾਂ ਮੈਂ ਭਾਗੋ ਦੀ, ਲੋਕੋ ਮੈਂ ਕੋਈ ਹੋਰ ਨਹੀਂ, ਮੈਨੂੰ ਮਾਣ ਹੈ ਮੈਂ ਔਰਤ ਹਾਂ। ਕੋਈ ਅਬਲਾ ਜਾਂ ਕਮਜ਼ੋਰ ਨਹੀਂ, ਕੋਈ ਅਬਲਾ ਜਾਂ ਕਮਜ਼ੋਰ ਨਹੀਂ, ਕਦੇ ਬਣ ਕੇ ਹਰਸ਼ਰਨ ਕੌਰ, ਕਦੇ ਬਣ ਕੇ ਹਰਸ਼ਰਨ ਕੌਰ, ਮੈਂ ਰਣ ਵਿੱਚ ਜੋਹਰ ਵਿਖਾਏ ਨੇ, ਕਦੇ ਬਣ ਕੇ ਮਦਰ ਟਰੇਸਾ, ਮੈਂ ਦੁਖੀਆਂ ਦੇ ਦਰਦ ਵੰਡਾਏ ਨੇ। ਮੈਂ ਰਾਣੀ ਜਿੰਦਾ ਦੀ ਵਾਰਿਸ ਹਾਂ, ਮੈਂ ਰਾਣੀ ਜਿੰਦਾ ਦੀ ਵਾਰਿਸ ਹਾਂ, ਕੋਈ ਬੁੱਝਦੀ ਜਾਂ ਕਮਜ਼ੋਰ ਨਹੀਂ, ਮੈਨੂੰ ਮਾਣ ਹੈ ਮੈਂ ਔਰਤ ਹਾਂ। ਕੋਈ ਅਬਲਾ ਜਾਂ ਕਮਜ਼ੋਰ ਨਹੀਂ, ਕੋਈ ਅਬਲਾ ਜਾਂ ਕਮਜ਼ੋਰ ਨਹੀਂ, ਰੂਪਨ ਦੇ ਵਾਂਗੂ ਇੱਜ਼ਤ ਲਈ, ਰੂਪਨ ਦੇ ਵਾਂਗੂ ਇੱਜ਼ਤ ਲਈ, ਜ਼ਾਲਮ ਨਾਲ ਲੜਨਾ ਜਾਣਦੀ ਹਾਂ, ਜਾਬਰ ਜਰਵਾਣਿਆਂ ਮੂਹਰੇ ਮੈਂ ਇੱਕ ਤਾਣ ਕੇ ਖੜਨਾ ਜਾਣਦੀ ਹਾਂ। ਜੇ ਪੱਥਰ ਬਣ ਕੇ ਖੜ ਜਾ, ਜੇ ਪੱਥਰ ਬਣ ਕੇ ਖੜ ਜਾਵਾਂ, ਮੈਨੂੰ ਲਹਿਰਾਂ ਸਕਦੀਆਂ ਖੋਰ ਨਹੀਂ, ਮੈਨੂੰ ਮਾਣ ਹੈ ਮੈਂ ਔਰਤ ਹਾਂ। ਕੋਈ ਅਬਲਾ ਜਾਂ ਕਮਜ਼ੋਰ ਨਹੀਂ, ਕੋਈ ਅਬਲਾ ਜਾਂ ਕਮਜ਼ੋਰ ਨਹੀਂ, ਕਦੇ ਵਾਂਗ ਕਲਪਨਾ ਚਾਵਲਾ ਦੇ, ਕਦੇ ਵਾਂਗ ਕਲਪਨਾ ਚਾਵਲਾ ਦੇ, ਦੁਨੀਆ ਵਿੱਚ ਨਾ ਚਮਕਾਵਾਂ ਮੈਂ, ਤੱਕ ਕੋਮਲ ਡੰਗਰਾ ਜਾਣ ਲੋ ਫਿਰ ਐਸੇ ਜੋਹਰ ਵਿਖਾਵਾਂ ਮੈਂ। खुद अपनी मैं तकदीर कड़ा, खुद अपनी मैं तकदीर कड़ा, मेरे हथ किसे दे डोर नहीं, मैनू मान है मैं औरत हाँ। कोई अबला जा कमजोर नहीं, कोई अबला जा कमजोर नहीं, कोई अबला जा कमजोर नहीं। धन्यवाद। थैंक यू सो मच अंकिता। अक्की कौर, नेक्स्ट पार्टिसिपेंट। बहुत ही सत्कारयोग जज साहबान ਅਤੇ ਇੱਥੇ ਪਹੁੰਚੇ ਹੋਏ ਮਹਿਮਾਨ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ, ਸਭ ਤੋਂ ਪਹਿਲਾਂ ਸਾਰਿਆਂ ਨੂੰ ਇਸ ਸ਼ੁਭ ਦਿਹਾੜੇ ਦੀਆਂ ਮਹਿਲਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। ਅੱਜ ਮੈਂ ਤੁਹਾਡੇ ਸਾਹਮਣੇ ਆਪਣੀ ਕਵਿਤਾ ਪੇਸ਼ ਕਰ ਰਹੀ ਹਾਂ। ਸੋ ਮੇਰੀ ਕਵਿਤਾ ਦਾ ਨਾਮ ਹੈ ਮਿੱਟੀ ਧੀਆਂ ਦੀ। ਪਤਾ ਨਹੀਂ ਕਿਹੜੀ ਮਿੱਟੀ ਦੀਆਂ ਬਣੀਆਂ ਨੇ ਧੀਆਂ, ਇਹਨਾਂ ਦੇ ਕਰਮਾਂ ਦੀਆਂ ਤਾਂ ਟੇਡੀਆਂ ਨੇ ਲੀਹਾਂ। ਪਤਾ ਨਹੀਂ ਕਿਹੜੀ ਮਿੱਟੀ ਦੀਆਂ ਬਣੀਆਂ ਨੇ ਧੀਆਂ, ਇਹਨਾਂ ਦੇ ਕਰਮਾਂ ਦੀਆਂ ਤਾਂ ਟੇਡੀਆਂ ਨੇ ਲੀਹਾਂ। ਪੇਕੇ ਘਰ ਹੀ ਮਨਾਉਂਦੀਆਂ ਨੇ ਤੀਜ, ਪੇਕੇ ਘਰ ਹੀ ਮਨਾਉਂਦੀਆਂ ਨੇ ਤੀਜ, ਸਹੁਰੇ ਘਰ ਨਾਲ ਲਾਉਂਦੀਆਂ ਨੇ ਤੀਆਂ। ਪਤਾ ਨਹੀਂ ਕਿਹੜੀ ਮਿੱਟੀ ਦੀਆਂ ਬਣੀਆਂ ਨੇ ਧੀਆਂ, ਇਹਨਾਂ ਦੇ ਕਰਮਾਂ ਦੀਆਂ ਤਾਂ ਟੇਡੀਆਂ ਨੇ ਲੀਹਾਂ। ਵਿਆਹੀਆਂ ਧੀਆਂ ਨਾ ਚੰਗੀਆਂ ਲੱਗਣ ਪੇਕੇ, ਵਿਆਹੀਆਂ ਧੀਆਂ ਨਾ ਚੰਗੀਆਂ ਲੱਗਣ ਪੇਕੇ, ਸਹੁਰੇ ਘਰ ਹੀ ਵਸਦੀਆਂ ਰਹਿਣ ਧੀਆਂ। ਪਤਾ ਨਹੀਂ ਕਿਹੜੀ ਮਿੱਟੀ ਦੀਆਂ ਬਣੀਆਂ ਨੇ ਧੀਆਂ, ਇਹਨਾਂ ਦੇ ਕਰਮਾਂ ਦੀਆਂ ਤਾਂ ਟੇਡੀਆਂ ਨੇ ਲੀਹਾਂ। ਉਹ ਪੜ੍ਹਨੇ ਜਦ ਬਾਹਰ ਜਾਂਦੀਆਂ ਫਿਕਰ ਮਾਪਿਆਂ ਨੂੰ ਆਵੇ, ਉਹ ਪੜ੍ਹਨੇ ਜਦ ਬਾਹਰ ਜਾਂਦੀਆਂ ਫਿਕਰ ਮਾਪਿਆਂ ਨੂੰ ਖਾਵੇ। ਮੁੰਡਾ ਭਾਵੇਂ ਲੇਟ ਹੋ ਜਾਵੇ ਤਾਂ ਵੀ ਫਿਕਰ ਨਾ ਆਵੇ, ਇਹਨਾਂ ਨਾਲੋਂ ਤਾਂ ਮੁੰਡਿਆਂ ਦੀਆਂ ਅਲੱਗ ਨੇ ਤਕਦੀਰਾਂ। ਪਤਾ ਨਹੀਂ ਕਿਹੜੀ ਮਿੱਟੀ ਦੀਆਂ ਬਣੀਆਂ ਨੇ ਧੀਆਂ, ਪਤਾ ਨਹੀਂ ਕਿਹੜੀ ਮਿੱਟੀ ਦੀਆਂ ਬਣੀਆਂ ਨੇ ਧੀਆਂ। ਸਹੁਰੇ ਘਰ ਜਦ ਪੈਰ ਪਾਉਂਦੀਆਂ ਉਸ ਨੂੰ ਆਪਣਾ ਸਮਝ ਲੈਂਦੀਆਂ, ਕਦੇ ਸਮਝਦੀਆਂ ਨਾ ਪਰਾਏ। ਜਦੋਂ ਦੁੱਖ ਮਾਪਿਆਂ ਨੂੰ ਆਵੇ ਤਾਂ ਪੇਕੇ ਘਰ ਵੀ ਜਾਵੇ। ਦੋਨਾਂ ਘਰਾਂ ਦਾ ਹੀ ਖਿਆਲ ਰੱਖਦੀਆਂ ਨੇ ਧੀਆਂ, ਦੋਨਾਂ ਘਰਾਂ ਨਾਲ ਹੀ ਪਿਆਰ ਰੱਖਦੀਆਂ ਨੇ ਧੀਆਂ। ਪਤਾ ਨਹੀਂ ਕਿਹੜੀ ਮਿੱਟੀ ਦੀਆਂ ਬਣੀਆਂ ਨੇ ਧੀਆਂ, ਇਹਨਾਂ ਦੇ ਕਰਮਾਂ ਦੀਆਂ ਤਾਂ ਟੇਡੀਆਂ ਨੇ ਲੀਹਾਂ। ਕੋਟਲੀ ਵਾਲੀ ਅੱਕੀ ਆਖੇ ਪਤਾ ਨਹੀਂ ਰੱਬ ਨੇ ਇਹਨਾਂ ਦੀ ਮਿੱਟੀ ਕਿਹੜੀ ਬਣਾਈ, ਪਤਾ ਨਹੀਂ ਰੱਬ ਨੇ ਇਹਨਾਂ ਦੀ ਜ਼ਿੰਦਗੀ ਇੰਨੀ ਔਖੀ ਕਿਉਂ ਬਣਾਈ। ਰੱਬ ਨੂੰ ਹੀ ਪਤਾ ਏ ਕਿਵੇਂ ਜ਼ਿੰਦਗੀ ਬਤਾਉਂਦੀਆਂ ਨੇ ਧੀਆਂ। ਪਤਾ ਨਹੀਂ ਕਿਹੜੀ ਮਿੱਟੀ ਦੀਆਂ ਬਣੀਆਂ ਨੇ ਧੀਆਂ, ਇਹਨਾਂ ਦੇ ਕਰਮਾਂ ਦੀਆਂ ਤਾਂ ਟੇਡੀਆਂ ਨੇ ਲੀਆਂ। ਪਤਾ ਨਹੀਂ ਕਿਹੜੀ ਮਿੱਟੀ ਦੀਆਂ ਬਣੀਆਂ ਨੇ ਧੀਆਂ, ਇਹਨਾਂ ਦੇ ਕਰਮਾਂ ਦੀਆਂ ਤਾਂ ਟੇਡੀਆਂ ਨੇ ਲੀਹਾਂ, ਇਹਨਾਂ ਦੇ ਕਰਮਾਂ ਦੀਆਂ ਤਾਂ ਟੇਡੀਆਂ ਨੇ ਲੀਹਾਂ। थैंक यू सो मच अक्की कौर। अगले पार्टिसिपेंट ने लवप्रीत कौर, बीकॉम।
ਹਾਲ ਵਿੱਚ ਮੌਜੂਦ ਬਾਹਰੋਂ ਆਏ ਮੁੱਖ ਮਹਿਮਾਨ ਸਾਹਿਬ, ਐਸਡੀਐਮ ਮੈਡਮ ਤੇ ਮੈਡਮ ਤਹਿਸੀਲਦਾਰ ਮੈਡਮ, ਮੁੱਖ ਅਧਿਆਪਕ ਸਾਹਿਬਾਨ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ, ਸਭ ਤੋਂ ਪਹਿਲਾਂ ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ। ਇਸੇ ਮਹਿਲਾ ਦਿਵਸ ਦੇ ਸੰਬੰਧ ਵਿੱਚ ਅੱਜ ਤੁਹਾਡੇ ਸਾਹਮਣੇ ਮੈਂ ਕਵਿਤਾ ਦੀਆਂ ਚੰਦ ਸਤਰਾਂ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਸਿਰਲੇਖ ਹੈ ਉਡੀਕ, ਜੋ ਕਿ ਡਾਕਟਰ ਸਮਰਾਟ ਖੰਨਾ ਜੀ ਦੁਆਰਾ ਲਿਖੀ ਹੋਈ ਹੈ। ਨਾਰੀ ਤੇਰੀ ਕਹਾਣੀ ਅੱਜ ਨਾਰੀ ਦੀ ਜ਼ੁਬਾਨੀ, ਕਹਿਨੀ ਆ ਲਿਖ ਸਕਦੇ ਹੋ ਤੇ ਲਿਖ ਲਓ ਆਪਣੀ ਕਹਾਣੀ, ਕਹਿੰਦੀ ਹਾਂ ਮੈਂ ਚੰਦ ਸਤਰਾਂ ਵਿੱਚ ਆਪਣੀ ਹੀ ਜ਼ੁਬਾਨੀ। ਜ਼ਿੰਦਗੀ ਦੇ ਸਫ਼ਰ ਤੇ ਵਕਤ ਦੇ ਥਪੇੜੇ, ਡੂੰਗੀ ਛਾਂ ਤੇ ਘੁੱਪ ਹਨੇਰੇ, ਹਰ ਪਾਸੇ ਗੁਪਚੁਪ ਮੈਂ ਸੋਚਦੀ ਹਾਂ ਕਿ ਕਦੇ ਚਾਨਣ ਦੀ ਕਿਰਨ ਮੇਰੇ ਵੱਲ ਵੀ ਆਏਗੀ। ਮੈਂ ਰੁਕਾਂਗੀ ਤੇ ਔਖ ਦਾ ਪਰਦਾ ਹਟਾਵਾਂਗੀ, ਮੁਸਕਰਾਹਟਾਂ ਦੇ ਖੰਭ ਖਲੇਰਾਂਗੀ, ਪਰ ਸੋਚਦੀ ਹਾਂ ਕਿ ਉਹ ਚਾਨਣ ਦੀ ਕਿਰਨ ਕਦ ਤੇ ਕਿੰਝ ਆਵੇਗੀ। ਕਿ ਮੇਰੀ ਉਡੀਕ ਬੇਮਤਲਬ ਬੇਹਿਸਾਬੀ ਦਰਖਾਸਤ ਬਣ ਕੇ ਰਹਿ ਜਾਏਗੀ। ਪਤਾ ਨਹੀਂ ਉਹ ਚਾਨਣ ਦੀ ਕਿਰਨ ਕਦ ਤੇ ਕਿੰਝ ਆਵੇਗੀ। ਉਡੀਕ ਤਾਂ ਇਸ ਦੀ ਮੇਰੀ ਮਾਂ ਨੂੰ ਵੀ ਹੁੰਦੀ ਕਦੇ ਹੋਏਗੀ। ਉਡੀਕ ਤਾਂ ਇਸ ਦੀ ਮੇਰੀ ਮਾਂ ਨੂੰ ਵੀ ਹੁੰਦੀ ਕਦੇ ਹੋਏਗੀ। ਕਿ ਆ ਉਡੀਕਾਂ ਦਾ ਸਫ਼ਰ ਇੰਜ ਬੇਸਿੱਟਾ ਸਾਡੇ ਹਿੱਸੇ ਮੜਿਆ ਹੋਇਆ ਹੈ। ਕਿਉਂ ਸਾਡੇ ਹਿੱਸੇ ਦਾ ਚਾਨਣ ਬਿਨ ਦਸਤਕ ਕਿਤੇ ਹੋਰ ਹੀ ਰੌਸ਼ਨ ਹੋਇਆ ਏ। ਉਮੀਦ ਤੇ ਪਲੀ ਮੈਂ ਧੀ ਪਿਆਰੀ ਸੋਚਦੀ ਹਾਂ ਕਿ ਉਮੀਦਾਂ ਦੇ ਪਰੋਏ ਹੋਏ ਸੁਪਨੇ ਸੱਚ ਹੋਣਗੇ, ਟੁੱਟ ਜਾਣਗੇ, ਖਿੰਡ ਜਾਣਗੇ, ਜਾਂ ਫਿਰ ਸ਼ਾਇਦ ਪੂਰੇ ਹੋ ਜਾਣਗੇ, ਜਾਂ ਫਿਰ ਸ਼ਾਇਦ ਪੂਰੇ ਹੋ ਜਾਣਗੇ, ਜਾਂ ਫਿਰ ਸ਼ਾਇਦ ਪੂਰੇ ਹੋ ਜਾਣਗੇ। ਧੰਨਵਾਦ। Thank you, Lovepreet. Next participant, Gagandeep Kaur, BSc Non-Medical, 4th semester. Respected Principal Sir, Chief Guests, teachers and all my dear friends, good afternoon to all of you. Today's my poem is, कभी खुद से भी खुद को तू देख ले नारी, तेरे होने से ही चलती है दुनिया ये सारी। कभी खुद से भी खुद को पहचान ले नारी, तू है तो है उजाला, तू है तो है उजाला, वरना अंधियारी सी है दुनिया ये सारी, वरना अंधियारी सी है दुनिया ये सारी। तू डरती रही वो डराते रहे, तू झुकती रही वो झुकाते रहे, तू सहती रही वो जुल्म ढाते रहे। तू सत्य है यूँ सत्य ना बन, तू जीवित है यूँ मिट्टी ना बन। लोग गिराएंगे तुझे डराएंगे, तू गिरना मत डरना मत, तू आगे बढ़ तू हिम्मत दिखा। तू बन रानी लक्ष्मी बाई, तू बन वीरांगना जलकारी। तू अब ना रहना चुप, अब ना है चुप रहने की बारी। तू बन जवाब उनका जिन्होंने उठाया था तुम पर सवाल। तू उठ खड़ी हो और बता उन्हें, तू है तो है दुनिया ये सारी, तू है तो है दुनिया ये सारी। थैंक यू। बहुत खूबसूरत गगनदीप कौर, हम हैं तो है दुनिया ये सारी। अगले पार्टिसिपेंट राजवीर कौर, BSc Non-Medical। ਬਹੁਤ ਹੀ ਸਤਿਕਾਰਯੋਗ ਮੁੱਖ ਮਹਿਮਾਨ, ਪ੍ਰਿੰਸੀਪਲ ਸਾਹਿਬਾਨ, ਅਧਿਆਪਕ ਸਾਹਿਬਾਨ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ, ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਆਪ ਸਭ ਨੂੰ ਲੱਖ ਲੱਖ ਵਧਾਈ। ਮੈਂ ਅੱਜ ਤੁਹਾਡੇ ਸਾਹਮਣੇ ਬਲਵੰਤ ਕੁੱਕੀ ਜੀ ਦੁਆਰਾ ਲਿਖੀ ਹੋਈ ਕਵਿਤਾ ਆਵਾਜ਼ ਇੱਕ ਔਰਤ ਨੂੰ ਪੇਸ਼ ਕਰਨ ਜਾ ਰਹੀ ਹਾਂ। ਬਸ ਹੁਣ ਹੋਰ ਨਾ ਡਰਨੀ ਭੈਣੇ, ਉੱਠ ਲੜਾਈਆਂ ਲੜਨੀ ਭੈਣੇ। ਬਸ ਹੁਣ ਹੋਰ ਨਾ ਡਰਨੀ ਭੈਣੇ, ਉੱਠ ਲੜਾਈਆਂ ਲੜਨੀ ਭੈਣੇ। ਆਪਣੇ ਲਈ ਵੀ ਜਿਉਣਾ ਸਿੱਖ ਲੈ, ਜਿਉਂਦੇ ਜੀ ਨਾ ਮਰਨੀ ਭੈਣੇ। ਬੜੀ ਪਤੀ ਦੀ ਕਰਲੀ ਪੂਜਾ, ਹੁਣ ਜ਼ਮਾਨਾ ਆ ਗਿਆ ਦੂਜਾ। ਬੜੀ ਪਤੀ ਦੀ ਕਰਲੀ ਪੂਜਾ, ਹੁਣ ਜ਼ਮਾਨਾ ਆ ਗਿਆ ਦੂਜਾ। ਵਿਚਾਰੀ ਦਾ ਤਗਮਾ ਲਾ ਦੇ, ਵਿਚਾਰੀ ਦਾ ਤਗਮਾ ਲਾ ਦੇ। ਹੱਥ ਵਿੱਚ ਚੰਡੀ ਫੜਨੀ ਭੈਣੇ, ਆਪਣੇ ਲਈ ਵੀ ਜਿਉਣਾ ਸਿੱਖ ਲੈ, ਜਿਉਂਦੇ ਜੀ ਨਾ ਮਰਨੀ ਭੈਣੇ। ਦੁਨੀਆ ਦਾ ਤਾਂ ਕੰਮ ਬੋਲਣਾ, ਵਿਹਲੇ ਰਹਿ ਕੇ ਕੁਫਰ ਤੋਲਣਾ। ਦੁਨੀਆ ਦਾ ਤਾਂ ਕੰਮ ਬੋਲਣਾ, ਵਿਹਲੇ ਰਹਿ ਕੇ ਕੁਫਰ ਤੋਲਣਾ। ਬਸ ਹੁਣ ਹੋਰ ਸਜ਼ਾ ਨਾ ਭੁਗਤੀ, ਜੇਲ੍ਹ ਬਣਾ ਕੇ ਕਰਨੀ ਭੈਣੇ। ਆਪਣੇ ਲਈ ਵੀ ਜਿਉਣਾ ਸਿੱਖ ਲੈ, ਜਿਉਂਦੇ ਜੀ ਨਾ ਮਰਨੀ ਭੈਣੇ। ਅੱਧੀ ਹੋਈ ਆਬਾਦੀ ਤੇਰੀ, ਤਾਲੇ ਵਿੱਚ ਆਜ਼ਾਦੀ ਤੇਰੀ।
ਅੱਧੀ ਹੋਈ ਆਬਾਦੀ ਤੇਰੀ, ਤਾਲੇ ਵਿੱਚ ਆਜ਼ਾਦੀ ਤੇਰੀ, ਤੋੜਨ ਲਈ ਹਿੰਮਤਾਂ ਥੋੜਾ, ਨਿਡਰ ਹੋ ਕੇ ਫੜਨੀ ਭੈਣੇ, ਆਪਣੇ ਲਈ ਵੀ ਜਿਉਣਾ ਸਿੱਖ ਲੈ, ਜਿਉਂਦੇ ਜੀਣਾ ਮਰਨੀ ਭੈਣੇ, ਆਪਣੇ ਲਈ ਵੀ ਜਿਉਣਾ ਸਿੱਖ ਲੈ, ਜਿਉਂਦੇ ਜੀਣਾ ਮਰਨੀ ਭੈਣੇ। ਉੱਚੇ ਲੰਮੇ ਪਾ ਕੇ ਚੋਲੇ, ਬਾਬਿਆਂ ਦੇ ਕਈ ਫਿਰਦੇ ਟੋਲੇ, ਉੱਚੇ ਲੰਮੇ ਪਾ ਕੇ ਚੋਲੇ, ਬਾਬਿਆਂ ਦੇ ਕਈ ਫਿਰਦੇ ਟੋਲੇ, ਭੀੜਾਂ ਵਿੱਚ ਨੇ ਨਜ਼ਰ ਘੁਮਾਉਂਦੇ, ਅੱਖ ਨੂੰ ਮੈਲੀ ਕਰਨੀ ਭੈਣੇ, ਆਪਣੇ ਲਈ ਵੀ ਜਿਉਣਾ ਸਿੱਖ ਲੈ, ਜਿਉਂਦੇ ਜੀਣਾ ਮਰਨੀ ਭੈਣੇ। ਪਹਿਲਾਂ ਖੂਬ ਪੜ੍ਹਾਈਆਂ ਕਰ ਲਾ, ਸਮਝਾਂ ਵਿੱਚ ਤਲੀਮਾਂ ਭਰ ਲਾ, ਬਲਵੰਤ ਵੀ ਤੈਨੂੰ ਸਿਰ ਝੁਕਾਵੇ, ਬਣ ਕੇ ਆ ਅਫਸਰਨੀ ਭੈਣੇ, ਆਪਣੇ ਲਈ ਵੀ ਜਿਉਣਾ ਸਿੱਖ ਲੈ, ਜਿਉਂਦੇ ਜੀਣਾ ਮਰਨੀ ਭੈਣੇ। ਬਸ ਹੁਣ ਹੋਰ ਨਾ ਡਰਨੀ ਭੈਣੇ, ਉੱਠ ਲੜਾਈਆਂ ਲੜਨੀ ਭੈਣੇ, ਆਪਣੇ ਲਈ ਵੀ ਜਿਉਣਾ ਸਿੱਖ ਲੈ, ਜਿਉਂਦੇ ਜੀਣਾ ਮਰਨੀ ਭੈਣੇ, ਆਪਣੇ ਲਈ ਵੀ ਜਿਉਣਾ ਸਿੱਖ ਲੈ, ਜਿਉਂਦੇ ਜੀਣਾ ਮਰਨੀ ਭੈਣੇ। ਧੰਨਵਾਦ। ਥੈਂਕ ਯੂ ਰਾਜਵੀਰ। ਫਾਈਨਲ ਰਾਉਂਡ ਪੋਇਮ ਕੰਪੀਟੀਸ਼ਨ ਦਾ ਜਿਹੜਾ ਸੀ ਉਸ ਦੇ ਵਿੱਚ ਇੰਨੀਆਂ ਹੀ ਐਂਟਰੀਜ਼ ਸੀਗੀਆਂ ਤੇ ਇਹ ਰਾਉਂਡ ਵੀ ਇਸ ਕਰਕੇ ਹੀ ਕਰਵਾਉਣਾ ਪਿਆ ਕਿਉਂਕਿ ਸਾਰੇ ਹੀ ਜਿਹੜੇ ਪਾਰਟਿਸਪੈਂਟ ਸੀਗੇ ਉਹ ਇੱਕ ਬਰਾਬਰ ਦੀ ਟੱਕਰ ਦੇ ਲੱਗ ਰਹੇ ਸੀ। ਤਾਂ ਇਹ ਸੀਗਾ ਕਿ ਫਾਈਨਲ ਰਾਉਂਡ ਅਸੀਂ ਜਿਹੜੇ ਸਾਡੇ ਗੈਸਟ ਆਉਣਗੇ ਉਹਨਾਂ ਦੇ ਸਾਹਮਣੇ ਹੀ ਪਰਫਾਰਮ ਕਰਾਵਾਂਗੇ। ਤਾਂ ਇਨ ਦ ਮੀਨ ਟਾਈਮ ਜਜਮੈਂਟ ਤਿਆਰ ਹੋਊਗੀ ਤੇ ਜਿਹੜਾ ਕਿ ਮੇਨ ਮਕਸਦ ਜਿਵੇਂ ਕਿ ਸਰ ਨੇ ਦੱਸਿਆ ਸੀ, ਰਿਸਪੈਕਟਡ ਪ੍ਰਿੰਸੀਪਲ ਸਰ ਨੇ, ਕਿ ਸਾਡਾ ਇਹ ਰਹਿੰਦਾ ਹੈ ਕਿ ਜਿਸ ਵੀ ਸ਼ਖਸੀਅਤ ਨੂੰ ਅਸੀਂ ਇੱਥੇ ਬੁਲਾ ਰਹੇ ਹਾਂ ਉਹਨਾਂ ਦੀ ਸਕਸੈਸ ਸਟੋਰੀ ਤੁਸੀਂ ਸੁਣੋ ਤਾਂ ਕਿ ਤੁਹਾਡੇ ਵਿੱਚੋਂ ਵੀ ਕੁਝ ਉਸ ਤਰ੍ਹਾਂ ਦੀਆਂ ਸ਼ਖਸੀਅਤਾਂ ਨਿਕਲ ਕੇ ਸਾਹਮਣੇ ਆ ਸਕਣ। ਤਾਂ ਮੈਂ ਗੁਜ਼ਾਰਿਸ਼ ਕਰਦੀ ਹਾਂ STM ਮੈਡਮ ਡਾਕਟਰ ਮਨਦੀਪ ਕੌਰ ਨੂੰ ਕਿ ਉਹ ਇੱਥੇ ਆਉਣ ਤੇ ਆਪਣੇ ਸ਼ਬਦਾਂ ਦੇ ਨਾਲ ਸਾਡੇ ਸਟੂਡੈਂਟਸ ਨੂੰ ਲਬਰੇਜ਼ ਕਰਨ। ਅੱਜ ਦੇ ਇਸ ਸਮਾਗਮ ਵਿੱਚ ਹਾਜ਼ਰ ਮੈਡਮ ਤਹਿਸੀਲਦਾਰ ਜੈਤੋ, ਪ੍ਰਿੰਸੀਪਲ ਸਾਹਿਬ, ਇਸ ਕਾਲਜ ਦੇ ਅਧਿਆਪਕ ਸਾਹਿਬਾਨ, ਪਿਆਰਿਓ ਬੱਚਿਓ, ਸਭ ਤੋਂ ਪਹਿਲਾਂ ਤਾਂ ਮੈਂ ਪ੍ਰਿੰਸੀਪਲ ਸਾਹਿਬ ਦਾ ਥੈਂਕਸ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਆ ਕੇ ਤੁਹਾਡੇ ਨਾਲ ਗੱਲਬਾਤ ਕਰ ਸਕਾਂ ਔਰ ਇੱਥੇ ਆ ਕੇ ਤੁਹਾਡੇ ਰੂਬਰੂ ਹੋਣ ਦਾ, ਔਰ ਉਹਨਾਂ ਵੱਲੋਂ ਹੁਕਮ ਹੋਇਆ ਕਿ ਆਪਣੀ ਸਕਸੈਸ ਸਟੋਰੀ ਸੁਣਾਵਾਂ। ਉਹ ਵੀ ਮੈਂ ਤੁਹਾਡੇ ਨਾਲ ਜ਼ਰੂਰ ਕੁਝ ਨੁਕਤੇ ਉਹਦੇ 'ਚੋਂ ਸਾਂਝੇ ਕਰਾਂਗੀ। ਸੋ ਥੈਂਕ ਯੂ ਡਾਕਟਰ ਸਾਹਿਬ ਇਹ ਮੌਕਾ ਦੇਣ ਲਈ। ਮੈਂ ਕੋਸ਼ਿਸ਼ ਕਰਾਂਗੀ ਕਿ ਬੱਚਿਆਂ ਨੂੰ ਜਿਹੜਾ ਉਸ ਤਰੀਕੇ ਨਾਲ ਕੁਝ ਕੁ ਮੈਂ ਇਹਨਾਂ 'ਤੇ ਪ੍ਰਭਾਵ ਪਾ ਸਕਾਂ। ਬੇਟਾ ਪਰ ਇੱਕ ਚੀਜ਼ ਹੈ ਕਿ ਸਕਸੈਸ ਸਟੋਰੀ ਆਪਾਂ ਸੁਣਦੇ ਹਾਂ, ਉਸ ਤੋਂ ਮੋਟੀਵੇਟ ਹੁੰਦੇ ਹਾਂ, ਉਸ ਤੋਂ ਇਨਸਪਾਇਰ ਹੁੰਦੇ ਹਾਂ, ਪਰ ਤੁਸੀਂ ਜਿਹੜੀਆਂ ਵੀ ਸਕਸੈਸ ਸਟੋਰੀਜ਼ ਸੁਣੀਆਂ ਹੋਣਗੀਆਂ ਉਹਦਾ ਇੱਕੋ ਇੱਕ ਮੰਤਰ ਹੁੰਦਾ ਹਾਰਡ ਵਰਕ, ਮਿਹਨਤ। ਠੀਕ ਹੈ, ਹਾਰਡ ਵਰਕ ਇਜ਼ ਦੀ ਓਨਲੀ ਐਂਡ ਓਨਲੀ ਕੀ ਟੂ ਸਕਸੈਸ। ਦੇयर ਆਰ ਨੋ ਸ਼ਾਰਟਕਟਸ। ਕੋਈ ਐ ਨਹੀਂ ਹੈ ਕਿ ਅਸੀਂ ਕਿਸੇ ਨੂੰ ਸੁਣ ਲਵਾਂਗੇ, ਉਹਦੇ ਹਾਲਾਤ ਹੋ ਸਕਦਾ ਕੋਈ ਹੋਰ ਹੋਣ, ਸਾਡੇ ਹਾਲਾਤ ਹੋਰ ਨੇ, ਪਰ ਅਸੀਂ ਉੱਥੋਂ ਤੱਕ ਪਹੁੰਚ ਜਾਵਾਂਗੇ। ਮਿਹਨਤ ਨੂੰ ਇੱਕ ਆਪਣਾ ਹਥਿਆਰ ਬਣਾਓ ਜੇ ਤੁਸੀਂ ਸਫਲ ਹੋਣਾ ਚਾਹੁੰਦੇ ਹੋ। ਸੋ ਅੱਜ ਇੰਟਰਨੈਸ਼ਨਲ ਵਿਮਨਸ ਡੇ ਹੈ। ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਇਸ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ ਔਰ ਆਪਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੁਰਜੀਤ ਪਾਤਰ ਜੀ ਦੀ ਲਿਖੀ ਹੋਈ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। मैं औरत दी की सिफत करा, मैं औरत दी की सिफत करा, हर इंसान औरत दा जाया है। मैं हर रोज़ अपनी माँ दे अंदर उस रब नू हर रोज़ पाया है। पहली औरत मेरी दादी माँ, पहली औरत मेरी दादी माँ, जिस करके मेरे सिर ते बाप मेरे दी छाया है। दूजी औरत भैन वड्डी, दूजी औरत मेरी वड्डी भैन, जिस नाल बचपन लंघाया है। हर घर विच औरत है, हर घर विच औरत है, औरत हर घर दा सरमाया है।
ਪਤਾ ਨਹੀਂ ਫਿਰ ਦੁਨੀਆ ਨੇ ਕਿਉਂ ਧੀ ਨੂੰ ਮਾੜਾ ਬਣਾਇਆ ਹੈ। ਸੋ ਅੱਜ ਵੀ ਜਦੋਂ ਸਾਡੇ ਘਰ ਇੱਕ ਧੀ ਦਾ ਜਨਮ ਹੁੰਦਾ ਤਾਂ ਕੁਝ ਲੋਕ ਨਮੋਸ਼ੀ ਦੇ ਉਹਦੇ ਵਿੱਚ ਚਲੇ ਜਾਂਦੇ ਨੇ, ਖੁਸ਼ ਨਹੀਂ ਹੁੰਦੇ। ਮੇਰਾ ਵੀ ਜਦੋਂ ਜਨਮ ਹੋਇਆ ਸੀ, ਮੇਰੀ ਦਾਦੀ ਨੇ ਉਸ ਦਿਨ ਰੋਟੀ ਨਹੀਂ ਸੀ ਖਾਧੀ। ਬਾਅਦ 'ਚ ਮੈਂ ਖੈਰ ਉਹਨਾਂ ਨਾਲ ਬਹੁਤ ਲੜੀ, ਇਸ ਗੱਲ ਤੇ ਲੜਦੀ ਰਹਿੰਦੀ ਸੀ ਕਿ ਕਿਉਂ ਤੁਸੀਂ ਉਸ ਦਿਨ ਰੋਟੀ ਕਿਉਂ ਨਹੀਂ ਸੀ ਖਾਧੀ। ਐਂਡ ਉਹਨਾਂ ਵੱਲੋਂ ਕੋਈ ਮਤਲਬ ਉਹੋ ਜਿਹਾ ਜਵਾਬ ਨਹੀਂ ਆਇਆ। ਹਾਲਾਂਕਿ ਸਾਡਾ ਪਰਿਵਾਰ ਪੜ੍ਹਿਆ ਲਿਖਿਆ ਸੀ, ਮੇਰੇ ਪੈਰੈਂਟਸ ਐਜੂਕੇਟਿਡ ਸੀ, ਫਾਦਰ PCS ਜੁਡੀਸ਼ੀਅਲ 'ਚ ਸੀਗੇ, ਬਟ ਫਿਰ ਵੀ ਮੇਰੀ ਦਾਦੀ ਨੇ ਉਸ ਦਿਨ ਰੋਟੀ ਨਹੀਂ ਸੀ ਖਾਧੀ। ਔਰ ਉਹ ਗੱਲ ਮੈਨੂੰ ਬੜੀ ਚੁਭਦੀ ਹੁੰਦੀ ਸੀ ਜਦੋਂ ਮੈਨੂੰ ਸਾਰੇ ਦੱਸਦੇ ਸੀ ਕਿ ਜਦੋਂ ਮਤਲਬ ਤੇਰਾ ਜਨਮ ਹੋਇਆ ਸੀ ਤੇ ਇਹਨਾਂ ਨੇ ਰੋਟੀ ਨਹੀਂ ਸੀ ਖਾਧੀ ਦਾਦੀ ਨੇ। ਸੋ ਮੈਂ ਅਖੀਰ ਤੱਕ ਉਹਨਾਂ ਨਾਲ ਇਸ ਗੱਲ ਤੇ ਲੜਦੀ ਰਹੀ। ਅੱਜ ਜੇ ਸ਼ਾਇਦ ਉਹ ਹੁੰਦੇ ਤਾਂ ਸ਼ਾਇਦ ਮੈਨੂੰ ਇਸ ਮੁਕਾਮ ਤੇ ਦੇਖ ਕੇ ਖੁਸ਼ੀ ਮਹਿਸੂਸ ਕਰਦੇ। ਬਚਪਨ ਤੋਂ ਹੀ ਮਤਲਬ ਸਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਔਰਤ ਦਾ ਜਿਹੜਾ ਜਨਮ ਹੈਗਾ, ਔਰਤ ਹੈ ਉਹ ਇੱਕ ਇਨਫੀਰੀਅਰ ਕਲਾਸ ਹੈ, ਅਬਲਾ ਦਾ ਨਾਮ ਸਾਨੂੰ ਦਿੱਤਾ ਜਾਂਦਾ ਹੈ। ਇਹਦੇ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੈ, ਸੋਸ਼ਲ ਕੰਡੀਸ਼ਨਿੰਗ ਸਾਡੀ ਇਹੋ ਜਿਹੀ ਹੈ। ਔਰ ਇਹ ਅੱਜ ਦੀ ਗੱਲ ਨਹੀਂ ਹੈ, ਇਹ ਸਦੀਆਂ ਤੋਂ ਚੱਲਿਆ ਆ ਰਿਹਾ। ਅੱਜ ਵੀ ਸਾਡੇ ਇੱਕ ਕੰਮ ਵਾਲੀ ਕੰਮ ਕਰਦੀ ਹੈ ਘਰੇ, ਉਹ 2 ਦਿਨ ਦੀ ਛੁੱਟੀ ਲੈ ਕੇ ਗਈ, ਉਹਦੇ ਨੂੰਹ ਦੇ ਬੱਚਾ ਹੋਣ ਵਾਲਾ ਸੀ। ਸੋ ਜਦੋਂ 2 ਦਿਨਾਂ ਬਾਅਦ ਉਹ ਆਈ ਐਂਡ ਮੈਂ ਜਦੋਂ ਉਹਨੂੰ ਪੁੱਛਿਆ ਕਿ ਕੀ ਹੋਇਆ, ਤਾਂ ਉਹਦੀਆਂ ਅੱਖਾਂ 'ਚ ਟੀਅਰਸ ਸੀਗੇ, ਅਥਰੂ ਸੀਗੇ, ਤੇ ਕਹਿੰਦੀ ਕਿ ਮੈਡਮ ਜੀ ਰੱਬ ਨੇ ਸਾਡੇ ਨਾਲ ਕੀ ਕੀਤਾ, ਸਾਨੂੰ ਪੱਥਰ ਦੇ ਦਿੱਤਾ। ਠੀਕ ਹੈ ਕਿ ਉਹ ਪੱਥਰ ਕਿ ਨਹੀਂ ਜੀ, ਚੰਗੀ ਚੀਜ਼ ਨਹੀਂ ਦਿੱਤੀ। ਸੋ ਹਾਲੇ ਵੀ ਅਸੀਂ ਕੁੜੀ ਨੂੰ ਇੱਕ ਪੱਥਰ ਦਾ ਦਰਜਾ ਦਿੰਦੇ ਹਾਂ ਤੇ ਮੁੰਡਿਆਂ ਨੂੰ ਕਹਿੰਦੇ ਕਿ ਚੰਗੀ ਚੀਜ਼ ਆਈ ਹੈ ਸਾਡੇ ਘਰ, ਖੁਸ਼ੀ ਮਨਾਉਂਦੇ ਹਾਂ, ਉਹਨਾਂ ਦੀਆਂ ਲੋਹੜੀਆਂ ਵੰਡਦੇ ਹਾਂ। ਇਹ ਅੱਜ ਤੋਂ ਸ਼ੁਰੂ ਨਹੀਂ ਹੋਇਆ, ਇਹ ਸਦੀਆਂ ਤੋਂ ਚੱਲਿਆ ਆ ਰਿਹਾ। ਬੁੱਧ ਧਰਮ ਦੇ ਵਿੱਚ ਕਿਹਾ ਜਾਂਦਾ ਕਿ ਔਰਤ ਦਾ ਜਿਹੜਾ ਜਨਮ ਹੈ, ਔਰਤ ਦੇ ਕਰਮ ਮਾੜੇ ਹੁੰਦੇ, ਇਸ ਕਰਕੇ ਉਹਨੂੰ ਨਿਰਵਾਣ ਦੀ ਪ੍ਰਾਪਤੀ ਨਹੀਂ ਹੁੰਦੀ, ਉਹ ਮੋਕਸ਼ ਪ੍ਰਾਪਤ ਨਹੀਂ ਕਰ ਸਕਦੀ। ਮਨੂ ਨੇ ਕਿਹਾ ਔਰਤ ਕੂੜ ਦੀ ਮੂਰਤ ਹੈ। ਤੁਲਸੀਦਾਸ ਦੀ ਰਾਮਾਇਣ 'ਚ ਵੀ ਕਿਹਾ ਗਿਆ ਨਾ, ਉਹ ਜਿਹੜੀ ਲਾਈਨ ਕਹੀ ਗਈ ਹੈ, ਢੋਲ ਗਵਾਰ ਪਸ਼ੂ ਔਰ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਸੋ ਔਰਤ ਨੂੰ ਅਸੀਂ ਉਸ ਨਜ਼ਰੀਏ ਨਾਲ ਦੇਖਦੇ ਹਾਂ, ਪਰ ਹਿੰਦੂ ਧਰਮ ਦੇ ਵਿੱਚ ਸਾਰੀਆਂ ਦੇਵੀ ਸ਼ਕਤੀ ਜਿਹੜੀ ਹੈ, ਦੇਵੀਆਂ ਨੇ, ਗੋਡਸ ਸਰਸਵਤੀ ਹੈ, ਗਿਆਨ ਦੀ ਦੇਵੀ ਲక్ష్ਮੀ, ਦੁਰਗਾ, ਇਹਨੂੰ ਸਭ ਦੇਵੀ ਸ਼ਕਤੀ ਅਸੀਂ ਮੰਨਿਆ। ਇਸੇ ਤਰ੍ਹਾਂ ਸਿੱਖ ਧਰਮ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਹਾ, ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਾਜਾ। ਸਿੱਖ ਧਰਮ ਵਿੱਚ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਤਾਂ ਕਿਰਪਾਨ ਧਾਰਨ ਕਰਦੇ ਹਾਂ। ਕਿਰਪਾਨ ਜਿਹੜੀ ਹੈ ਫੈਮਿਨਾਈਨ ਪਾਵਰ ਹੈ। ਅਰਦਾਸ ਕਰਦੇ ਹੋਏ ਆਪਾਂ ਬੋਲਦੇ ਹਾਂ ਪ੍ਰਥਮ ਭਗਉਤੀ ਸਿਮਰੀ ਹੈ, ਬੋਲਦੇ ਆ ਨਾ ਸਾਰੇ। ਸੋ ਭਗਉਤੀ ਕੀ ਚੀਜ਼ ਹੈ? ਭਗਉਤੀ ਭਗਵਤੀ, ਫੈਮਿਨਾਈਨ ਪਾਵਰ ਹੈ, ਅਗੇਨ ਫੈਮਿਨਾਈਨ ਪਾਵਰ। ਸੋ ਪਰਮਾਤਮਾ ਨੇ ਔਰਤ ਨੂੰ ਬਹੁਤ ਜ਼ਿਆਦਾ ਸ਼ਕਤੀ ਦਿੱਤੀ ਹੈ। ਇਸੇ ਕਰਕੇ ਸ੍ਰਿਸ਼ਟੀ ਦਾ ਜਿਹੜਾ ਸਭ ਤੋਂ ਮਹਾਨ ਕੰਮ ਹੈ, ਸ੍ਰਿਸ਼ਟੀ ਦੀ ਸਿਰਜਣਾ ਦਾ, ਉਹ ਔਰਤ ਦੇ ਹਿੱਸੇ ਆਇਆ। ਮਰਦ ਇਹ ਕੰਮ ਨਹੀਂ ਕਰ ਸਕਦੇ। ਪ੍ਰੋਫੈਸਰ ਸਾਹਿਬ ਕਹਿ ਰਹੇ ਸੀ ਕਿ women are superior than men, and it is definitely true. Biologically also women are much more superior than men. ਉਹਨਾਂ ਦਾ reproductive system ਇੰਨਾ ਕਾਬਲ ਹੈ ਕਿ ਉਹ ਇੱਕ ਆਤਮਾ ਨੂੰ 9 ਮਹੀਨੇ ਆਪਣੀ ਕੁੱਖ ਵਿੱਚ ਰੱਖ ਕੇ ਜਨਮ ਦੇ ਕੇ ਸੰਸਾਰ ਚਲਾ ਸਕਦੀ ਹੈ। ਇਹ ਕੰਮ ਆਦਮੀ ਦੇ ਹਿੱਸੇ ਨਹੀਂ ਹੈ। ਗੁਰਬਾਣੀ ਵਿੱਚ ਇਹ ਵੀ ਕਿਹਾ ਗਿਆ ਨਾ ਕਿ ਜਿਹੜਾ ਜੀਵ ਹੈ ਉਸ ਨੂੰ ਇੱਕ ਇਸਤਰੀ ਦਾ ਰੂਪ ਦਿੱਤਾ ਕਿ ਅਸੀਂ ਦੇਵੀ ਗੁਣਾਂ ਰਾਹੀਂ, ਦੇਵੀ ਗੁਣ ਕਿਹੜੇ ਨੇ? ਸਬਰ, ਸੰਤੋਖ, ਪਿਆਰ ਦੇ, ਉਹਦੇ ਨਾਲ ਅਸੀਂ ਪਤੀ ਪਰਮਾਤਮਾ ਨੂੰ ਪਾ ਸਕਦੇ ਹਾਂ। ਸੋ ਇਹ ਜਿਹੜੀ ਫੀਮੇਲ ਕੁਆਲਿਟੀਜ਼ ਨੇ ਆਲਰੇਡੀ ਫੀਮੇਲ 'ਚ ਪ੍ਰੈਜ਼ੈਂਟ ਨੇ, ਜਿਹੜੀਆਂ ਮੇਲਸ ਦੇ ਵਿੱਚ ਅਸੀਂ ਕਹਿੰਦੇ ਕਿ ਨਹੀਂ ਹੈਗੀਆਂ। ਫੀਮੇਲ ਹੋਮ ਮੇਕਰ ਹੈ ਨਾ, ਬੰਦਿਆਂ ਨੂੰ ਆਪਾਂ ਹੋਮ ਮੇਕਰ ਨਹੀਂ ਕਹਿੰਦੇ, ਉਹ ਜ਼ਰੂਰ ਕਮਾਈ ਕਰਦੇ ਨੇ, ਪੂਰਕ ਨੇ ਸਾਡੇ, ਬਟ ਇੱਕ ਘਰ ਨੂੰ ਹੋਮ ਬਣਾਉਣ ਲਈ ਹੋਮ ਮੇਕਰ ਦਾ ਦਰਜਾ ਅਗੇਨ ਫੀਮੇਲ ਨੂੰ ਦਿੱਤਾ ਗਿਆ। ਪਹਿਲਾਂ ਫੀਮੇਲ ਘਰ ਦੇ ਕੰਮ ਕਰਦੀ ਸੀ, ਘਰ ਦਾ ਸੰਵਾਰਦੀ ਸੀ, ਐਂਡ ਮੇਲਸ ਜਿਹੜੇ ਨੇ ਬਾਹਰ ਕੰਮ ਕਰਦੇ ਸੀ। ਪਰ ਅੱਜ ਕੱਲ੍ਹ ਇਹ ਚੇਂਜ ਹੋ ਗਿਆ। ਫੀਮੇਲ ਬਾਹਰ ਦੇ ਕੰਮ ਕਰਨ ਦੇ ਨਾਲ ਨਾਲ ਘਰ ਨੂੰ ਵੀ ਸੰਭਾਲ ਰਹੀ ਹੈ। ਜਿਹੜੇ ਗੁੱਸਾ ਨਾ ਕਰਿਓ ਵੈਸੇ ਮੇਲਸ ਨੇ, ਕਿਉਂਕਿ ਇਹ ਮੈਂ ਅੱਖੀ ਦੇਖੀਆਂ ਨੇ, ਜਦੋਂ ਬਾਹਰੋਂ ਕੰਮ ਕਰਕੇ ਜਾਂਦੇ ਨੇ ਤਾਂ ਉਹ ਥੱਕੇ ਹੋਏ ਹੁੰਦੇ ਨੇ ਐਂਡ ਦੇ ਵਾਂਟ ਰਿਲੈਕਸੇਸ਼ਨ, ਕਿ ਕੋਈ ਸਾਨੂੰ ਕੁਝ ਬੁਲਾਵੇ ਨਾ, ਕੋਈ ਕੰਮ ਨਾ ਕਰੇ। ਬਟ ਫੀਮੇਲ ਜਦੋਂ
ਲੇਡੀਜ਼ ਹੈਗੀਆਂ ਨੇ ਇੱਥੇ ਜਿਹੜੀਆਂ ਵਰਕਿੰਗ ਨੇ, ਜਦੋਂ ਘਰ ਜਾਣਗੀਆਂ ਸਭ ਤੋਂ ਪਹਿਲਾਂ ਕਿਚਨ 'ਚ ਜਾਣਗੀਆਂ, ਬੱਚਿਆਂ ਦਾ ਦੇਖਣਾ ਹੈ, ਘਰ ਦਾ ਦੇਖਣਾ ਹੈ, ਖਾਣਾ ਖਾਇਆ ਕਿ ਨਹੀਂ, ਔਰ ਸਾਰਾ ਘਰ ਜਿਹੜਾ ਇੱਧਰ ਉੱਧਰ ਬਿਖਰਿਆ ਹੁੰਦਾ ਉਹਨੂੰ ਸਹੀ ਕਰਕੇ ਰੱਖਣਾ। ਇਹ ਸਿਰਫ ਔਰਤ ਹੀ ਕਰ ਸਕਦੀ ਹੈ, ਬੰਦੇ ਦੋ ਕੰਮ ਨਹੀਂ ਕਰ ਸਕਦੇ, ਬਟ ਔਰਤ ਜਿਹੜੀ ਆ ਉਹ ਕਰ ਸਕਦੀ ਹੈ। ਸੋ ਇੰਨੀ ਸ਼ਕਤੀ ਪਰਮਾਤਮਾ ਨੇ ਸਾਨੂੰ ਦਿੱਤੀ। ਸੋ ਜੇ ਤੁਸੀਂ ਇਸ ਸ਼ਕਤੀ ਨੂੰ ਰਿਅਲਾਈਜ਼ ਕਰ ਲੈਂਦੇ ਹੋ, ਇਸ ਪਾਵਰ ਨੂੰ ਦਾ ਅਹਿਸਾਸ ਹੋ ਜਾਂਦਾ ਤੁਹਾਨੂੰ, ਤਾਂ ਕੋਈ ਐਸੀ ਕਾਰਨ ਨਹੀਂ ਹੈ ਕਿ ਤੁਸੀਂ ਸਫਲਤਾ ਦੇ ਉਸ ਮਕਾਮ ਤੇ ਨਾ ਪਹੁੰਚ ਸਕੋ। ਠੀਕ ਹੈ। ਸੋ ਅੱਜ ਲੋੜ ਹੈ ਤੁਹਾਨੂੰ ਉਸ ਸਫਲਤਾ ਨੂੰ ਪਹਿਚਾਨਣ ਦੀ, ਉਸ ਸ਼ਕਤੀ ਨੂੰ ਪਹਿਚਾਨਣ ਦੀ। ਔਰ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਕਿ ਅੱਜ ਅਸੀਂ ਵਿਮਨ ਡੇ ਤੇ ਚੰਗੀਆਂ ਚੰਗੀਆਂ ਗੱਲਾਂ ਕਰ ਲੀਆਂ ਜਾਂ ਆਪਾਂ ਸਿੱਖ ਲਿਆ। ਇਹ ਹਰ ਰੋਜ਼ ਦੇ ਵਿੱਚ ਤੁਹਾਨੂੰ ਦਿਨਚਰਿਆ 'ਚ ਅਪਣਾਉਣਾ ਪਏਗਾ। ਬਚਪਨ ਤੋਂ ਹੀ ਦੇਖੋ ਪੇਰੈਂਟਸ ਜਿਹੜੇ ਨੇ ਬੜਾ ਇੰਪੋਰਟੈਂਟ ਰੋਲ ਪਲੇ ਕਰਦੇ ਨੇ, ਔਰ ਮੇਰੀ ਲਾਈਫ ਦੇ ਵਿੱਚ ਵੀ ਮੇਰੇ ਪੇਰੈਂਟਸ ਦਾ ਰੋਲ ਬਹੁਤ ਇੰਪੋਰਟੈਂਟ ਸੀ। ਮਾਈ ਫਾਦਰ ਵਾਜ਼ ਮਾਈ ਫਸਟ ਟੀਚਰ। ਵੈਸੇ ਤਾਂ ਕਹਿੰਦੇ ਮਦਰ ਇਜ਼ ਦਾ ਫਸਟ ਟੀਚਰ ਨਾ, ਮਾਂ ਬੋਲੀ ਆਪਾਂ ਮਦਰ ਤੋਂ ਸਿੱਖਦੇ ਆ, ਬਟ ਮੇਰੇ ਕੇਸ ਦੇ ਵਿੱਚ ਮੇਰੇ ਫਾਦਰ ਸਾਹਿਬ ਦਾ ਰੋਲ ਬਹੁਤ ਅਹਿਮ ਰਿਹਾ। ਉਹਨਾਂ ਦੇ ਕਰਕੇ ਅੱਜ ਮੈਂ ਇੱਥੇ ਖੜੀ ਹਾਂ। ਉਹਨਾਂ ਨੇ ਬਚਪਨ ਤੋਂ ਹੀ ਮੈਨੂੰ 5 ਵਜੇ ਲਾਈਕ ਉੱਠ ਕੇ ਪੜ੍ਹਨ ਦੀ ਆਦਤ ਪਾਈ। ਹੀ ਵਾਸ ਸੇਇੰਗ ਕਿ ਮਾਰਨਿੰਗ ਜਿਹੜਾ ਟਾਈਮ ਹੈਗਾ, ਉਦੋਂ ਜਿਹੜਾ ਮਾਈਂਡ ਹੈ ਉਹ ਬਹੁਤ ਜ਼ਿਆਦਾ ਰਿਸੈਪਟਿਵ ਹੁੰਦਾ, ਔਰ ਅਸੀਂ ਜੋ ਵੀ ਪੜ੍ਹਦੇ ਆ ਉਹ ਗ੍ਰੈਸਪ ਕਰ ਲੈਂਦੇ। ਮੈਂ ਰਾਤ ਨੂੰ ਨਹੀਂ ਪੜ੍ਹ ਸਕਦੀ, ਇਟ ਇਜ਼ ਨਾਟ ਜੋ ਰਾਤ ਨੂੰ ਪੜ੍ਹਾਂਗੇ ਭੁੱਲ ਜਾਂਦਾ। ਮੈਂ ਸਵੇਰੇ ਉੱਠ ਕੇ ਉਹਨਾਂ ਨੇ ਮੈਨੂੰ ਅਖਬਾਰ ਦੇਣਾ ਸਵੇਰੇ ਸਵੇਰੇ, ਔਰ ਅਖਬਾਰ ਮੈਨੂੰ ਕਹਿੰਦੇ ਸੀ ਕਿ ਮੇਰੇ ਸਾਹਮਣੇ ਬੈਠ ਤੇ ਉੱਚੀ ਉੱਚੀ ਬੋਲ ਕੇ ਪੜ੍ਹ। ਔਰ ਉਸ ਅਖਬਾਰ ਪੜ੍ਹਨ ਦੇ ਨਾਲ ਮੇਰੀ ਇੰਨੀ ਵੋਕੈਬਲਰੀ, ਕਰੰਟ ਅਫੇਅਰਸ ਆਟੋਮੈਟਿਕਲੀ ਫੀਡ ਹੁੰਦਾ ਜਾਂਦਾ ਨਾ ਦਿਮਾਗ 'ਚ। ਔਰ ਜਿੰਨੇ ਅਸੀਂ ਸੈਂਸ ਆਰਗਨਸ ਇਨਵੋਲਵ ਕਰਦੇ ਹਾਂ, ਜੇ ਅਸੀਂ ਕਿਤਾਬ ਅੱਗੇ ਰੱਖ ਕੇ ਬੈਠੇ ਹਾਂ ਤਾਂ ਸਾਨੂੰ ਸਿਰਫ ਅੱਖਾਂ ਦੇਖ ਰਹੀਆਂ ਨੇ, ਉਹ ਕੁਝ ਅੱਖਰ ਜਾ ਰਹੇ ਨੇ, ਕੁਝ ਆਪਣਾ ਮਨ ਇੰਨਾ ਖਰਾਬ ਹੁੰਦਾ ਹੈ ਕਿ ਉਹ ਇੰਨੇ ਥਾਟਸ ਆਪਣੇ ਮਾਈਂਡ ਦੇ ਵਿੱਚ ਆ ਰਹੇ ਹੁੰਦੇ ਨੇ ਕਿ ਉਹ ਪੂਰੀ ਤਰ੍ਹਾਂ ਸਾਡੇ ਮਨ ਦੇ ਵਿੱਚ ਫੀਡ ਨਹੀਂ ਹੁੰਦੀ। ਤਾਂ ਜਿਹੜੀ ਗੱਲ ਦਿਮਾਗ 'ਚ ਫੀਡ ਨਹੀਂ ਹੁੰਦੀ ਉਹ ਤੁਸੀਂ ਬਹੁਤ ਛੇਤੀ ਭੁੱਲ ਜਾਂਦੇ ਹੋ। ਠੀਕ ਹੈ। ਸੋ ਟਰਾਈ ਟੂ ਇਨਵੋਲਵ ਯੂਅਰ ਸੈਂਸ ਆਰਗਨਸ। ਉੱਚੀ ਉੱਚੀ ਬੋਲ ਬੋਲ ਕੇ ਪੜ੍ਹਨ ਨਾਲ ਤੁਹਾਡੇ ਮੂੰਹ, ਕੰਨ, ਅੱਖਾਂ ਸਾਰੇ ਸੈਂਸ ਆਰਗਨਸ ਇਨਵੋਲਵ ਹੋ ਜਾਂਦੇ, ਔਰ ਬੈਟਰ ਮੈਮੋਰਾਈਜ਼ੇਸ਼ਨ ਹੁੰਦੀ ਹੈ। ਤੁਹਾਡੇ ਦਿਮਾਗ 'ਚੋਂ ਚੀਜ਼ ਕਦੇ ਨਹੀਂ ਭੁੱਲਦੀ ਜਿਹੜੀ ਤੁਸੀਂ ਫੋਕਸ ਕਰਕੇ ਪੜ੍ਹ ਰਹੇ ਹੋ। ਠੀਕ ਹੈ। ਇਸੇ ਕਰਕੇ ਲਾਈਕ PCS ਜਦੋਂ ਮੈਂ ਕਲੀਅਰ ਕੀਤਾ, ਪ੍ਰੀਲਿਮਸ ਦਾ ਮੇਰਾ ਕੋਈ ਮੂਡ ਨਹੀਂ ਸੀ ਪੇਪਰ ਦੇਣ ਦਾ, ਔਰ ਨਾ ਹੀ ਮੈਂ ਕੋਈ ਤਿਆਰੀ ਕੀਤੀ ਸੀਗੀ, ਬਟ ਉਹ ਪੜ੍ਹਿਆ ਹੋਣ ਕਰਕੇ, ਉਹ ਕਰੰਟ ਅਫੇਅਰਸ ਨਾਲ ਮੈਂ ਕਿਉਂਕਿ ਅਪਡੇਟ ਰਹਿੰਦੀ ਸੀ ਅਖਬਾਰ ਪੜ੍ਹਨ ਦੀ, ਮੈਨੂੰ ਅੱਜ ਵੀ ਆਦਤ, ਅੱਜ ਵੀ ਮੈਂ ਸਵੇਰੇ 2 ਘੰਟੇ ਲਾਈਕ ਨਿਊਜ਼ਪੇਪਰ ਤੇ ਰਹਿੰਦੀ, ਸਾਰੀਆਂ ਚੀਜ਼ਾਂ ਪੜ੍ਹਦੀ ਹਾਂ, ਸਾਰਾ ਕੁਛ। ਇਹ ਤਾਂ ਮੈਟਰੀਮੋਨੀਅਲਸ ਵੀ ਹੁਣ ਵੀ ਪੜ੍ਹਦੀ ਹਾਂ, ਮੈਟਰੀਮੋਨੀਅਲਸ, ਬਿਕੋਜ਼ ਉਹਦੇ ਨਾਲ ਤੁਹਾਡੀ ਵੋਕੈਬੂਲਰੀ ਇਨਕਰੀਜ਼ ਹੁੰਦੀ ਹੈ। ਸੋ ਬਚਪਨ ਤੋਂ ਲਾਈਕ ਅਖਬਾਰ ਐਂਡ ਆਲ ਦੈਟ ਪੜ੍ਹ ਰਹੀ ਸੀ। ਅਕੈਡਮਿਕਲੀ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ, ਠੀਕ ਸੀਗਾ, ਔਰ ਆਰਥਿਕ ਤੰਗੀ ਵੀ ਕੋਈ ਖਾਸ ਨਹੀਂ ਸੀ। ਸਾਡੀ ਮਿਡਲ ਕਲਾਸ ਫੈਮਿਲੀ ਠੀਕ ਠਾਕ ਸੀਗੀ। ਸੋ ਪੜ੍ਹਾਈ ਦੇ ਵਿੱਚ ਮਤਲਬ ਕੋਈ ਇੰਨਾ ਸੰਘਰਸ਼ ਨਹੀਂ ਆਇਆ। ਬਟ +2 'ਚ ਜਦੋਂ ਮੈਂ ਹੋਈ, ਮੈਂ ਮੈਡੀਕਲ ਲਿਆ ਸੀ, ਮੈਂ ਡਾਕਟਰ ਬਣਨਾ ਚਾਹੁੰਦੀ ਸੀ। ਸੋ +2 'ਚ ਉਦੋਂ PMT ਦਾ ਐਗਜ਼ਾਮ ਹੁੰਦਾ ਸੀਗਾ, ਪੰਜਾਬੀ ਯੂਨੀਵਰਸਿਟੀ ਨੇ ਐਗਜ਼ਾਮ ਲਿਆ ਸੀ। ਤਾਂ ਮੈਨੂੰ ਇੱਕ ਚਿੱਠੀ ਆਈ ਉਦੋਂ, ਕਿਉਂਕਿ ਫੋਨ ਤੇ ਇੰਨੇ ਹੁੰਦੇ ਨਹੀਂ ਸੀ, ਨੋ ਸੈੱਲ ਫੋਨਸ ਵਰ ਦੇਅਰ। ਚਿੱਠੀ ਆਈ ਸੀ ਕਿ ਕੋਈ ਸਰਟੀਫਿਕੇਟ ਜਮ੍ਹਾਂ ਕਰਾਉਣੇ ਸੀ, ਔਰ ਮੇਰੇ ਮਦਰ ਗਏ ਸਰਟੀਫਿਕੇਟ ਜਮ੍ਹਾਂ ਕਰਾਉਣ। ਤਾਂ ਉੱਥੇ ਇੱਕ ਲੇਡੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਲੱਖ ਰੁਪਇਆ ਦਿਓ ਤਾਂ ਤੁਹਾਡਾ ਕੁੜੀ ਦਾ ਜਿਹੜਾ ਨਾਂ ਹੈ ਉਹ ਮੈਰਿਟ ਵਿੱਚ ਆ ਜਾਏਗਾ। ਮਾਈ ਮਦਰ ਕੇਮ ਬੈਕ ਐਂਡ ਪਾਪਾ ਨਾਲ ਗੱਲ ਕੀਤੀ ਕਿ ਲੱਖ ਰੁਪਇਆ ਮੰਗ ਰਹੇ ਨੇ ਜੀ, ਲੱਖ ਰੁਪਇਆ ਦੇਵਾਂਗੇ ਤਾਂ ਉਹ ਕਹਿੰਦੇ ਮੈਰਿਟ 'ਚ ਨਾਮ ਆ ਜਾਏਗਾ। ਬਟ ਮਾਈ ਫਾਦਰ ਆਊਟ ਰਾਈਟਲੀ ਉਹਨਾਂ ਨੇ ਨੋ ਕਹਿਤਾ, ਕਿਉਂਕਿ ਉਹਨਾਂ ਦੇ ਇਹ ਵੈਲਿਊਜ਼ ਨਹੀਂ ਸੀਗੀਆਂ ਉਹਨਾਂ ਦੀਆਂ। ਇਸੇ ਕਰਕੇ ਉਹਨਾਂ ਨੇ PCS ਜੁਡੀਸ਼ਰੀ 'ਚੋਂ ਤੋਂ ਵੀ ਰਿਜ਼ਾਈਨ ਕਰ ਦਿੱਤਾ ਸੀਗਾ, ਐਂਡ ਹੀ ਵਾਜ਼ ਪ੍ਰੈਕਟਿਸ ਕਰਦੇ ਸੀ ਚੰਡੀਗੜ੍ਹ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ। ਉਹਨਾਂ ਨੇ ਮਨਾ ਕਰ ਦਿੱਤਾ, ਐਂਡ ਜਦੋਂ ਰਿਜ਼ਲਟ ਆਇਆ ਮੇਰਾ ਨੰਬਰ ਬਹੁਤ ਪਿੱਛੇ ਸੀਗਾ। ਆਈ ਕੁਡ ਨਾਟ ਗੈਟ ਐਡਮਿਸ਼ਨ ਇਨ MBBS, ਕਿਉਂਕਿ ਮੇਰਾ ਉਦੋਂ ਮਨ ਸੀਗਾ MBBS ਹੀ ਕਰਨੀ। ਉਦੋਂ BDS ਜਾਂ ਉੱਧਰ ਕੋਈ ਹੈ ਹੀ ਨਹੀਂ ਸੀ ਮੂਡ ਕਿ BA MS ਵੀ ਕਰ ਸਕਦੇ ਆ ਜਾਂ ਕੁਝ ਵੀ। ਦੇਖਿਆ ਹੀ ਨਹੀਂ ਅਸੀਂ ਰਿਜ਼ਲਟ ਉਸ ਤੋਂ ਬਾਅਦ। ਬਟ ਆਈ ਵਾਜ਼ ਅੰਡਰ ਡਿਪਰੈਸ਼ਨ। ਮੈਨੂੰ ਬਹੁਤ ਜ਼ਿਆਦਾ ਦੁੱਖ ਸੀ ਕਿਉਂਕਿ ਮੈਂ ਬਹੁਤ ਮਿਹਨਤ ਕੀਤੀ ਸੀ ਉਦੋਂ, ਬਟ ਉਹ ਨਹੀਂ ਆਇਆ। ਐਂਡ ਦੈਟ ਟਾਈਮ ਮਾਈ ਮਦਰ ਸਪੋਰਟਡ ਮੀ। ਮੇਰੇ ਪੈਰੈਂਟਸ ਨੇ ਬਹੁਤ ਸਪੋਰਟ ਕੀਤਾ। ਮੇਰੇ ਮੰਮੀ ਨੇ ਉਦੋਂ ਕਿਹਾ ਸੀਗਾ ਕਿ ਕੋਈ ਗੱਲ ਨਹੀਂ, ਤੂੰ ਡਾਕਟਰ ਹੀ ਲਾਣਾ ਨਾ ਆਪਣੇ ਨਾਮ ਨਾਲ, ਤਾਂ ਕੋਈ ਗੱਲ ਨਹੀਂ ਆਇਆ ਤਾਂ ਆਪਾਂ PhD ਕਰ ਲਾਂਗੇ, ਇੱਧਰ ਨੂੰ ਤੂੰ ਡਾਕਟਰ ਬਣਨਾ। ਸੋ ਉਹ ਗੱਲ ਮੈਂ ਉਹਨਾਂ ਦੀ ਵਾਕਈ ਯਾਦ ਰੱਖੀ। ਉਸ ਤੋਂ ਬਾਅਦ ਚਲੋ BSc ਕੀਤੀ,
MSc ਕੀਤੀ। ਔਰ ਦੇਖੋ ਬੇਟਾ, ਜਦੋਂ ਤੁਸੀਂ ਇੱਥੇ ਪ੍ਰੋਟੈਕਟਡ এনवायरमेंट 'ਚ ਪੜ੍ਹ ਰਹੇ ਹੋ, ਸਕੂਲ ਹੁੰਦਾ ਹੈ, ਸਕੂਲ ਤੋਂ ਬਾਅਦ ਅਸੀਂ ਕਾਲਜ ਜਾਂਦੇ ਹਾਂ, ਕਾਲਜ ਤੋਂ ਬਾਅਦ ਜਦੋਂ ਯੂਨੀਵਰਸਿਟੀ ਜਾਂਦੇ ਹਾਂ ਤਾਂ ਇੱਕਦਮ ਮਾਹੌਲ ਚੇਂਜ ਹੋ ਜਾਂਦਾ, ਬਹੁਤ ਸਾਰੇ ਚੈਲੰਜਸ ਤੁਹਾਨੂੰ ਆਉਂਦੇ ਨੇ। ਔਰ ਕਈ ਵਾਰੀ ਆਪਾਂ ਉਹਨਾਂ ਚੈਲੰਜਸ ਤੋਂ ਡਰ ਜਾਂਦੇ ਹਾਂ, ਘਬਰਾ ਜਾਂਦੇ ਹਾਂ, ਭੱਜਣਾ ਚਾਹੁੰਦੇ ਹਾਂ। ਇਹੋ ਜਿਹਾ ਸਾਰਿਆਂ ਨਾਲ ਹੁੰਦਾ ਹੈ, ਬਟ ਜਿਹੜਾ ਬੰਦਾ ਉੱਥੇ ਸਟੈਂਡ ਕਰ ਲੈਂਦਾ ਹੈ, ਠੀਕ ਹੈ, ਉਹ ਫਿਰ ਅੱਗੇ ਵੱਧ ਜਾਂਦਾ ਤੇ ਬਾਕੀ ਉੱਥੋਂ ਤੱਕ ਹੀ ਰਹਿ ਜਾਂਦੇ। MSc ਦੇ ਵਿੱਚ ਜਦੋਂ ਫਸਟ ਈਅਰ ਦਾ ਰਿਜ਼ਲਟ ਆਇਆ, ਅਸੀਂ ਰਿਜ਼ਲਟ ਪਤਾ ਕਰਨ ਗਏ, 3 ਥਾਵਾਂ ਤੋਂ ਅਸੀਂ ਰਿਜ਼ਲਟ ਚੈੱਕ ਕੀਤਾ, ਉਦੋਂ ਮੇਰੀ ਪੋਜੀਸ਼ਨ ਫਸਟ ਸੀਗੀ। ਬਹੁਤ ਸਾਰੇ ਖੁਸ਼ ਸੀ, ਸਾਰੇ ਰਿਸ਼ਤੇਦਾਰਾਂ 'ਚ ਮਠਿਆਈ ਮਿੱਠੂ ਵੰਡੀ ਮੇਰੇ ਪਾਪਾ ਨੇ। ਐਂਡ ਜਦੋਂ 15 ਦਿਨਾਂ ਬਾਅਦ ਜਦੋਂ ਕਲਾਸਿਸ ਲੱਗਣੀਆਂ ਸੀਗੀਆਂ ਤਾਂ ਸਾਡੀ ਇੱਕ ਹੋਰ ਕਲਾਸਮੇਟ ਸੀਗੀ, ਉਹਨੂੰ ਸਾਰੇ ਵਧਾਈਆਂ ਦੇ ਰਹੇ ਸੀਗੇ। ਮੈਨੂੰ ਬੜਾ ਅਜੀਬ ਲੱਗਿਆ ਕਿ ਟੌਪ ਤੇ ਮੈਂ ਕੀਤਾ ਹੈ ਫਸਟ ਈਅਰ ਦੇ ਵਿੱਚ, ਤੇ ਇਹਨੂੰ ਕਿਉਂ ਸਾਰੇ ਵਧਾਈਆਂ ਦੇ ਰਹੇ ਤੇ? ਤਾਂ ਨੰਬਰ ਬਹੁਤ ਘੱਟ ਸੀ। ਜਦੋਂ ਅਸੀਂ ਉਸ ਦਿਨ ਰਿਜ਼ਲਟ ਐਡਮਿਨਿਸਟ੍ਰੇਟਿਵ ਬਲਾਕ ਤੋਂ ਰਿਜ਼ਲਟ ਪਤਾ ਕੀਤਾ, ਦੋ ਤਿੰਨ ਥਾਵਾਂ ਤੋਂ ਅਸੀਂ ਉਹ ਦਿਨ ਪਤਾ ਕਰਕੇ ਕਿ ਮੇਰੇ ਨਾਲ ਮੇਰੀ ਫਰੈਂਡ ਵੀ ਸੀ, ਉਹ ਸੈਕਿੰਡ ਆਈ ਸੀਗੀ, ਪਰ ਉਹਨੂੰ ਸਾਰੇ ਵਧਾਈਆਂ ਦੇ ਰਹੇ ਸੀ। ਜਦੋਂ ਮੈਂ ਰਿਜ਼ਲਟ ਪਤਾ ਕੀਤਾ ਤਾਂ ਕਹਿੰਦੇ ਜੀ ਇਹਨੇ ਟੌਪ ਕੀਤਾ। ਮੈਨੂੰ ਇੰਨਾ ਅਗੇਨ ਦੈਟ ਵਾਸ ਅ ਸ਼ੌਕ ਫॉर ਮੀ ਕਿ ਇਹ ਕਿਵੇਂ ਹੋ ਗਿਆ, ਰਿਜ਼ਲਟ ਕਿਵੇਂ ਬਦਲ ਗਿਆ। ਆਫਟਰ ਦੈਟ ਜਦੋਂ ਮੈਂ ਮਤਲਬ ਮਾਈ ਫਾਦਰ ਫਾਊਂਡ ਆਊਟ ਦਾ ਟਰੁਥ ਕਿ ਉਹ ਜਿਹੜੀ ਕੁੜੀ ਸੀਗੀ ਉਹਦੇ ਤਾਇਆ ਜੀ ਰਜਿਸਟਰਾਰ ਸੀਗੇ, ਉਹਨਾਂ ਨੇ ਕੁਝ ਗੜਬੜ ਕਰਾਈ ਸੀ। ਐਂਡ ਪਾਪਾ ਮਿਲੇ ਉੱਥੇ, ਉਹ ਪੰਜਾਬ ਯੂਨੀਵਰਸਿਟੀ 'ਚ ਰਜਿਸਟਰਾਰ ਸੀ, ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਕੋਈ ਐਗਜ਼ਾਮੀਨੇਸ਼ਨ 'ਚ ਕੋਈ ਗੜਬੜ ਸੀਗੀ, ਉਹਦੇ ਨਾਮ ਮਾਰਕਸ 42 ਤੋਂ 72 ਕੁਝ ਕਰ ਦਿੱਤੇ ਸੀਗੇ, 542 ਕੁਝ ਸੀਗਾ ਟੋਟਲ, ਐਗਜ਼ੈਕਟ ਹੁਣ ਮੈਨੂੰ ਯਾਦ ਨਹੀਂ। ਮੇਰੇ ਫਾਦਰ ਸਾਹਿਬ ਉਦੋਂ ਮਿਲੇ ਕੰਟਰੋਲਰ ਆਫ ਐਗਜ਼ਾਮੀਨੇਸ਼ਨਸ ਨੂੰ, ਉਹਨਾਂ ਨੇ ਪੇਪਰ ਚੈੱਕ ਕੀਤੇ ਐਂਡ ਦੇਅਰ ਵਾਸ ਓਵਰ ਰਾਈਟਿੰਗ ਔਨ ਦਾ ਮਾਰਕਸ, ਬਟ ਉਹਨਾਂ ਨੇ ਫਿਰ ਕਿਹਾ ਕਿ ਪਤਾ ਨਹੀਂ ਸਾਡੀ ਕੋਈ ਰੈਪੂਟੇਸ਼ਨ ਦਾ ਸਵਾਲ ਹੈ ਜੀ, ਹੁਣ ਨਾ ਕਰੋ। ਮਾਈ ਫਾਦਰ ਨੇ ਉਹਨਾਂ ਨੂੰ ਥ੍ਰੈਟਨ ਕਿ ਜੇ ਤੁਸੀਂ ਇਹ ਕੀਤਾ ਕਿ ਇੱਕ ਬੱਚੇ ਦੇ ਨਾਲ ਖਿਲਵਾੜ ਕਰ ਰਹੇ ਹੋ, ਮੈਂ ਹਾਈ ਕੋਰਟ ਦੇ ਵਿੱਚ ਜਾਵਾਂਗੀ। ਬਟ ਦੇ ਪ੍ਰੋਮਿਸ ਕਿ ਅਗਲੇ ਸਾਲ ਨਹੀਂ ਐਵੇਂ ਦਾ ਹੋਏਗਾ ਜੀ, ਬਟ ਫਿਰ ਵੀ ਮੈਨੂੰ ਡਰ ਸੀ। ਦੇਖੋ ਉਹਨਾਂ ਨੇ ਕਿੱਥੋਂ ਤੱਕ ਇਨਫਲੂਐਂਸ ਕੀਤਾ। ਅਗਲੇ ਸਾਲ ਜਦੋਂ ਫਾਈਨਲ ਈਅਰ ਦਾ ਪ੍ਰੈਕਟੀਕਲ ਹੋਇਆ, ਪ੍ਰੈਕਟੀਕਲ ਕਿਉਂਕਿ ਜ਼ੂਲੋਜੀ 'ਚ ਕੀਤਾ, ਸਾਡੇ ਕੋਲ ਗ੍ਰਾਸ ਹੌਪਰ ਦੀ ਡਾਇਸੈਕਸ਼ਨ ਸੀਗੀ, ਉਹਦਾ ਉਹ ਡਾਇਸੈਕਸ਼ਨ ਮੈਂ ਸਭ ਤੋਂ ਪਹਿਲਾਂ ਕੀਤੀ, ਸਾਰੀ ਕਲਾਸ ਨੇ ਉਹ ਦਿਖਾਇਆ। ਪਰ ਜਦੋਂ ਮਾਰਕਸ ਲੱਗੇ ਪ੍ਰੈਕਟੀਕਲ ਦੇ, ਕਿਉਂਕਿ ਮੇਰੇ ਨਾਲ ਸਾਡੀ ਕਲਾਸ ਵਿੱਚ ਇੱਕ ਹੋਰ ਕੁੜੀ ਸੀ, ਉਹਦਾ ਨਾਮ ਵੀ ਮਨਦੀਪ ਸੀਗਾ, ਉਹਨੂੰ ਅਸੀਂ ਮੈਂਡੀ ਕਹਿੰਦੇ ਸੀਗੇ, ਮੇਰੇ ਤੇ ਉਹਦੇ ਨੰਬਰ ਸਭ ਤੋਂ ਘੱਟ, ਬਹੁਤ ਹੀ ਘੱਟ ਸੀਗੇ ਪ੍ਰੈਕਟੀਕਲ 'ਚ ਮਾਰਕਸ। ਮੇਰੇ ਕਰਕੇ ਉਹਨੂੰ ਵੀ ਸਫਰ ਕਰਨਾ ਪਿਆ, ਪਰ ਬਾਕੀ ਸਭ ਦੇ ਨੰਬਰ ਜ਼ਿਆਦਾ। ਔਰ ਥਿਉਰੀ ਦੇ ਵਿੱਚ ਮੇਰੀ ਮਿਹਨਤ ਕਰਕੇ ਇੰਨੀ ਸੀ ਕਿ ਥਿਉਰੀ ਨਾਲ ਮੈਂ ਕਵਰ ਕੀਤੇ ਮਾਰਕਸ, ਬਿਕੋਜ਼ ਦੇ ਟਰਾਈਡ देयर ਲੈਵਲ ਬੈਸਟ, ਬਟ ਫਿਰ ਵੀ ਜਿਹੜੀ ਮੇਰੀ ਮਿਹਨਤ ਸੀਗੀ ਉਹਨੇ ਮੈਨੂੰ ਫਲ ਦਿੱਤਾ। ਔਰ ਆਈ ਵਾਸ ਦਾ ਟੌਪਰ ਇਨ ਸੈਕਿੰਡ ਈਅਰ, ਮੈਨੂੰ 골ਡ ਮੈਡਲ ਮਿਲਿਆ ਹੋਣਾ। ਔਰ ਜਦੋਂ ਕਨਵੋਕੇਸ਼ਨ ਹੋ ਰਹੀ ਸੀਗੀ ਔਰ ਮੈਨੂੰ 골ਡ ਮੈਡਲ ਉਦੋਂ ਮਿਲਿਆ, ਉਦੋਂ ਪੇਰੈਂਟਸ ਨੂੰ ਵੀ ਬੁਲਾਇਆ ਜਾਂਦਾ ਸੀ ਕਨਵੋਕੇਸ਼ਨ ਤੇ, ਜਿਹੜੇ 골ਡ ਮੈਡਲਿਸਟ ਬੱਚੇ ਸੀ। ਉਦੋਂ ਮੈਂ ਆਪਣੀ ਪਾਪਾ ਦੀ ਅੱਖਾਂ ਦੇ ਵਿੱਚ, ਕਿਉਂਕਿ ਜਦੋਂ ਸਟੇਜ ਤੋਂ ਲੈ ਰਹੇ ਸੀ ਉਹ ਬਿਲਕੁਲ ਸਾਹਮਣੇ ਬੈਠੇ ਸੀਗੇ, ਉਹਨਾਂ ਦੀ ਅੱਖਾਂ ਵਿੱਚ ਅਥਰੂ ਸੀਗੇ ਔਰ ਬਾਹਰ ਆ ਕੇ ਵੀ ਮਤਲਬ ਵਾਸ ਕ੍ਰਾਈਂਗ। ਉਦੋਂ ਮੈਨੂੰ ਮਹਿਸੂਸ ਹੋਇਆ ਕਿ ਯਾਰ ਪੇਰੈਂਟਸ ਕਿੰਨਾ ਫਖਰ ਮਹਿਸੂਸ ਕਰਦੇ ਨੇ ਜੇ ਉਹਨਾਂ ਦਾ ਬੱਚਾ ਕੁਝ ਅਚੀਵ ਕਰਦਾ। ਔਰ ਉਹ ਮੂਮੈਂਟ ਮੈਂ ਅੱਜ ਤੱਕ ਨਹੀਂ ਭੁੱਲ ਪਾਈ। ਉਹਨਾਂ ਦਾ ਜੋ ਉਹਨਾਂ ਦੇ ਐਕਸਪ੍ਰੈਸ਼ਨ ਸੀਗੇ ਫੇਸ ਦੇ, ਉਹ ਅੱਜ ਵੀ ਮੇਰੇ ਅੱਖਾਂ ਅੱਗੇ ਆਉਂਦੇ ਨੇ। ਔਰ ਮੈਨੂੰ ਇਹ ਇੰਝ ਲੱਗਿਆ ਕਿ ਮੈਂ ਸ਼ਾਇਦ ਆਪਣੇ ਪੈਰੈਂਟਸ ਨੂੰ ਇੱਕ ਖੁਸ਼ੀ ਦੇ ਪਾਈ ਹਾਂ। ਉਸ ਤੋਂ ਬਾਅਦ ਦੇਖੋ ਪਾਪਾ ਨੇ ਮੈਨੂੰ ਸਪੋਰਟ ਕੀਤਾ ਕਿ ਮੈਂ PhD ਕਰਨਾ ਚਾਹੁੰਦੀ ਸੀ, ਕਿਉਂਕਿ ਮੇਰੀ ਮਦਰ ਨੇ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਤੂੰ ਡਾਕਟਰ ਜ਼ਰੂਰ ਲਗਾਉਣਾ ਆਪਣੇ ਨਾਂ ਦੇ ਨਾਲ। ਹਾਲਾਂਕਿ ਸਾਰੇ ਰਿਲੇਟਿਵਸ ਨੇ ਕਿਹਾ ਕਿ PhD ਕਰਨ ਨਾਲ ਜੀ ਉਮਰ ਵੱਡੀ ਹੋ ਜਾਂਦੀ ਹੈ, ਫਲਾਨੀ ਕੁੜੀ ਨੇ PhD ਕੀਤੀ ਸੀ, ਉਹਦਾ ਵਿਆਹ ਨਹੀਂ ਹੋਇਆ, ਉਹਦਾ ਇਹ ਨਹੀਂ ਹੋਇਆ, ਯੂ نو ਆਲ ਥੀਸ ਕਾਈਂਡ ਆਫ ਥਿੰਗਸ, ਕਿ ਵਿਆਹ ਦੇ ਵਿੱਚ ਫਿਰ ਬੜੀਆਂ ਦਿੱਕਤਾਂ ਆਉਂਦੀਆਂ, ਜਿੰਨਾ ਕੁੜੀ ਨੂੰ ਜ਼ਿਆਦਾ ਪੜ੍ਹਾਓਗੇ ਉਹਨੇ ਮੁੰਡੇ ਨਹੀਂ ਪੜ੍ਹੇ ਲਿਖੇ ਮਿਲਦੇ। ਬਟ ਮੇਰੇ ਮੰਮੀ ਕਿਉਂਕਿ ਇਨਫਲੂਐਂਸ ਹੋ ਜਾਂਦੇ ਛੇਤੀ ਵੀ, ਨਹੀਂ ਆਪਾਂ ਵਿਆਹ ਕਰਦੀ, ਹੁਣ MSc ਕਰ ਲਈ ਬਹੁਤ ਹੈ, ਇਹ ਹੈ। ਬਟ ਮੇਰੇ ਪਾਪਾ ਨੇ ਉਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਨਹੀਂ, ਜੇ ਪੜ੍ਹਨਾ ਚਾਹੁੰਦੀ ਇਹਨੂੰ ਪੜ੍ਹਨ ਦੀ ਹੈ, ਵਿਆਹ ਤੇ ਹੋ ਹੀ ਜਾਣਾ, ਵਿਆਹ ਇਜ਼ ਨਾਟ ਅ ਥਿੰਗ ਕਿ ਜਿਹੜੀ ਨਾ ਹੋਏਗੀ, ਵੀ ਕੋਈ ਐਡੀ ਪ੍ਰੋਬਲਮ ਨਹੀਂ। ਜੇ ਉਸ ਮੌਕੇ ਤੇ ਉਹ ਮੈਨੂੰ ਸਪੋਰਟ ਨਾ ਕਰਦੇ ਤਾਂ ਸ਼ਾਇਦ ਮੈਂ ਇੱਥੋਂ ਤੱਕ ਨਾ ਪਹੁੰਚ ਪਾਉਂਦੀ, ਸ਼ਾਇਦ ਮੈਂ PhD ਨਾ ਕਰ ਸਕਦੀ। ਬਟ ਬਿਕੋਜ਼ ਆਫ देयर ਸਪੋਰਟ, ਹਾਲਾਂਕਿ ਉਦੋਂ ਫੈਲੋਸ਼ਿਪਸ ਵਗੈਰਾ ਵੀ ਇੰਨੀਆਂ ਨਹੀਂ ਸੀਗੀਆਂ, ਪ੍ਰਾਈਵੇਟ ਖਰਚੇ ਤੇ ਅਸੀਂ PhD ਕੀਤੀ। ਐਂਡ ਇਟ ਇਜ਼ ਲੌਂਗ ਸਟੋਰੀ, ਮਤਲਬ ਇੰਝ ਜੇ ਮੈਂ ਤੁਹਾਨੂੰ ਆਪਣੀ ਸਟਰਗਲ ਦੀਆਂ ਸਟੋਰੀਜ਼ ਸੁਣਾਵਾਂ ਦੈਨ ਇਟ ਇਜ਼ ਦੇਅਰ ਕਿ ਬਹੁਤ ਸਾਰਾ ਟਾਈਮ ਚਾਹੀਦਾ। ਮੈਨੂੰ ਲੱਗਦਾ ਤੁਸੀਂ ਕਿਉਂਕਿ ਡਾਂਸ ਕਰਨਾ ਬੋਰ ਤੇ ਨਹੀਂ ਹੋ ਰਹੇ, ਚਲੋ ਥੋੜਾ ਜਿਹਾ ਮੈਂ ਫਿਰ ਵੀ ਸਾਂਝਾ ਕਰਾਂਗੀ। ਸਾਡਾ ਜਿਹੜਾ ਟੌਪਿਕ ਸੀ PhD ਦਾ,
that was on entomology ਜਿਹੜੀ ਕੀੜਿਆਂ ਦੀ ਸਟੱਡੀ ਹੁੰਦੀ, ਸਟੱਡੀ ਆਫ ਇਨਸੈਕਟਸ, ਬਾਇਓ ਵਾਲੇ ਬੱਚਿਆਂ ਨੂੰ ਪਤਾ ਹੋਣਾ। ਉਹਦੇ 'ਚ ਇੱਕ ਆਰਡਰ ਹੁੰਦਾ ਟ੍ਰਾਈਕੋਪਟਰਾ, ਕੈਡਿਸ ਫਲਾਈਜ਼ ਦਾ। ਕੈਡਿਸ ਫਲਾਈਜ਼ ਦੀ ਇੰਡੀਆ ਦੇ ਵਿੱਚ ਕਿਸੇ ਨੇ ਵੀ ਸਟੱਡੀ ਨਹੀਂ ਕੀਤੀ, ਔਰ ਅੱਜ ਹਲੇ ਵੀ ਨਹੀਂ ਕੀਤੀ, ਉਦੋਂ ਵੀ ਨਹੀਂ ਕੀਤੀ ਸੀਗੀ। ਉਹ ਟੌਪਿਕ ਸਾਨੂੰ ਸਾਡੇ ਸਰ ਨੇ, ਜਿਹੜੇ ਮੇਰੇ ਗਾਈਡ ਸੀਗੇ, ਉਹ ਵੀ ਬੜੇ ਅਸੂਲੀ ਤੇ ਸਖਤ ਬੰਦੇ ਸੀਗੇ, ਉਹਨਾਂ ਨੇ ਉਹ ਟੌਪਿਕ ਸਾਨੂੰ ਚੁਣ ਕੇ ਦਿੱਤੇ। ਕਿਉਂਕਿ ਉਦੋਂ ਜੋ ਸੀਗਾ ਨੈਚੁਰਲ ਹਿਸਟਰੀ ਸੁਸਾਇਟੀ ਮਿਊਜ਼ੀਅਮ ਹੈ ਲੰਡਨ ਦੇ ਵਿੱਚ, ਉੱਥੇ ਕਿਊਰੇਟਰ ਦੀ ਪੋਸਟ ਖਾਲੀ ਸੀ ਕੈਡਿਸ ਫਲਾਈਜ਼ ਵਾਸਤੇ। ਉਹਨਾਂ ਨੂੰ ਸਪੈਸੀਫਿਕਲੀ ਸਾਇੰਟਿਸਟ ਚਾਹੀਦੇ ਸੀਗੇ, ਹਾਲਾਂਕਿ ਅਸੀਂ ਉੱਥੇ ਗਏ ਨਹੀਂ, ਬਟ ਉਹ ਟੌਪਿਕ ਉਹਨਾਂ ਨੇ ਉਹ ਧਿਆਨ ਵਿੱਚ ਰੱਖ ਕੇ ਸਾਡੇ ਤੋਂ ਕਰਵਾਇਆ, ਬਿਕੋਜ਼ ਉਹਨਾਂ ਨੇ ਦੇਖਿਆ ਸੀਗਾ ਕਿ ਅਸੀਂ ਉਹ ਕਰ ਸਕਦੇ। ਔਰ ਸਾਰਾ ਇੰਡੀਅਨ ਹਿਮਾਲਿਆ ਤੇ ਪਾਇਆ ਜਾਂਦਾ ਇਨਸੈਕਟ, ਔਰ ਉਹ ਇਨਸੈਕਟ ਆਉਂਦਾ ਕਿਹੜੇ ਵੇਲੇ? ਰਾਤ ਵੇਲੇ। ਰਾਤੀ 10 ਤੋਂ ਲੈ ਕੇ 1:30 ਵਜੇ ਤੱਕ ਲਾਈਟ ਦਾ ਅਸੀਂ ਟਰੈਪ ਲਗਾਉਂਦੇ ਸੀ, ਉਸ ਲਾਈਟ ਤੇ ਉਹ ਕੀੜੇ ਆਉਂਦੇ ਸੀ। ਉਹ ਕੀੜਿਆਂ ਨੂੰ ਇਕੱਠੇ ਕਰਦੇ ਸੀ, ਸਾਰਾ ਦਿਨ ਅਸੀਂ ਉਹਨਾਂ ਨੂੰ ਪ੍ਰੋਸੈਸਿੰਗ ਵਗੈਰਾ ਕਰਦੇ, ਸਟ੍ਰੈਚਿੰਗ ਕਰਦੇ, ਪ੍ਰੀਜ਼ਰਵ ਕਰਦੇ, ਔਰ ਫਿਰ ਅਗਲੀ ਰਾਤ ਫਿਰ ਕਲੈਕਸ਼ਨ ਕਰਦੇ। ਇੱਕ ਵਾਰੀ ਮੇਰੇ ਮੰਮੀ ਗਏ ਮੇਰੇ ਨਾਲ, ਉਦੋਂ ਨੈਨੀਤਾਲ ਦੇ ਪਹਾੜਾਂ 'ਚ ਅਸੀਂ ਗਏ ਸੀਗੇ। ਉਦੋਂ ਜਿਹੜਾ ਹੈਗਾ, ਕਿਉਂਕਿ ਇਹ ਜਿਹੜਾ ਇਨਸੈਕਟ ਹੈ ਇਹ ਆਬਾਦੀ ਦੇ ਨੇੜੇ ਨਹੀਂ ਹੁੰਦਾ, ਜਿੱਥੇ ਆਬਾਦੀ ਨਹੀਂ ਹੈਗੀ ਉੱਥੇ ਇਹ ਇਨਸੈਕਟ ਪਾਇਆ ਜਾਂਦਾ, ਜਿੱਥੇ ਪਾਣੀ ਹੈ ਨੀਅਰ ਦੀ ਵੈਜੀਟੇਸ਼ਨ, ਉੱਥੇ ਹੀ ਇਹ ਕਲੈਕਟ ਕਰ ਸਕਦੇ ਆ। ਸੋ ਅਸੀਂ ਰਾਤ ਨੂੰ ਜੰਗਲ 'ਚ ਜਾਂਦੇ ਸੀ, ਕੋਈ ਵੀ ਘਰ ਟਾਵਾ ਹੁੰਦਾ ਸੀ, ਉੱਥੋਂ ਤਾਰ ਦੇ ਕਨੈਕਸ਼ਨ ਲੈਣੇ, ਔਰ ਉੱਥੋਂ ਅਸੀਂ ਜਾ ਕੇ ਉੱਥੇ ਚਾਦਰ ਟੰਗਣੀ, ਬਲਬ ਟੰਗਣੇ, ਲਾਈਟ ਕਰਨੀ, ਤਾਂ ਕਿ ਉੱਥੇ ਇਨਸੈਕਟ ਅਟਰੈਕਟ ਹੋ ਕੇ ਆਉਣ। ਇੱਕ ਵਾਰੀ ਮੇਰੇ ਮੰਮੀ ਚਲੇ ਗਏ, ਪਹਿਲਾਂ ਤਾਂ ਸਾਨੂੰ ਡਰ ਹੀ ਨਹੀਂ ਸੀ ਲੱਗਿਆ ਕਦੇ ਕਿ ਅਸੀਂ ਰਾਤੀ 10 ਤੋਂ ਲੈ ਕੇ 1:30 ਵਜੇ ਤੱਕ ਕਲੈਕਸ਼ਨ ਕਰਦੇ, ਇਕੱਲੇ ਹੀ ਚਲੇ ਜਾਂਦੇ ਸੀ, ਮੈਂ ਤੇ ਮੇਰੀ ਫਰੈਂਡ ਸੀਗੀ, ਦੋਨਾਂ ਕੋਲ ਸਾਡੇ ਕੋਲ ਕੈਡਿਸ ਫਲਾਈਜ਼ ਦਾ ਟੌਪਿਕ ਸੀਗਾ। ਮੰਮੀ ਜਦੋਂ ਕੋਈ ਮੰਮੀ ਨੂੰ ਇੰਝ ਡਰ ਲੱਗੇ ਵੀ ਜੰਗਲ 'ਚ ਲਾਈਟ ਜਗਾਈ ਆ, ਕੋਈ ਸ਼ੇਰ ਆ ਜਾਏਗਾ, ਕੋਈ ਕੁਛ ਹੋ ਜਾਏਗਾ, ਬਾਅਦ 'ਚ ਫਿਰ ਸਾਨੂੰ ਵੀ ਡਰ ਲੱਗਣਾ ਸ਼ੁਰੂ ਹੋਇਆ। ਪਹਿਲਾਂ ਤੱਕ ਡਰ ਨਹੀਂ ਸੀ ਲੱਗਦਾ, ਇਹ ਡਰ ਦਾ ਅਹਿਸਾਸ ਮੇਰੀ ਮਦਰ ਨੇ ਹੀ ਕਰਾਇਆ ਮੈਨੂੰ ਕਿ ਇੱਥੇ ਕੁਛ ਵੀ ਹੋ ਸਕਦਾ ਹੈ। ਬਾਰ-ਬਾਰ ਕਰੀ ਜਾ ਰਹੀ। ਸੋ ਆਉਂਦੇ ਸਾਰ ਮੰਮੀ ਸਰ ਨਾਲ ਲੜ ਪਏ ਕਿ ਤੁਸੀਂ ਕੁੜੀਆਂ ਨੂੰ ਕੀ ਟੌਪਿਕ ਲੈ ਕੇ ਦਿੱਤਾ ਹੈ, ਰਾਤ ਨੂੰ ਕਲੈਕਸ਼ਨ ਕਰਦੀ ਹੋ ਤੇ ਕੁਝ ਹੋ ਗਿਆ, ਕੌਣ ਜ਼ਿੰਮੇਵਾਰ ਹੈ? ਉਦੋਂ ਸਰ ਨੇ ਕਿਹਾ ਸੀ ਕਿ ਨਹੀਂ, ਇਹ ਕੁੜੀਆਂ ਨਹੀਂ ਹੈਗੀਆਂ, ਸ਼ੇਰਨੀਆਂ ਨੇ, ਮੈਂ ਤਾਂ ਇਹਨਾਂ ਨੂੰ ਇਹ ਟੌਪਿਕ ਦਿੱਤਾ। ਇੰਝ ਦੇ ਫਿਰ ਦਿਨ ਵਾਲੇ ਸਰਵੇ ਕਰਾ ਲਓ, ਡਾਇਬਟੀਜ਼ ਦਾ ਕਰ ਲਓ, ਕੁਝ ਬਹੁਤ ਸਾਰੇ ਟੌਪਿਕ ਸੀ ਜਿਹੜੇ ਅਸੀਂ ਈਜ਼ੀਲੀ ਕਰ ਸਕਦੇ ਸੀ, ਪਰ ਉਹਨਾਂ ਨੇ ਸ਼ਾਇਦ ਕੁਝ ਕੈਪੇਬਿਲਿਟੀ ਦੇਖੀ ਤੇ ਸਾਨੂੰ ਚੁਣ ਕੇ ਦਿੱਤਾ। ਉਸ ਤੋਂ ਬਾਅਦ ਸਰ ਨੇ ਇੱਕ ਮੁੰਡਾ ਭੇਜਣਾ ਸ਼ੁਰੂ ਕਰਤਾ ਸਾਡੇ ਨਾਲ ਜਦੋਂ ਅਸੀਂ ਕਲੈਕਸ਼ਨ ਕਰਨ ਜਾਂਦੇ ਸੀ, ਪਰ ਸਾਨੂੰ ਉਹਦੀ ਰੱਖਿਆ ਕਰਨੀ ਪੈਂਦੀ ਸੀ, ਉਹ ਇੰਨਾ ਡਰਪੋਕ ਸੀਗਾ। ਔਰ ਸਰ ਕਹਿੰਦੇ ਸੀ ਇਹ ਤਾਂ ਕੰਨ 'ਚ ਪਾਇਆ ਨਹੀਂ ਰੜਕਦਾ। ਸੋ ਸਾਨੂੰ ਉਹਨੂੰ ਨਾਲ ਲੈ ਕੇ ਜਾਣਾ ਪਿਆ, ਜਸਟ ਟੂ ਸ਼ੋ ਕਿ ਹਾਂ ਸਾਡੇ ਨਾਲ ਕੋਈ ਮੇਲ ਮੈਂਬਰ ਹੈਗਾ ਔਰ ਅਸੀਂ ਪ੍ਰੋਟੈਕਟਿਡ ਫੀਲ ਕਰੀਏ ਜਸਟ ਇਨ ਦੀ ਆਈਜ਼ ਆਫ ਦੀ ਅਦਰ ਪੀਪਲ, ਬਟ ਅਸਲੀਅਤ ਕੁਝ ਹੋਰ ਸੀਗੀ। ਸੋ ਉਸ ਤੋਂ ਬਾਅਦ ਕਿਉਂਕਿ ਮੇਰੀ ਆਦਤ ਸੀਗੀ ਹਰ ਗਲਤ ਕੰਮ ਪਿੱਛੇ ਬੋਲਣਾ ਯੂਨੀਵਰਸਿਟੀ ਦੇ ਵਿੱਚ, ਕਿਉਂਕਿ ਸਾਡੇ ਕਲਾਸ ਦੇ ਵਿੱਚ ਕੁਛ ਨਾ ਕੁਛ ਫੇਵਰੇਟਿਜ਼ਮ ਹੁੰਦਾ ਰਹਿੰਦਾ। ਸੋ ਸਾਰੇ ਜਿਹੜੇ ਇੱਕ ਫਿਰ ਅਸੀਂ ਟੌਪਿਕ ਜਿਹੜਾ ਸਾਡੇ ਸਰ ਸੀਗੇ ਸੁੱਖ ਨਾਲ, ਉਹਨਾਂ ਦੀ ਕਿਸੇ ਨਾਲ ਨਹੀਂ ਸੀ ਬਣਦੀ, ਤਾਂ ਬਾਕੀ ਸਾਰੇ ਟੀਚਰਸ ਇੱਕ ਪਾਸੇ ਸੀ, ਉਹਨਾਂ ਦੀ ਰਿਸਰਚ ਇੱਕ ਪਾਸੇ ਸੀ, ਉਹ ਬਿਲਕੁਲ ਅਸੂਲ ਦੇ ਪੱਕੇ ਸੀਗੇ। ਜਦੋਂ ਸਾਡੀ ਫਾਈਨਲ ਪ੍ਰੈਜੈਂਟੇਸ਼ਨ ਸੀਗੀ, ਪਹਿਲਾਂ ਤਾਂ ਮੈਨੂੰ ਇੱਕ ਯਾਦ ਹੈ ਕਿ ਜਦੋਂ ਮੈਂ ਇਹ ਟੌਪਿਕ ਸ਼ੁਰੂ ਕੀਤਾ, ਸਾਡੇ ਇੱਕ ਪ੍ਰੋਫੈਸਰ ਸੀਗੇ, ਜਦੋਂ ਅਸੀਂ ਪ੍ਰੈਜੈਂਟੇਸ਼ਨ ਦਿੰਦੇ ਹਾਂ ਆਪਣੇ ਸੈਮੀਨਾਰ ਦੀ ਕਿ ਮੈਂ ਆਹ ਟੌਪਿਕ ਤੇ ਰਿਸਰਚ ਕਰਨੀ ਹੈ, ਆਹ ਕੁਛ ਮੈਂ ਕਰਾਂਗੀ, ਜੋ ਵੀ ਫਾਈਂਡਿੰਗਸ ਹੈ, ਉਹਨਾਂ ਨੇ ਮੈਨੂੰ ਪਤਾ ਕੀ ਸਵਾਲ ਪੁੱਛਿਆ ਸੀ, ਕੁੜੀਏ ਮੈਨੂੰ ਇੱਕ ਗੱਲ ਦੱਸ। ਮੈਂ ਕਿਹਾ ਹਾਂਜੀ ਸਰ। ਤੂੰ ਹਿਮਾਲਿਆ ਤੇ ਚੜ੍ਹ ਲਏਂਗੀ? ਇਹ ਪੁੱਛਿਆ ਸੀ। ਹਿਮਾਲਿਆ ਤੇ ਚੜ੍ਹ ਲਏਂਗੀ ਮਤਲਬ ਉਦੋਂ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਵੀ ਕਿਸ ਤਰੀਕੇ ਨਾਲ ਮੈਨੂੰ ਟੌਂਟ ਮਾਰਿਆ ਸੀ ਉਹਨਾਂ ਨੇ ਕਿ ਤੂੰ ਹਿਮਾਲਿਆ ਤੇ ਚੜ੍ਹ ਲਏਂਗੀ। ਮੈਂ ਉਹਨਾਂ ਨੂੰ ਮਤਲਬ ਪ੍ਰੂਵ ਕਰਕੇ ਦਿੱਤਾ ਕਿ ਯੈਸ, ਹਿਮਾਲਿਆ ਤੇ ਚੜ੍ਹਨਾ ਔਰ ਇਸ ਰਾਤ ਨੂੰ ਕੰਮ ਕਰਨਾ ਕੁੜੀਆਂ ਲਈ ਕੋਈ ਚੈਲੰਜ ਨਹੀਂ ਗਾ, ਕੋਈ ਪ੍ਰੋਬਲਮ ਨਹੀਂ ਗੀ, ਕੁੜੀਆਂ ਸਭ ਕੁਝ ਕਰ ਸਕਦੀਆਂ ਨੇ। ਬਟ ਉਹਨਾਂ ਦੇ ਮਨ ਦਾ ਇਹ ਸਵਾਲ ਸੀ। ਔਰ ਜਿੱਦਣ ਫਾਈਨਲ ਪ੍ਰੈਜੈਂਟੇਸ਼ਨ ਸੀ, ਜਦੋਂ ਅਸੀਂ ਆਪਣੀ ਸਾਰੀ ਪ੍ਰੈਜੈਂਟੇਸ਼ਨ ਦਿੱਤੀ ਫਾਈਨਲ ਸੈਮੀਨਾਰ ਕਿ ਸਾਡੀ ਜਿਹੜੀ ਡਿਗਰੀ ਹੈ ਕੰਪਲੀਟ ਹੋ ਗਈ, ਅਸੀਂ ਆਪਣਾ ਰਿਸਰਚ ਜੋ ਕਰਨੀ ਸੀ ਕਰ ਲਈ। ਤੁਸੀਂ ਯਕੀਨ ਮੰਨੋਗੇ ਉਹ ਸੈਮੀਨਾਰ ਸ਼ੁਰੂ ਹੋਇਆ 9 ਵਜੇ ਔਰ ਰਾਤੀ 7:30 ਵਜੇ ਤੱਕ ਚੱਲਿਆ ਔਰ ਲੜਾਈ ਤੇ ਜਾ ਕੇ ਖਤਮ ਹੋਇਆ। ਕਿਉਂਕਿ ਸਾਡੇ ਸਰ ਨੇ, ਕਿਉਂਕਿ ਜਦੋਂ ਵੀ ਕੋਈ ਪ੍ਰੈਜੈਂਟੇਸ਼ਨ ਦਿੰਦਾ ਸੀ ਕੋਈ ਵੀ, ਤਾਂ ਉਹਨਾਂ ਦੀ ਗਾਈਡ ਉਹਨਾਂ ਦੀ ਹੈਲਪ ਕਰਦੇ ਸੀ, ਪਰ ਸਾਡੇ ਸਰ ਨੇ ਕਿਹਾ ਸੀ ਜੇ ਮੇਰੇ ਵੱਲ ਝਾਕੀਆ ਤਾਂ ਮੈਂ ਗਿੱਟੇ ਤੇ ਮਾਰੂੰਗਾ। ਆਪਣੇ ਆਪ ਬੋਲਣਾ ਉੱਥੇ ਜਾ ਕੇ, ਜੋ ਤੁਸੀਂ ਕੰਮ ਕੀਤਾ ਉਹ ਦੱਸਣਾ, ਕੋਈ ਵੀ ਸਵਾਲ ਹੈ ਤੁਸੀਂ ਕੈਪੇਬਲ ਹੋਣੇ ਚਾਹੀਦੇ ਹੋ ਕਿ ਉਹਦਾ ਜਵਾਬ ਦੇ ਪਾਓ। ਔਰ ਮੈਂ ਉਦੋਂ ਸਾਨੂੰ ਲੱਗਦਾ ਸੀ ਕਿ ਕਿਉਂ ਇਹ ਇੰਜ ਕਰਦੇ ਪਏ ਨੇ, ਵੀ ਇਹ ਕਿਉਂ ਨਹੀਂ ਸਾਡੀ ਹੈਲਪ ਕਰਦੇ ਜਦੋਂ ਬਾਕੀ ਟੀਚਰਸ ਕਰਦੇ ਪਏ ਨੇ। ਬਟ ਅੱਜ ਮੈਂ ਉਹਨਾਂ ਦੀ ਇਸ ਗੱਲ ਦਾ ਮਤਲਬ ਉਹਨਾਂ ਦੀ ਰਿਣੀ ਆ ਕਿ ਉਹਨਾਂ ਨੇ ਸਾਨੂੰ ਇਸ ਕਾਬਲ ਬਣਾਇਆ ਕਿ ਅਸੀਂ ਇੱਥੇ ਖੜੇ ਹੋ ਕੇ ਬੋਲ ਸਕੇਗੇ। ਇਸੇ ਕਰਕੇ, ਕਿਉਂਕਿ ਉਹਨਾਂ ਨੇ ਕਿਹਾ ਸੀ ਜੇ ਮੇਰੇ ਵੱਲ ਝਾਕੀਆਂ ਤਾਂ ਮੈਂ ਗਿੱਟੇ ਉੱਥੇ ਹੀ ਭੰਨੂੰਗਾ।
ਦਿਸ ਵਾਸ ਦ ਵਰਡਸ ਲਿਟਰਲੀ ਹੀ ਸੈਡ ਦਿਸ ਇਨ ਯੂਨੀਵਰਸਿਟੀ। ਤਾਂ ਅਸੀਂ ਅਖੀਰ ਤੇ ਜਾ ਕੇ ਜਦੋਂ ਹਟੇ ਹੀ ਨਾ ਫਾਲਤੂ ਦੇ ਕੁਐਸਚਨਿੰਗ ਫਾਲਤੂ ਦੇ, ਔਰ ਅਸੀਂ ਜਵਾਬ ਦੇ ਹੀ ਗਏ ਬਟ ਦੇ ਵਰ ਨਾਟ ਸੈਟਿਸਫਾਈਡ ਜਿਹੜੀ ਉਹ ਕਮੇਟੀ ਬੈਠੀ ਸੀ, ਕਿਉਂਕਿ ਉਹਦੇ 'ਚ ਜਿਹੜੇ ਟੀਚਰ ਸੀਗੇ ਉਹ ਸਾਡੇ ਸਰ ਦੇ ਵੀ ਖਿਲਾਫ ਸੀਗੇ, ਵਾਟ ਐਵਰ ਵਰ ਦ ਰੀਜ਼ਨਸ। ਅਖੀਰ ਤੇ ਸਰ ਨੇ ਉਹਨੂੰ ਗਲੋਂ ਫੜ ਲਿਆ ਕਿ ਉਹ ਮੈਨ ਵਾਟ ਡੂ ਯੂ ਨੋ ਅਬਾਊਟ ਕੈਡਿਸ ਫਲਾਈਜ਼, ਜਿਹੜਾ ਇਸ ਕੁੜੀ ਨੂੰ ਇਹਨੇ ਸਵਾਲ ਪੁੱਛ ਰਿਹਾ ਵੀ ਉਹਨੇ ਇੱਕ ਤਾਂ ਇੰਨੀ ਮਿਹਨਤ ਨਾਲ ਕੀਤੀ। ਐਂਡ ਆਫ ਦੈਟ ਮਤਲਬ ਉਹਦੇ ਤੇ ਖਤਮ ਹੋਇਆ ਸਾਡਾ ਸੈਮੀਨਾਰ। ਔਰ ਉਸ ਤੋਂ 2 ਮਹੀਨੇ ਬਾਅਦ ਥੀਸਿਸ ਸਬਮਿਟ ਕਰਨਾ ਹੁੰਦਾ, ਅਸੀਂ ਦਿਨ ਰਾਤ ਮਿਹਨਤ ਕਰਕੇ ਥੀਸਿਸ ਬਣਾਇਆ ਆਪਣਾ। ਔਰ ਦੇਖੋ ਬੇਟਾ ਮਿਹਨਤ ਇੰਨੀ ਸੀਗੀ ਕਿ ਅਸੀਂ ਸਵੇਰੇ 6:30 ਵਜੇ ਲੈਬ 'ਚ ਜਾਂਦੇ ਸੀ ਔਰ ਰਾਤੀ 8-9 ਵਜੇ ਅਸੀਂ ਲੈਬ 'ਚੋਂ ਨਿਕਲਦੇ ਸੀਗੇ ਹੋਸਟਲ ਜਾਣ ਲਈ। ਪੈਦਲ ਜਾਂਦੇ ਸੀ ਉਦੋਂ ਹੋਸਟਲ ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਕਿਉਂਕਿ ਬੱਸਿਸ ਵਗੈਰਾ ਉਸ ਵੇਲੇ ਨਹੀਂ ਸੀ ਹੁੰਦੀਆਂ, ਕੁਝ ਵੀ ਨਹੀਂ, ਸਾਰਾ ਸੁਨਸਾਨ ਹੋ ਜਾਂਦੀ ਸੀ। ਸਿਰਫ ਅਸੀਂ ਦੋਨੋਂ ਕੁੜੀਆਂ ਸੀ ਲੈਬ 'ਚ, ਇੱਕ ਸਾਡੇ ਨਾਲ ਵਾਲੀ ਲੈਬ 'ਚ ਕੰਮ ਚੱਲਦਾ ਸੀ, ਉਹ ਵੀ ਸਾਡਾ ਕਲਾਸਮੇਟ ਸੀਗਾ, ਉਹ ਕੰਮ ਕਰਦਾ ਸੀ। 3 ਜਣੇ ਰਾਤ ਤੱਕ ਡਿਪਾਰਟਮੈਂਟ 'ਚ ਕੰਮ ਕਰਦੇ ਰਿਸਰਚ ਦਾ। ਔਰ ਉਦੋਂ ਮਤਲਬ ਇੰਨਾ ਡਰ ਵੀ ਸੀ ਕਿ ਘੁੰਗਰੂ ਜੇ ਖੜਕਣ ਲੱਗ ਜਾਂਦੇ ਸੀ, ਕਿਸੇ ਨੇ ਸਾਨੂੰ ਡਰਾਇਆ ਵੀ ਸੀਗਾ ਕਿ ਇੱਥੇ ਭੂਤ ਆਉਂਦਾ ਜ਼ੂਲੌਜੀ ਡਿਪਾਰਟਮੈਂਟ 'ਚ ਐਂਡ ਆਲ ਦੈਟ। ਮਤਲਬ ਇੰਨੇ ਡਰ ਦੇ ਬਾਵਜੂਦ ਅਸੀਂ ਉਹ ਹੌਸਲਾ ਰੱਖ ਕੇ ਉਹ ਕੰਮ ਕਰਦੇ ਗਏ। ਔਰ ਜਿੱਦਣ ਸਬਮਿਟ ਕਰਨਾ ਸੀ ਥੀਸਿਸ, ਕਿਉਂਕਿ ਜਿਹੜੇ HOD ਸੀ ਹੈਡ ਆਫ ਦਾ ਡਿਪਾਰਟਮੈਂਟ, ਉਹਦੇ ਕੋਲੇ ਥੀਸਿਸ ਸਬਮਿਟ ਕਰਨਾ ਹੁੰਦਾ, ਉਹਨਾਂ ਕੋਲ ਕਰਨਾ ਹੁੰਦਾ। ਅਸੀਂ ਸਵੇਰੇ 11 ਵਜੇ ਜਦੋਂ ਆਪਣੀ ਥੀਸਿਸ ਦੀਆਂ 5 ਕਾਪੀਜ਼ ਲੈ ਕੇ ਗਏ, ਉਹਨਾਂ ਨੇ ਮਨਾ ਕਰ ਦਿੱਤਾ ਕਿ ਮੈਂ ਨਹੀਂ ਲੈਣਾ ਤੁਹਾਡਾ ਥੀਸਿਸ। ਅਸੀਂ ਸਰ ਕੋਲ ਗਏ ਕਿ ਉਹਨਾਂ ਨੇ ਮਨਾ ਕਰਦਾ। ਸਰ ਕਹਿੰਦੇ ਕਿ ਵੇਟ ਕਰੋ, 5 ਵਜੇ ਤੱਕ ਟਾਈਮ ਹੈ ਯੂਨੀਵਰਸਿਟੀ ਦਾ, ਵੇਟ ਕਰੋ। ਅਸੀਂ ਉਹਨਾਂ ਦੇ ਦਰਵਾਜ਼ੇ ਦੇ ਬਾਹਰ ਬੈਂਚ ਜਿਹਾ ਸੀਗਾ, ਉੱਥੇ ਬੈਠੇ ਰਹੇ ਪੌਣੇ 5 ਵਜੇ ਤੱਕ। ਅਸੀਂ ਫਿਰ ਸਰ ਨੂੰ ਪੁੱਛਿਆ ਕਿ ਸਰ ਸਾਡਾ ਪਲੀਜ਼ ਥੀਸਿਸ ਲੈ ਲਓ, ਸਾਡਾ ਸਾਰਾ ਕਰੀਅਰ ਦਾ ਸਵਾਲ ਹੈ, 6 ਸਾਲ ਅਸੀਂ PhD ਤੇ ਲਾਏ ਨੇ, ਬਟ ਹੀ ਰਿਫਿਊਜ਼ਡ। ਔਰ ਫਿਰ ਸਾਡੇ ਸਰ ਕਹਿੰਦੇ ਕਿ ਤੁਸੀਂ ਵਾਈਸ ਚਾਂਸਲਰ ਕੋਲ ਚਲੇ ਜਾਓ। ਅਸੀਂ ਫਿਰ ਵਾਈਸ ਚਾਂਸਲਰ ਦੇ ਆਫਿਸ ਜਾ ਕੇ ਪੌਣੇ 5 ਵਜੇ ਅਸੀਂ ਦਰਖਾਸਤ ਦਿੱਤੀ ਕਿ ਅੱਜ ਸਾਡੀ ਲਾਸਟ ਡੇਟ ਹੈ ਥੀਸਿਸ ਸਬਮਿਟ ਕਰਨ ਦੀ ਔਰ ਅਸੀਂ ਥੀਸਿਸ ਸਬਮਿਟ ਕਰਨਾ ਚਾਹੁੰਦੇ। ਵਾਈਸ ਚਾਂਸਲਰ ਹੈ ਨਹੀਂ ਸੀਗੇ, ਕਹਿੰਦੇ ਮੀਟਿੰਗ ਤੇ ਗਏ ਨੇ ਐਂਡ ਵਾਪਸ ਆਉਣਗੇ ਜਲਦੀ। ਅਸੀਂ ਉਹਨਾਂ ਦੇ ਦਫ਼ਤਰ ਦੇ ਬਾਹਰ ਬੈਠੇ ਰਹੇ, ਪੌਣੇ 9 ਵਜੇ ਉਦੋਂ ਵਾਈਸ ਚਾਂਸਲਰ ਆਏ ਔਰ ਉਹਨਾਂ ਨੇ ਜਦੋਂ ਸਾਨੂੰ ਬੈਠਿਆ ਦੇਖਿਆ ਤਾਂ ਕਹਿੰਦੇ ਕੁੜੀਆਂ ਕਿਉਂ ਬੈਠੀਆਂ ਨੇ ਬਾਹਰ। ਸੋ ਅਸੀਂ ਅੰਦਰ ਬੁਲਾਇਆ ਉਹਨਾਂ ਨੇ ਸਾਨੂੰ, ਅਸੀਂ ਉਹਨਾਂ ਨੂੰ ਸਾਰਾ ਐਕਸਪਲੇਨ ਕੀਤਾ। ਉਹਨਾਂ ਨੇ ਉਦੋਂ ਹੀ ਰਜਿਸਟਰਾਰ ਨੂੰ ਬੁਲਾ ਕੇ ਰਾਤੀ 9-9:15 ਵਜੇ ਸਾਡੇ ਥੀਸਿਸ ਸਬਮਿਟ ਹੋਏ ਉਸ ਦਿਨ। ਮਤਲਬ ਇੰਨਾ ਜ਼ਿਆਦਾ ਕਈ ਵਾਰੀ ਤੁਹਾਨੂੰ ਡਿਸਕ੍ਰਿਮੀਨੇਸ਼ਨ ਟੌਰਚਰ ਸਹਿਣਾ ਪੈਂਦਾ ਔਰ ਮੈਂਟਲੀ ਤੁਸੀਂ ਬਹੁਤ ਸਟ੍ਰੈਸ ਵਿੱਚ ਹੁੰਦੇ ਹੋ ਕਿ ਜੇ ਨਾ ਹੋਇਆ ਤਾਂ ਕੀ ਹੋਏਗਾ, ਕਿਉਂਕਿ ਉਦੋਂ ਇੰਨੀ ਮੈਚੋਰਿਟੀ ਵੀ ਨਹੀਂ ਹੁੰਦੀ, ਇੰਨੀ ਉਮਰ ਹੀ ਨਹੀਂ ਹੁੰਦੀ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਲੈ ਪਾਈਏ। ਸਾਨੂੰ ਸਾਰਾ ਦਾ ਸਾਰਾ ਗੁੱਸਾ ਸਾਡੇ ਸਰ ਤੇ ਆਉਂਦਾ ਸੀਗਾ ਕਿ ਇਹਨਾਂ ਦੀ ਗਲਤੀ ਕਰਕੇ ਅਸੀਂ ਫਸੇ ਹੋਏ ਹਾਂ। ਬਟ ਅੱਜ ਉਹਨਾਂ ਦਾ ਮਤਲਬ ਉਹ ਵਾਕਈ ਉਹ ਇੱਕ ਮਹਾਨ ਸੋਲ ਨੇ, ਮਹਾਨ ਆਤਮਾ ਨੇ, ਜਿਨ੍ਹਾਂ ਨੇ ਸਾਨੂੰ ਇਸ ਕਾਬਿਲ, ਕਿਉਂਕਿ ਜੇ ਉਹ ਸਾਨੂੰ ਇਹਨਾਂ ਚੀਜ਼ਾਂ 'ਚੋਂ ਨਾ ਲਗਾਉਂਦੇ ਤਾਂ ਸ਼ਾਇਦ ਅਸੀਂ ਹੁਣ ਜੋ ਸਟ੍ਰੈਸ ਹੈ ਜੀਵਨ ਦੇ ਵਿੱਚ ਅਸੀਂ ਨਾ ਇਹ ਬਰਦਾਸ਼ਤ ਕਰ ਪਾਉਂਦੇ। ਕਿਉਂਕਿ ਬਹੁਤ ਸਾਰੇ ਬੱਚੇ ਦੇਖੋ ਕਿੰਨੇ ਐਕਸਟ੍ਰੀਮ ਸਟੈਪਸ ਲੈ ਜਾਂਦੇ ਨੇ, ਪ੍ਰੈਸ਼ਰ ਹੈਂਡਲ ਨਹੀਂ ਹੁੰਦਾ, ਡਿਪਰੈਸ਼ਨ 'ਚ ਚਲੇ ਜਾਂਦੇ ਨੇ। ਸੋ ਇਹ ਸਟ੍ਰੈਸ ਨੂੰ ਹੈਂਡਲ ਕਰਨਾ ਵੀ ਸਾਨੂੰ ਸਾਡੇ ਟੀਚਰਸ ਤੋਂ ਸਿੱਖਣਾ ਪੈਂਦਾ ਹੈ, ਕਿਉਂਕਿ ਇਹ ਤਾਂ ਗਿਆਨ ਦਾ ਭੰਡਾਰ ਨੇ, ਹੈ ਨਾ। ਉਸ ਤੋਂ ਬਾਅਦ ਤਾਂ ਬੇਟਾ ਬਸ ਆਫਟਰ PhD ਵਿਆਹ ਹੋ ਗਿਆ ਐਂਡ ਮੇਰੇ ਪਾਪਾ ਦਾ ਸੁਪਨਾ ਜ਼ਰੂਰ ਸੀ ਕਿ ਮੈਂ IAS ਕਰਾਂ, ਬਟ ਮੇਰਾ ਸੀਗਾ ਕਿ ਮੈਂ ਰਿਸਰਚ ਵਿੱਚ ਹੀ ਜਾਣਾ। ਬਟ ਮੇਰੇ ਹਸਬੈਂਡ ਵਾਜ਼ ਇਕੁਅਲੀ ਕੋਆਪਰੇਟਿਵ, ਉਹ ਵੀ ਮੈਨੂੰ ਪ੍ਰੈਸ਼ਰਾਈਜ਼ ਕਰਦੇ ਰਹਿੰਦੇ ਸੀ ਕਿ ਤੂੰ ਪੇਪਰ ਦੇ। ਬਟ ਉਦੋਂ ਰਵੀ ਸਿੱਧੂ ਵਾਲਾ ਸਕੈਮ ਹੋਇਆ ਸੀ, 5-6 ਸਾਲ ਦਾ ਪੇਪਰ ਹੀ ਨਹੀਂ ਨਿਕਲੇ। ਐਂਡ ਜਦੋਂ ਆਏ ਤਾਂ ਹੀ ਬ੍ਰੌਟ ਮਾਈ ਹਸਬੈਂਡ, ਇੱਕ ਉਹਨਾਂ ਦੇ ਫਰੈਂਡ ਸੀ, ਉਹਨਾਂ ਦੀ ਵਾਈਫ ਨੇ ਦੇਣਾ ਸੀਗਾ। ਉਹਨਾਂ ਕੋਲ ਇੱਕ ਗਲਤੀ ਨਾਲ 2 ਪ੍ਰੋਸਪੈਕਟਸ ਮੰਗਾ ਲਏ, ਇੱਕ ਕਿਸੇ ਕੋਲੋਂ ਮੰਗਾ ਲਏ, ਇੱਕ ਕਿਸੇ ਕੋਲੋਂ ਮੰਗਾ ਲਏ। ਇੱਕ ਇਹ ਲੈ ਆਏ ਵੀ ਤੂੰ ਵੀ ਭਰ ਦੇ, ਠੀਕ ਹੈ। ਮੈਂ ਕਿਹਾ ਕਿ ਨਹੀਂ, ਮੇਰੀ ਤੇ ਕੋਈ ਤਿਆਰੀ ਨਹੀਂ ਹੈ, ਉਹ ਤਾਂ ਕਿੰਨੀ ਦੇਰ ਤੋਂ ਤਿਆਰੀ ਕਰ ਰਹੀ ਹੈ, ਮੈਂ ਨਹੀਂ ਭਰਨਾ ਹੈਗਾ, ਪ੍ਰੀਲਿਮਸ ਤੇ ਆਉਣ ਵਾਲੇ ਹੀ ਨੇ। ਬਟ ਇਹਨਾਂ ਨੇ ਜ਼ਬਰਦਸਤੀ ਮੈਨੂੰ ਭਰਾਇਆ ਔਰ ਅਨਫੋਰਚੂਨੇਟਲੀ ਉਦੋਂ ਜਦੋਂ ਪ੍ਰੀਲਿਮਸ ਦਾ ਐਗਜ਼ਾਮ ਸੀ, ਮੇਰੇ ਫਾਦਰ ਜਿਹੜੇ ਸੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੋ ਗਏ। ਐਂਡ ਅਸੀਂ ਉੱਥੋਂ ਦੇਖਣ ਗਏ ਸੀ ਜਿੱਦਣ ਮੇਰਾ ਪ੍ਰੀਲਿਮਸ ਦਾ ਪੇਪਰ ਸੀ ਔਰ ਮੇਰਾ ਕੋਈ ਮੂਡ ਨਹੀਂ ਸੀਗਾ ਪੇਪਰ ਦੇਣ ਲਈ। ਬਟ ਮੇਰੇ ਹਸਬੈਂਡ ਨੇ ਮੈਨੂੰ ਬਹੁਤ ਪ੍ਰੈਸ਼ਰਾਈਜ਼ ਕੀਤਾ ਕਿ ਨਹੀਂ ਤੂੰ ਚੱਲ ਪੇਪਰ ਦੇਣ ਚੱਲ, ਦੇ ਕੁਝ ਨਹੀਂ ਹੁੰਦਾ, ਨਹੀਂ ਹੋਏਗਾ ਕਲੀਅਰ ਫਿਰ ਕੀ ਹੋ ਜਾਏਗਾ। ਮੈਂ ਉੱਥੇ ਗਈ, ਮੇਰੇ ਕੋਲ ਪੈਨ ਵੀ ਨਹੀਂ ਸੀਗਾ, ਜਿਹੜੇ ਸਾਡੇ ਨਾਲ ਦੇ ਸੀ ਬਲੈਕ ਪੈਨ ਉਦੋਂ ਚਾਹੀਦਾ ਸੀ, ਉਹਨਾਂ ਤੋਂ ਹੀ ਲਿਆ, ਪੇਪਰ ਦਿੱਤਾ, ਮੇਰਾ ਪ੍ਰੀਲਿਮਸ ਕਲੀਅਰ ਹੋ ਗਿਆ। ਔਰ ਉਸ ਦਿਨ ਜਿਸ ਦਿਨ ਪ੍ਰੀਲਿਮਸ ਦਾ ਰਿਜ਼ਲਟ ਆਇਆ, ਮੈਂ ਅੱਜ ਵੀ ਮੈਨੂੰ ਯਾਦ ਹੈ ਕਿ ਅਸੀਂ PGI ਜਾ ਰਹੇ ਸੀ ਮੇਰੇ ਫਾਦਰ ਦੀ ਟ੍ਰੀਟਮੈਂਟ ਲਈ, ਬਹੁਤ ਜ਼ਿਆਦਾ ਬਿਮਾਰ ਸੀਗੇ ਉਹ। ਔਰ ਉਦੋਂ ਪ੍ਰੀਲਿਮਸ ਦਾ ਰਿਜ਼ਲਟ ਦੱਸਿਆ, ਅਗੇਨ ਹੀ ਫੈਲਟ ਵੈਰੀ ਹੈਪੀ। ਔਰ ਉਹਨਾਂ ਨੇ ਕਿਹਾ ਕਿ ਨਹੀਂ ਤੇਰਾ PCS ਕਲੀਅਰ ਹੋ ਗਿਆ। ਮੈਂ ਕਿਹਾ ਨਹੀਂ ਪਾਪਾ, ਅਜੇ ਤਾਂ ਪ੍ਰੀਲਿਮਸ ਹੀ ਹੋਇਆ, ਅੱਜ ਤਾਂ ਮੇਨਸ ਦਾ ਦੇਣਾ, ਇੰਟਰਵਿਊ ਦੇਣੀ ਹੈ, ਬਹੁਤ ਟਾਈਮ ਪਿਆ। ਕਹਿੰਦੇ ਨਹੀਂ ਤੇਰਾ ਹੋ ਗਿਆ ਬਸ। ਐਂਡ ਉਸ ਤੋਂ ਬਾਅਦ ਚਲੋ ਉਹਨਾਂ ਦੀ ਡੈਥ ਹੋ ਗਈ। ਐਂਡ ਅੱਜ ਤੱਕ ਮੈਨੂੰ ਇਹ ਰਿਗਰੈਟ ਹੈ ਕਿ ਉਹ ਦੇਖ ਨਹੀਂ ਪਾਏ ਮੈਨੂੰ, ਮੇਰਾ ਮੇਨਸ ਕਲੀਅਰ ਹੁੰਦੇ, ਮੇਰੇ ਇੰਟਰਵਿਊ ਕਲੀਅਰ ਹੁੰਦੇ।
ਜੇ ਉਹ ਹੁੰਦੇ ਤਾਂ ਸ਼ਾਇਦ ਇਹ ਖੁਸ਼ੀ ਹੋਰ ਤਰ੍ਹਾਂ ਦੀ ਹੁੰਦੀ। ਸੋ ਇਸੇ ਤਰ੍ਹਾਂ ਨਾਲ ਬਸ ਪੇਪਰ ਕਲੀਅਰ ਹੋ ਗਿਆ ਐਂਡ PCS 'ਚ ਆ ਗਏ। ਸੋ ਇਹ ਡੈਸਟਨੀ ਹੈ ਜਿਹੜੀ ਤੁਹਾਨੂੰ ਲੈ ਆਈ, ਠੀਕ ਹੈ। ਬਟ ਇੰਨਾ ਹੈ ਕਿ ਜਦੋਂ ਮੇਨਸ ਦੇ ਐਗਜ਼ਾਮ ਹੋਏ, ਪ੍ਰੀਲਿਮ ਜ਼ਰੂਰ ਮੈਂ ਬਿਨਾਂ ਪੜ੍ਹੇ ਦਿੱਤਾ ਐਂਡ ਉਹਦਾ ਮੈਂ ਤੁਹਾਨੂੰ ਦੱਸਿਆ ਕਾਰਨ ਕੀ ਸੀ, ਕਿਉਂਕਿ ਰੈਗੂਲਰਲੀ ਆਈ ਵਾਜ਼ ਇਨ ਟੱਚ ਵਿਦ ਦੀ ਕਰੰਟ ਅਫੇਅਰਸ। ਬਚਪਨ ਤੋਂ ਹੀ ਮੈਨੂੰ ਅਖਬਾਰ ਪੜ੍ਹਨ ਦੀ ਆਦਤ ਸੀਗੀ। ਮੇਨਸ ਦੀ ਤਿਆਰੀ ਬੇਟਾ ਬਹੁਤ ਮਿਹਨਤ ਨਾਲ ਕੀਤੀ ਹੈ। ਸਿਰਫ 2 ਘੰਟੇ ਸੌਂਦੀ ਸੀ ਮੈਂ, 12 ਵਜੇ ਤੋਂ 2 ਵਜੇ ਤੱਕ, ਰਾਤੀ 12 ਵਜੇ ਤੱਕ ਪੜ੍ਹਨਾ, ਫਿਰ 2 ਵਜੇ ਉੱਠ ਕੇ ਫਿਰ ਪੜ੍ਹਨਾ। ਕਿੰਨੇ ਮਹੀਨੇ ਲਗਾਤਾਰ ਇਹ ਤਪੱਸਿਆ ਕੀਤੀ ਹੈ, ਠੀਕ ਹੈ। ਸੋ ਮੇਰੇ ਪਾਪਾ ਕਹਿੰਦੇ ਹੁੰਦੇ ਸੀ ਕਿ ਸਾਧ ਬਣਨਾ ਪੈਂਦਾ ਹੈ, ਇੱਕ ਵਾਰੀ ਤੁਸੀਂ ਸਾਧ ਬਣ ਜਾਓ ਫਿਰ ਸਾਰੀ ਉਮਰ ਦਾ ਸੁੱਖ ਰਹਿੰਦਾ। ਐਂਡ ਹਿਸ ਵਰਡਸ ਵਰ ਵੈਰੀ ਟਰੂ, ਠੀਕ ਹੈ। ਸੋ ਮਿਹਨਤ ਕਰੋ। ਈਵਨ ਡਿਊਰਿੰਗ MSc 1 ਮਹੀਨਾ ਮੈਂ ਇੱਕ ਕਮਰੇ 'ਚੋਂ ਨਹੀਂ ਸੀ ਨਿਕਲੀ ਜਦੋਂ ਪੜ੍ਹਨਾ ਸੀਗਾ ਫਾਈਨਲ ਐਗਜ਼ਾਮਸ ਦੇ ਵਿੱਚ। ਔਰ ਉਦੋਂ ਗਰਮੀ ਸੀਗੀ, ਮਈ ਜੂਨ 'ਚ ਐਗਜ਼ਾਮ ਹੁੰਦੇ ਸੀ। ਜਦੋਂ ਸਿਰ ਘੁੰਮ ਜਾਂਦਾ ਸੀ ਉਦੋਂ ਮੈਂ ਪਾਣੀ ਥੱਲੇ ਸਿਰ ਕਰ ਦਿੰਦੀ ਸੀ ਤੇ ਰਿਲੈਕਸ ਹੋਣ ਦੇ ਲਈ। ਕਿਸੇ ਨੇ ਮੇਰੀ ਸ਼ਕਲ ਨਹੀਂ ਸੀ ਦੇਖੀ 1 ਮਹੀਨਾ। ਸੋ ਜੋ ਵੀ ਹੈ ਬੇਟਾ, ਜੋ ਵੀ ਮੁਕਾਮ ਹਾਸਲ ਕਰਨਾ ਹੈ, ਸਿਰਫ ਤੇ ਸਿਰਫ ਮਿਹਨਤ ਹੀ ਹੈ ਜਿਹੜੀ ਤੁਹਾਨੂੰ ਉੱਪਰ ਤੱਕ ਲੈ ਕੇ ਜਾਂਦੀ। ਔਰ ਇੱਕ ਆਪਣੇ ਆਪ ਤੇ ਕੌਨਫੀਡੈਂਸ, ਆਪਣੇ ਆਪ ਤੇ ਵਿਸ਼ਵਾਸ, ਠੀਕ ਹੈ, ਕਿ ਹਾਂ ਮੈਂ ਕਰ ਸਕਦੀ ਹਾਂ। ਇੱਕ ਕਮਿਟਮੈਂਟ ਜ਼ਰੂਰੀ ਹੈ, ਚਾਹੇ ਤੁਹਾਡਾ ਇੰਟਰਸਟ ਹੈ ਚਾਹੇ ਨਹੀਂ ਹੈ। ਜੇ ਤੁਸੀਂ ਕਿਸੇ ਟਾਸਕ ਦੇ ਨਾਲ ਕਮਿਟਡ ਹੈਗੇ ਹੋ, ਠੀਕ ਹੈ, ਫਿਰ ਆਪਣੇ ਆਪ ਹੀ ਉਹ ਕੰਮ ਜਿਹੜਾ ਹੋਣ ਲੱਗ ਜਾਂਦਾ। ਤੁਸੀਂ ਸੋਚ ਕੇ ਦੇਖੋ ਕਿ ਮੈਂ ਇਹ ਕਰਨਾ ਹੈ, ਠੀਕ ਹੈ। ਆਪਣੇ ਥਾਟਸ ਨੂੰ ਦਿਓ। ਤੁਹਾਡਾ ਆਪਣਾ ਮਾਈਂਡ ਜਿਹੜਾ ਨਾ ਬੜਾ ਟ੍ਰਿਕੀ ਹੁੰਦਾ, ਬਹੁਤ ਸ਼ਰਾਰਤੀ ਹੈ, ਚੰਚਲ ਮਨ ਕਹਿੰਦੇ ਹਨ। ਇਹ ਹਮੇਸ਼ਾ ਤੁਹਾਨੂੰ ਬਹਾਨੇ ਬਣਾ ਕੇ ਦੇਵੇਗਾ, ਹਮੇਸ਼ਾ। ਤੁਸੀਂ ਚਾਹੇ ਸਵੇਰੇ ਉੱਠਣ ਦਾ ਹੀ ਬਹਾਨਾ ਬਣਾ ਲਿਓ, ਚਾਹੇ ਅਸੀਂ ਐਕਸਰਸਾਈਜ਼ ਲਈ ਕਹੀਏ ਕਿ ਅੱਜ ਕੱਲ੍ਹ ਤੋਂ ਸਵੇਰੇ ਮੈਂ ਪੱਕਾ ਉੱਠਾਂਗੀ। ਸਵੇਰੇ ਉੱਠ ਕੇ ਕਹਿੰਦੇ ਨਹੀਂ ਯਾਰ ਅੱਜ ਘੱਟ ਖਾ ਲਾਂਗੇ, ਐਕਸਰਸਾਈਜ਼ ਨਹੀਂ ਕਰਦੇ, ਕੱਲ੍ਹ ਤੋਂ ਉੱਠਾਂਗੇ। ਅੱਜ ਮੈਂ ਰਾਤੀ ਲੇਟ ਸੁੱਤੇ ਸੀ। ਪਰ ਜੇ ਤੁਸੀਂ ਕਿਤੇ ਆਪਣੇ ਮਨ ਨੂੰ ਮਾਰ ਕੇ ਉਹ ਕੰਮ ਕਰ ਲਓ, ਫਿਰ ਉਹ ਸੰਭਵ ਹੋ ਹੀ ਜਾਂਦਾ ਹੈ ਨਾ। ਸੋ ਆਪਣੇ ਐਕਸਕਿਊਜ਼ਸ ਨਾ ਬਣਾਓ ਕਿ ਮੈਨੂੰ ਮੌਕਾ ਨਹੀਂ ਮਿਲਿਆ, ਮੈਨੂੰ ਰਿਸੋਰਸਿਸ ਨਹੀਂ ਮਿਲੇ, ਮੈਨੂੰ ਸਪੋਰਟ ਨਹੀਂ ਮਿਲਿਆ। ਇਹ ਸਭ ਬਹਾਨੇ। ਸਾਰੇ ਦੇ ਸਾਰਿਆਂ ਕੋਲ, ਤੁਹਾਡੇ ਕੋਲ ਇਕੁਅਲ ਪੋਟੈਂਸ਼ੀਅਲ ਹੈ। ਆਪਣਾ ਸਾਰਿਆਂ ਦੇ ਵਿੱਚ 100 ਬਿਲੀਅਨ ਨਿਊਰੋਨਸ ਹੈਗੇ ਨੇ ਦਿਮਾਗ ਦੇ ਵਿੱਚ, ਹੈ ਨਾ। ਸਾਰਿਆਂ ਦੇ ਸੇਮ ਨੇ ਨਾ ਨਰਵ ਸੈਲਸ। 206 ਹੱਡੀਆਂ ਨੇ ਸਾਰਿਆਂ ਦੇ ਬਾਡੀ ਵਿੱਚ, 630 ਮਸਲਸ ਨੇ। ਇਹ ਤਾਂ ਹੈ ਨਹੀਂ ਕਿ ਇੰਟੈਲੀਜੈਂਟ ਬੱਚਿਆਂ ਦੇ ਕੋਈ ਹੱਡੀਆਂ ਜ਼ਿਆਦਾ ਨੇ, ਹੈਗਾ ਕੁਝ ਨਾ ਹੀ ਮਸਲਸ ਜ਼ਿਆਦਾ ਨੇ, ਨਾ ਹੀ ਨਰਵ ਸੈਲਸ ਜ਼ਿਆਦਾ ਨੇ। ਸਾਰਾ ਦਾ ਸਾਰਾ ਸਿਸਟਮ ਸੇਮ ਹੈ, ਸਿਰਫ ਉਹ ਕਮਿਟਡ ਨੇ ਆਪਣੇ ਟਾਸਕ ਲਈ, ਠੀਕ ਹੈ। ਉਹਨਾਂ ਨੇ ਆਪਣੀ ਪਾਵਰ ਨੂੰ ਪਛਾਣ ਲਿਆ, ਜਿਹੜਾ ਅਸੀਂ ਇਗਨੋਰ ਕਰ ਰਹੇ ਹਾਂ। ਅਸੀਂ ਇਹ ਸੋਚ ਰਹੇ ਕਿ ਨਹੀਂ ਇਹ ਮੇਰੇ ਤੋਂ ਨਹੀਂ ਹੋਣਾ। ਇਹ ਕਿਉਂ ਨਹੀਂ ਹੋਣਾ? ਤੁਸੀਂ ਵੀ ਕਰ ਸਕਦੇ ਹੋ, ਇਕੁਅਲ ਪੋਟੈਂਸ਼ੀਅਲ, ਠੀਕ ਹੈ, ਓਕੇ। ਔਰ ਡੋਂਟ ਵੇਟ ਫॉर ਦੀ ਅਪਰਚੁਨਿਟੀਜ਼। ਕਹਿੰਦੇ ਨੇ ਕਿ ਸਟ੍ਰਾਈਕ ਦਾ ਆਇਰਨ ਵੈਨ ਇਟ ਇਜ਼ ਹੌਟ। ਲੋਹਾ ਜਦੋਂ ਗਰਮ ਹੋਏ ਉਦੋਂ ਉਹਦੇ ਤੇ ਸੱਟ ਮਾਰਨੀ ਚਾਹੀਦੀ ਹੈ। ਬਟ ਵਾਟ ਆਈ ਸੇ, ਡੋਂਟ ਵੇਟ ਫॉर ਦ ਅਪਰਚੁਨਿਟੀਜ਼। ਇਸ ਮੌਕੇ ਦੀ ਵੇਟ ਨਾ ਕਰੋ ਕਿ ਕੋਈ ਆਏਗਾ ਫਿਰ ਤੁਹਾਨੂੰ ਦੱਸੇਗਾ ਵੀ ਆਹ ਕਰਨਾ ਹੈ, ਠੀਕ ਹੈ। ਉਸ ਲੋਹੇ ਨੂੰ ਆਪ ਸੱਟ ਮਾਰ ਕੇ ਗਰਮ ਕਰੋ। ਟੇਕ ਦੀ ਅਪਰਚੁਨਿਟੀਜ਼, ਗ੍ਰੈਬ ਦੀ ਅਪਰਚੁਨਿਟੀਜ਼, ਫਿਰ ਤੁਸੀਂ ਸਕਸੈਸਫੁਲ ਹੋਗੇ। ਐਂਡ ਤੁਸੀਂ ਸਾਰੇ ਲੱਕੀ ਹੋ ਕਿ ਤੁਸੀਂ ਇੱਥੋਂ ਤੱਕ ਪਹੁੰਚੇ ਹੋ। ਤੁਹਾਡੇ ਪੈਰੈਂਟਸ ਸਪੋਰਟਿਵ ਨੇ ਜਿਹੜੇ ਤੁਹਾਨੂੰ ਹਾਇਰ ਐਜੂਕੇਸ਼ਨ ਦੇ ਰਹੇ ਨੇ। ਅਦਰਵਾਈਜ਼ ਬਹੁਤ ਸਾਰੀਆਂ ਕੁੜੀਆਂ ਵਿਚਾਰੀਆਂ 10ਵੀਂ 12ਵੀਂ ਤੋਂ ਬਾਅਦ ਵਿਆਹ ਕਰ ਦਿੰਦੇ ਨੇ। ਅੱਜ ਕੱਲ੍ਹ ਇੰਨਾ ਕੁ ਤਾਂ ਹੋ ਗਿਆ, ਥੋੜ੍ਹਾ ਬਹੁਤਾ ਤਾਂ ਪੜ੍ਹਾਉਣ ਲੱਗੇ, +2 ਕਰ ਦਿੰਦੇ ਨੇ। ਔਰ ਦੇਖੋ ਇੱਕ ਬੜੀ ਵੱਡੀ ਸਾਡੇ ਸਮਾਜ ਦੀ ਤਰਾਸਦੀ ਹੈ। ਵੈਸੇ ਇਹਦੇ 'ਚ ਪੋਜ਼ੀਟਿਵ ਵੀ ਹੈ ਅਤੇ ਨੈਗੇਟਿਵ ਵੀ ਹੈ। ਪਹਿਲਾਂ ਕਹਿੰਦੇ ਕੁੜੀਆਂ ਦਾ ਜਨਮ ਅਸੀਂ ਜਦੋਂ ਹੁੰਦਾ ਤਾਂ ਮਾਂ ਨੂੰ ਦਾਜ ਦੀ ਫਿਕਰ ਪੈ ਜਾਂਦੀ ਸੀ ਜਦੋਂ ਹੀ ਉਹਦਾ ਜਨਮ ਹੁੰਦਾ ਸੀ, ਐਂਡ ਕੁੜੀਆਂ ਨੂੰ ਦਾਜ ਦੇਣਾ ਪਏਗਾ, ਹੈ ਨਾ। ਅੱਜ ਕੱਲ੍ਹ ਕੀ ਹੋ ਰਿਹਾ? ਅੱਜ ਕੱਲ੍ਹ ਮੁੰਡੇ ਦਾਜ ਦੇ ਰਹੇ ਨੇ ਨਾ ਕੁੜੀਆਂ ਨੂੰ। ਮੈਟਰੀਮੋਨੀਅਲ ਮੈਂ ਕੱਲ੍ਹ ਪੜ੍ਹ ਰਹੀ ਸੀ, ਆਇਲਸ ਦੇ ਬੈਂਡ ਜਿਹੜੇ ਨੇ ਜੀ, ਸਾਨੂੰ 6.5 ਬੈਂਡ ਵਾਲੀ ਕੁੜੀ ਚਾਹੀਦੀ ਹੈ, ਸਾਰਾ ਖਰਚਾ ਅਸੀਂ ਕਰਾਂਗੇ। ਸੋ ਕੁੜੀਆਂ ਦਾ ਅੱਜ ਕੱਲ੍ਹ ਦਾਜ ਲੈ ਰਹੀਆਂ ਨੇ, ਮੁੰਡਿਆਂ ਨੂੰ ਲੈ ਕੇ ਜਾ ਰਹੀਆਂ ਨੇ ਬਾਹਰ, ਹੈ ਨਾ। ਸੋ ਇਹ ਤੁਹਾਡੀ ਸਟਰੈਂਥ ਵੀ ਹੈ। ਹਾਲਾਂਕਿ ਇਹਦੇ ਵਿੱਚ ਇੱਕ ਮੈਨੂੰ ਇੱਕ ਨੈਗੇਟਿਵ ਗੱਲ ਵੀ ਲੱਗਦੀ ਹੈ ਕਿ ਦੇਖੋ ਕੁੜੀਆਂ ਜਿਹੜੀਆਂ ਨੇ, ਕਿਉਂਕਿ ਇੱਕ ਮੇਰਾ ਪਰਸਨਲ ਐਕਸਪੀਰੀਅੰਸ ਹੈ, ਕੁੜੀ ਬੜੀ ਇੰਟੈਲੀਜੈਂਟ ਸੀ, +2 'ਚ ਉਹਦੇ 90% ਪਲੱਸ ਮਾਰਕਸ ਸੀ ਨॉन ਮੈਡੀਕਲ ਦੀ, 97 ਮਾਰਕਸ ਉਹਦੇ ਮੈਥਮੈਟਿਕਸ 'ਚ ਸੀਗੇ। ਬਟ ਉਹਨੇ ਆਇਲਸ ਵੀ ਕਲੀਅਰ ਕਰ ਲਈ ਵਿਦਾਊਟ ਐਨੀ ਕੋਚਿੰਗ, ਉਹਦੇ 8 ਬੈਂਡ ਆ ਗਏ। ਐਂਡ ਸ਼ੀ ਵਾਜ਼ ਮੈਰਿਡ ਟੂ ਅ ਬॉय ਜਿਹਦਾ ਕੋਈ ਮੈਂਟਲ ਲੈਵਲ ਹੀ ਨਹੀਂ ਹੈ, ਜਿਹਦੀ ਕੋਈ ਪੜ੍ਹਾਈ ਹੀ ਨਹੀਂ ਹੈ। ਸਿਰਫ ਤੇ ਸਿਰਫ ਇਸ ਕਰਕੇ ਪੈਰੈਂਟਸ ਨੇ ਵਿਆਹ ਕਰਤਾ ਕਿ ਉਹ ਸਾਰਾ ਖਰਚਾ ਮੁੰਡੇ ਵਾਲਿਆਂ ਨੇ ਕਰਨਾ। ਪੇਰੈਂਟਸ ਉਹਦੇ ਤੇ ਖਰਚਾ ਕਰਕੇ ਰਾਜੀ ਨਹੀਂ ਸੀ, ਜਾਂ ਉਹਨਾਂ ਦੇ ਮਨ 'ਚ ਇੱਕ ਇਨਸਿਕਿਉਰਿਟੀ ਸੀ ਕਿ ਇਹਨੂੰ ਇਕੱਲੀ ਨੂੰ ਬਾਹਰ ਨਹੀਂ ਭੇਜਾਂਗੇ, ਵਿਆਹ ਕਰਾ ਕੇ ਭੇਜਾਂਗੇ ਤਾਂ ਸ਼ਾਇਦ ਸੇਫ ਰਹੇਗੀ।
ਸੋ ਉਹਦੇ ਕਰਕੇ ਮੈਨੂੰ ਲੱਗਦਾ ਕਿ ਉਹਦਾ ਸਾਰਾ ਜਿਹੜਾ ਫਿਊਚਰ ਹੈ ਉਹ ਖਰਾਬ ਹੋ ਗਿਆ। ਇਸੇ ਕਰਕੇ ਤੇ ਜਿਹੜੇ ਮਿਸਮੈਚ ਹੋਣ ਕਰਕੇ ਕੁੜੀਆਂ ਦਾ ਜਿਹੜਾ ਮੈਂਟਲ ਲੈਵਲ ਬਹੁਤ ਜ਼ਿਆਦਾ ਉੱਚਾ, ਔਰ ਮੁੰਡੇ ਜਿਹੜੇ ਅਨਪੜ੍ਹਾਂ ਨਾਲ ਵਿਆਹ ਕਰਦੇ ਨੇ ਉਹ ਫਿਰ ਮੈਚ ਨਹੀਂ ਬੈਠ ਪਾਉਂਦਾ ਔਰ ਫਿਰ ਡਾਈਵੋਰਸ ਤੱਕ ਗੱਲ ਪਹੁੰਚਦੀ ਹੈ, ਜਾਂ ਹੋਰ ਕਈ ਪ੍ਰੋਬਲਮਸ ਆ ਰਹੀਆਂ, ਜਾਂ ਫਿਰ ਵਿਚਾਰੀਆਂ ਕੁੜੀਆਂ ਸਾਰੀ ਉਮਰ ਉਹਦੇ ਨਾਲ ਹੀ ਕੱਟਦੀਆਂ ਨੇ, ਹੈ ਨਾ। ਸੋ ਇਸ ਚੀਜ਼ ਨੂੰ ਤੁਸੀਂ ਦੇਖਣਾ, ਠੀਕ ਹੈ। ਜੇ ਪਰਮਾਤਮਾ ਨੇ ਆਪਾਂ ਨੂੰ ਇੱਕ ਸ਼ਕਤੀ ਦਿੱਤੀ ਹੈ, ਦੇਖੋ ਸ੍ਰਿਸ਼ਟੀ ਦੀ ਸਾਜਨਾ ਕਰਨ ਦੀ ਜਿਹੜੀ ਤਾਕਤ ਹੈ, ਪਾਵਰ ਹੈ, ਸਿਰਫ ਤੇ ਸਿਰਫ ਵਿਮਨ ਨੂੰ ਦਿੱਤੀ ਹੈ ਨਾ। ਕਿੰਨੀ ਇਮੈਂਸ ਪਾਵਰ ਹੈ, ਇਜ਼ਨਟ ਇਟ, ਠੀਕ ਹੈ। ਪਰ ਇਸ ਪਾਵਰ ਦੇ ਨਾਲ ਨਾਲ ਇੱਕ ਜ਼ਿੰਮੇਵਾਰੀ ਵੀ ਹੈ, ਇੱਕ ਰਿਸਪੌਂਸਿਬਿਲਿਟੀ ਵੀ ਹੈ, ਜਿਹਨੂੰ ਅਸੀਂ ਨਿਭਾਉਣਾ ਬਹੁਤ ਜ਼ਰੂਰੀ ਹੈ। ਦੇਖੋ ਕਹਿੰਦੇ ਕਿ ਜਿਹੜੀ ਵੈਲਿਊਜ਼ ਨੇ ਜਿਹੜੀਆਂ, ਉਹ ਬੱਚਾ ਜਦੋਂ ਮਾਂ ਦੀ ਕੁੱਖ ਦੇ ਵਿੱਚ ਹੁੰਦਾ ਉਦੋਂ ਹੀ ਉਹਦੀ ਫਾਊਂਡੇਸ਼ਨ ਜਿਹੜੀ ਹੈ ਉਹ ਬਣ ਜਾਂਦੀ ਹੈ। ਉਹ ਜੋ ਮਾਂ ਸੋਚਦੀ ਹੈ, ਜੋ ਮਾਂ ਕਰਦੀ ਹੈ, ਜੋ ਖਾਂਦੀ ਹੈ, ਜੋ ਵਿਚਾਰ ਉਹਦੇ ਦਿਮਾਗ 'ਚ ਨੇ, ਉਸੇ ਤਰ੍ਹਾਂ ਦੀ ਬੱਚੇ ਦੀ ਪਰਸਨੈਲਿਟੀ ਬਣਦੀ ਹੈ। ਕਿਉਂਕਿ ਇਹਨਾਂ 9 ਮਹੀਨਿਆਂ ਦੇ ਵਿੱਚ ਜਿਹੜੀ ਸੋਲ ਦੀ ਕੈਚਿੰਗ ਪਾਵਰ ਹੈ, ਦੈਟ ਇਜ਼ ਮੈਕਸਿਮਮ ਕੈਚਿੰਗ ਪਾਵਰ ਹੈ। ਤਾਂ ਹੀ ਤਾਂ ਆਪਾਂ ਅੱਜ ਕੱਲ੍ਹ ਕਹਿੰਦੇ ਆ ਕਿ ਅੱਜ ਕੱਲ੍ਹ ਦੇ ਤਾਂ ਜੀ ਜੰਮਦੇ ਬੱਚਿਆਂ ਨੂੰ ਮੋਬਾਈਲ ਚਾਹੀਦਾ। ਬੱਚੇ ਨੂੰ ਮੋਬਾਈਲ ਦਿਓ ਤਾਂ ਉਹ ਬਾਈਟ ਜਿਹੜੀ ਹੈ ਰੋਟੀ ਦੀ ਮੂੰਹ ਵਿੱਚ ਪਾਉਂਦੇ, ਨਹੀਂ ਤਾਂ ਨਹੀਂ ਖਾਂਦੇ ਰੋਟੀ। ਉਹਨਾਂ ਨੂੰ ਮੋਬਾਈਲ ਦੇ ਸਾਰੇ ਗੈਜਟਸ ਬਿਨਾਂ ਟ੍ਰੇਨਿੰਗ ਤੋਂ ਚਲਾਉਣੇ ਆਉਂਦੇ ਨੇ। ਉਹ ਕਿਉਂ? ਇਹ ਟ੍ਰੇਨਿੰਗ ਉਹਨਾਂ ਦੀ ਮਦਰ ਨੇ ਦਿੱਤੀ ਹੈ ਡਿਊਰਿੰਗ ਦੀ ਪ੍ਰੈਗਨੈਂਸੀ, ਠੀਕ ਹੈ। ਤਾਂ ਹੀ ਕਰਕੇ ਤਾਂ ਕਹਿੰਦੇ ਨਾ, ਅਭਿਮਨਿਊ ਨੇ ਆਪਣੀ ਮਾਂ ਦੀ ਕੁੱਖ ਦੇ ਵਿੱਚ ਹੀ ਚੱਕਰਵਿਊਹ ਤੋੜਨ ਦਾ ਸਾਰੀ ਜਿਹੜੀ ਸਟੋਰੀ ਹੈ, ਤਰੀਕਾ, ਉਹ ਸਿੱਖ ਲਿਆ ਸੀਗਾ। ਸੋ ਅੱਜ ਕੱਲ੍ਹ ਦੀਆਂ ਮਾਵਾਂ ਚੱਕਰਵਿਊਹ ਤੋੜਨਾ ਨਹੀਂ, ਅੱਜ ਕੱਲ੍ਹ ਦੀਆਂ ਮਾਵਾਂ ਮੋਬਾਈਲ ਸਿਖਾ ਰਹੀਆਂ ਨੇ ਡਿਊਰਿੰਗ ਪ੍ਰੈਗਨੈਂਸੀ, ਠੀਕ ਹੈ। ਸੋ ਆਪਣੇ ਵਿਚਾਰ ਬੇਟਾ ਹਾਈ ਰੱਖੋ, ਸ਼ੁੱਧ ਰੱਖੋ। ਇਮੋਸ਼ਨਲ ਸਟੇਬਿਲਿਟੀ ਜਿਹੜੀ ਹੈ ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਨੂੰ ਇੱਥੋਂ ਨਿਕਲ ਕੇ ਦੇਖੋਗੇ ਦੁਨੀਆ ਬੜੀ ਹਾਰਸ਼ ਹੈ। ਅਜੇ ਤੱਕ ਸ਼ਾਇਦ ਤੁਸੀਂ ਪ੍ਰੋਟੈਕਟਿਡ ਇਨਵਾਇਰਨਮੈਂਟ, ਤੁਹਾਡੇ ਸਾਰੇ ਟੀਚਰਸ ਬਹੁਤ ਚੰਗੇ ਨੇ, ਤੁਹਾਡਾ ਬਹੁਤ ਖਿਆਲ ਰੱਖਦੇ ਨੇ, ਬਟ ਇੱਥੋਂ ਬਾਹਰ ਨਿਕਲਦੇ ਸਾਰ ਹਾਰਸ਼ ਰਿਐਲਿਟੀ ਤੁਸੀਂ ਫੇਸ ਕਰਦੇ ਹੋ। ਉਹਦੇ ਲਈ ਆਪਣੇ ਆਪ ਨੂੰ ਸਟਰੋਂਗ ਬਣਾਓ, ਠੀਕ ਹੈ। ਪਹਿਲੇ ਸਮੇਂ ਦੇ ਵਿੱਚ ਜਦੋਂ ਜੁਆਇੰਟ ਫੈਮਿਲੀ ਸੀ, ਫੀਮੇਲ ਅੰਦਰ ਹੀ ਅੰਦਰ ਸੀਗੀ, ਕਹਿੰਦੇ ਸਮਾਜ ਚੰਗਾ ਸੀ ਉਦੋਂ, ਹੈ ਨਾ, ਕਿਉਂਕਿ ਉਦੋਂ ਇਮੋਸ਼ਨਲ ਸਟੇਬਿਲਿਟੀ ਸੀਗੀ। ਅੱਜ ਕੱਲ੍ਹ ਜਦੋਂ ਅਸੀਂ ਕੰਮ ਕਰਦੇ ਹਾਂ, ਸਾਡੇ ਵਰਕ ਪਲੇਸ ਦੇ ਸਟ੍ਰੈਸਿਸ, ਐਂਗਜ਼ਾਈਟੀ, ਅਸੀਂ ਸਾਰਾ ਕੁਝ ਨਾਲ ਲੈ ਕੇ ਜਾਂਦੇ ਹਾਂ, ਔਰ ਉਹਦਾ ਅਸਰ ਆਉਣ ਵਾਲੀ ਪੀੜ੍ਹੀ 'ਤੇ ਵੀ ਪੈ ਰਿਹਾ। ਦੈਟ ਵੀ ਹੈਵ ਟੂ ਸੀ ਕਿ ਅਸੀਂ ਇਹ ਚੀਜ਼ਾਂ ਸਾਡੀ ਪਾਰਟ ਆਫ ਲਾਈਫ ਨੇ। ਸਟ੍ਰੈਸ ਵੀ ਆਏਗੀ, ਐਂਗਜ਼ਾਈਟੀ ਵੀ ਆਏਗੀ, ਟੈਨਸ਼ਨ ਵੀ ਹੋਏਗੀ, ਔਖੀਆਂ ਸਿਚੁਏਸ਼ਨਸ ਵੀ ਆਉਣਗੀਆਂ, ਬਟ ਜੇ ਤੁਸੀਂ ਆਪਣੇ ਅੰਦਰੋਂ ਸਟਰੋਂਗ ਹੋ ਤਾਂ ਇਹ ਸਾਰੀਆਂ ਤੁਹਾਨੂੰ ਬਹੁਤ ਸੌਖੀਆਂ ਲੱਗਣਗੀਆਂ, ਠੀਕ ਹੈ। ਸੋ ਜਸਟ ਮਾਈ ਐਡਵਾਈਸ ਟੂ ਯੂ ਇਜ਼ ਕਿ ਆਪਣੇ ਆਪ ਨੂੰ ਅੰਦਰੋਂ ਤਾਕਤ ਦਿਓ, ਆਪਣੇ ਮਨ ਨਾਲ ਗੱਲ ਕਰੋ, ਆਪਣੇ ਮਨ ਦੀ ਕਮਿਟਮੈਂਟ ਬਣਾਓ ਕਿ ਮੈਂ ਇਹ ਕਰਨਾ ਹੈ, ਫਿਰ ਚਾਹੇ ਜੋ ਮਰਜ਼ੀ ਹੋ ਜਾਏ, ਮੈਨੂੰ ਕੋਈ ਵੀ ਨਹੀਂ ਰੋਕ ਸਕਦਾ, ਠੀਕ ਹੈ। ਉਹ ਜ਼ਿੰਮੇਵਾਰੀ ਜਿਹੜੀ ਪਰਮਾਤਮਾ ਨੇ ਦਿੱਤੀ ਹੈ ਆਪ ਨੂੰ ਪਾਵਰ ਦੇ ਨਾਲ, ਉਹ ਵੀ ਲਓ। ਬੀ ਦ ਚੇਂਜ ਯੂ ਵਾਂਟ ਟੂ ਸੀ ਇਨ ਦਾ ਵਰਲਡ, ਹੈ ਨਾ। ਆਪਾਂ ਕਹਿੰਦੇ ਕਿ ਸਮਾਜ ਮਾੜਾ ਹੈ, ਮੁੰਡੇ ਮਾੜੇ ਨੇ, ਕੁੜੀਆਂ ਸੇਫ ਨਹੀਂ ਹੈ ਰਾਤ ਨੂੰ ਜਾਣ ਲੱਗੀਆਂ। ਸੋ ਇਹ ਜਿਹੜੇ ਮੁੰਡੇ ਨੇ, ਕੋਈ ਚਾਹੇ ਸੰਤ ਹੈ, ਚਾਹੇ ਕੋਈ ਕ੍ਰਿਮੀਨਲ ਹੈ, ਇਹ ਹੈ ਤਾਂ ਕਿਸੇ ਨਾ ਕਿਸੇ ਮਾਂ ਦੇ ਬੱਚੇ ਨੇ ਨਾ। ਸੋ ਇਹ ਵੈਲਿਊਜ਼ ਕਿਹਨੇ ਦਿੱਤੀਆਂ? ਉਹਦੀ ਮਾਂ ਨੇ ਦਿੱਤੀਆਂ। ਕੋਈ ਚੰਗਾ ਬਣ ਗਿਆ, ਕੋਈ ਮਾੜਾ ਬਣ ਗਿਆ, ਇਟ ਆਲ ਦੀ ਓਨਸ ਲਾਈਜ਼ ਔਨ ਵਿਮਨ ਓਨਲੀ, ਠੀਕ ਹੈ। ਕਿਉਂਕਿ ਜ਼ਿੰਮੇਵਾਰੀ, ਸ਼ਕਤੀ, ਆਪਾਂ ਪਾਵਰ ਉਸ ਨੂੰ ਦਿੰਦੇ ਹਾਂ ਜਿਹੜਾ ਉਸ ਜ਼ਿੰਮੇਵਾਰੀ ਨੂੰ ਨਿਭਾ ਸਕਦਾ, ਹੈ ਨਾ, ਉਹਨੂੰ ਹੀ ਦਿੰਦੇ ਆ ਨਾ, ਕਿਸੇ ਉਂਝ ਨਾ ਕਰਨ ਵਾਲੇ ਨੂੰ ਤਾਂ ਨਹੀਂ ਦੇ ਦਿੰਦੇ। ਸੋ ਇਹ ਜ਼ਿੰਮੇਵਾਰੀ ਦਾ ਅਹਿਸਾਸ ਜਿਹੜਾ ਇਹ ਆਪਣਾ ਨਾਲ ਰੱਖੋ, ਠੀਕ ਹੈ। ਅੱਜ ਦੀ ਲਾਈਫ ਦੇ ਵਿੱਚ ਤੁਸੀਂ ਬਹੁਤ ਕੁਝ ਕਰਨਾ ਹੈ, ਔਰ ਮੇਰੀਆਂ ਬੈਸਟ ਵਿਸ਼ੇਸ ਤੁਹਾਡੇ ਨਾਲ ਨੇ, ਠੀਕ ਹੈ। ਔਰ ਅੱਜ ਦਾ ਜੋ ਥੀਮ ਹੈ 2021 ਵਿਮਨਸ ਡੇ ਦਾ, ਚੂਜ਼ ਟੂ ਚੈਲੰਜ ਹੈ। ਸੋ ਟੇਕ ਇਟ ਅ ਚੈਲੰਜ। ਅੱਜ ਕੋਈ ਚੈਲੰਜ ਲੈ ਕੇ ਜਾਓ, ਚੂਜ਼ ਕਰੋ ਚੈਲੰਜ ਕਿ ਅੱਜ ਮੈਂ ਕੀ ਕਰਨਾ, ਮੈਂ ਕੀ ਬਣਨਾ ਆਪਣੀ ਜ਼ਿੰਦਗੀ ਦੇ ਵਿੱਚ। ਔਰ ਉਸ ਨੂੰ ਜਦੋਂ ਤੁਸੀਂ ਉਹ ਸੋਚ ਲੈਂਦੇ ਹੋ, ਫਿਰ ਤੁਹਾਡਾ ਦਿਮਾਗ ਉਸ ਨੂੰ ਪੂਰਾ ਕਰਨ ਲਈ ਹਰ ਕੋਸ਼ਿਸ਼ ਕਰਦਾ, ਠੀਕ ਹੈ। ਸੋ ਆਲ ਦ ਵੈਰੀ ਬੈਸਟ ਵਨਸ ਅਗੇਨ, ਥੈਂਕ ਯੂ ਵੈਰੀ ਮਚ। ਪ੍ਰੋਫੈਸਰ ਸਾਹਿਬ ਦਾ, ਸਾਰੇ ਸਟਾਫ ਦਾ, ਸਾਰੇ ਬੱਚਿਆਂ ਦਾ, ਕਿ ਇੰਨੀ ਦੇਰ ਤੁਸੀਂ ਸੁਣਿਆ। ਬੱਚਿਆਂ ਨੂੰ ਵੈਸੇ ਭਾਸ਼ਣ ਚੰਗੇ ਨਹੀਂ ਲੱਗਦੇ, ਸੋ ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ ਮੈਮ। ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਮੈਡਮ ਨੇ ਆਪਣੀ ਲਾਈਫ ਦੇ ਇਨਸੀਡੈਂਟਸ ਜਿਹੜੇ ਹੈ ਤੁਹਾਡੇ ਨਾਲ ਸ਼ੇਅਰ ਕੀਤੇ। ਮੇਰੀ ਰਿਕੁਐਸਟ ਹੈ ਗਰਲ ਸਟੂਡੈਂਟਸ ਨੂੰ ਕਿ ਰਜੇ ਸਟਿਲ ਆਰ ਫੰਕਸ਼ਨ ਇਜ਼ ਗੋਇੰਗ ਔਨ। ਬੜੇ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ, ਬੜੇ ਹੀ
ਮੈਂ ਕਹਾਂ ਕਿ ਅਟੈਂਟਿਵ ਅੰਦਾਜ਼ ਦੇ ਵਿੱਚ ਇਹਨਾਂ ਨੇ ਆਪਣੀ ਲਾਈਫ ਦੇ ਇਨਸੀਡੈਂਟ ਸ਼ੇਅਰ ਕੀਤੇ ਐਂਡ ਮੈਂ ਸਟੂਡੈਂਟਸ ਜਿਹੜੀਆਂ ਗਰਲ ਕੈਂਡੀਡੇਟਸ ਇਸ ਸਾਈਡ ਬੈਠੀਆਂ ਹੋਈਆਂ ਉਹਨਾਂ ਦੇ ਫੇਸ ਦੀ ਤਰਫ ਦੇਖ ਰਹੀ ਸੀ। ਬਹੁਤ ਗਰਲਸ ਇਮੋਸ਼ਨਲੀ ਅਟੈਚਡ ਹੋ ਗਈਆਂ ਸੀ ਉਸ ਜੋ ਵੀ ਮੈਡਮ ਬੋਲ ਰਹੇ ਸੀ ਉਹਦੇ ਨਾਲ ਐਂਡ ਰਿਸਪੌਂਸ ਵੀ ਉਹਨਾਂ ਦੇ ਵੱਲੋਂ ਆ ਰਿਹਾ ਸੀ। ਸੋ ਦਿਸ ਇਜ਼ ਅ ਸਾਈਨ ਕਿ ਕਿੰਨਾ ਇੰਪੈਕਟ ਉਹਨਾਂ ਦੀਆਂ ਗੱਲਾਂ ਦਾ ਤੁਹਾਡੇ ਉੱਪਰ ਰਿਹਾ। ਜਿਵੇਂ ਮੈਡਮ ਕਹਿ ਰਹੇ ਸੀਗੇ ਕਿ ਆਪਾਂ ਨੂੰ ਖੁਦ ਨੂੰ ਹੀ ਇਹ ਜ਼ਿੰਮੇਵਾਰੀ ਉਠਾਉਣੀ ਪੈਣੀ ਹੈ, ਆਪਣੀ ਐਗਜ਼ਿਸਟੈਂਸ ਖੁਦ ਪ੍ਰੂਵ ਕਰਨੀ ਪੈਣੀ ਹੈ। ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗੀ ਬਟ ਇੱਕ ਛੋਟਾ ਜਿਹਾ ਇੰਸੀਡੈਂਟ ਹੈ ਜਿਹੜਾ ਮੈਂ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ। ਹਜੇ ਕੱਲ ਦੀ ਹੀ ਗੱਲ ਹੈ ਕਿ ਆਈ ਵਾਜ਼ ਐਟ ਮਾਈ ਪੇਰੈਂਟਲ ਹੋਮ एंड फर्श से कुछ गिर गया। माई ब्रदर इज़ एन IES ऑफिसर तो वो पोचा चक के ले आया साफ करने लिए। भांजी मेरी छोटी जी, अरे मामू जी आप तो ऑफिसर हो, ये आपका काम नहीं, आप तो बॉय हो। तो वो लिटरली किसने सिखाया आपको ये? कहती मुझे किसी ने सिखाया नहीं, मैंने ये देखा है। तो मतलब लिटरली वो चीज़ इंनी कि साडे माइंड ते स्ट्राइक की कि साडी सोसाइटी के ट्रेडिशनस ही इदां दे बने हुए है कि ये डिस्टिंक्शनस ऑटोमैटिकली क्रिएट हो जाती हैं। सो ये शैकल्स सानू खुद नूं ही तोड़ के अगे निकलना पवेगा। तो ये होप करती हैं मैं कि असी बीइंग टीचर्स एंड तुसी सोसाइटी दे विच अगे मैं कहां कि सोसाइटी नूं अगे लैके जाने इन्हां सारियां चीज़ां दा ध्यान रखोगे। मैं रिक्वेस्ट करती हाँ डॉक्टर सम्राट खन्ना नूं कि वो इत्थे डाइस ते आन, अपने विचार तुहाडे नाल सांझे करन अते नाल ही नाल रिजल्ट्स भी अनाउंस करन। Respected STMM Dr. Manpreet Kaur, dignitaries, respected principal sir, staff members ਤੇ ਪਿਆਰੇ ਬੱਚੋ, ਅੱਜ ਦੇ ਇਸ ਵੂਮਨ ਐਮਪਾਵਰਮੈਂਟ ਡੇ ਯਾਨੀ ਕਿ ਇੰਟਰਨੈਸ਼ਨਲ ਵੂਮਨ ਡੇ ਤੇ ਜਦ ਅਸੀਂ ਇਕੱਠੇ ਹੋਏ ਹਾਂ, ਅਸੀਂ ਬੜੇ ਵਿਚਾਰ ਸੁਨੇ, ਬੜੀਆਂ ਡਿਸਕਸ਼ਨਸ ਹੋਈਆਂ, ਬੱਚਿਆਂ ਨੇ ਪੋਇਮਸ ਵੀ ਰਿਸਾਈਟ ਕੀਤੀਆਂ। ਕੁਝ ਗੱਲਾਂ ਮੈਂ ਵੀ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ। ਇੱਕ ਪੋਇਮ ਤੇ ਚਲੋ ਇੱਕ ਬੱਚੀ ਨੇ ਮੇਰੀ ਪੰਜਾਬੀ 'ਚ ਲਿਖੀ ਹੋਈ ਪੜ੍ਹੀ, ਇੱਕ ਅੰਗਰੇਜ਼ੀ 'ਚ ਮੈਂ ਪੋਇਮ ਲਿਖੀ ਹੈ, ਮੈਂ ਉਹਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਤੇ ਕੁਝ ਗੱਲਾਂ ਉਹਦੇ ਵਿੱਚੋਂ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ, ਜ਼ਿਆਦਾ ਟਾਈਮ ਨਹੀਂ ਲਵਾਂਗਾ। ਆ ਇੱਕ ਰਸਾਲੇ 'ਚ ਛਪੀ ਹੈ ਪੋਇਮ, Voice of Eve in the Changing Times. Garden of Eden and once found fame, sensual Eve or a lovely dame. They label me with the choicest names, commodified body or bodily grace. Damned is society's double face. Trustworthy daughter, helping sister, caring mother, or faithful wife are the expectations for. Amid selfless life and domestic code, from the little girl who plays around, chastened as boys, with no impurity found, comes puberty, and the forbidden me enters the zone of surrendered sisterhood, where nothing is said but everything is understood. Reticent words and tacit tales had been the epitome of woman's life. We are tamed to follow the patriarchal decrees, enchained are we, but they call us free. Pseudo-liberty must be transformed. Let us create a space beyond the domestic walls. Re-Christian the labels disgraced right from the childhood. Rise for the rights of sisterhood. At places of work or at home, you consider us as other and of second line. But why is it in the long queue at a public place you use us timidly to save your time and face? Are we just your convenience tool? We will no more be fooled. It is time for us to raise our expressive voice. Let us not be a puppet of puppeters' choice. At our worthy workplace, our maternity leaves and the leaves for caring child are seen with visible jealousy and spite. Life of a female is of course not like males, and must not it be considered as an unchangeable telltale. The time has changed for the perpetrators' show. Reverence must be offered beyond gender and creed. Hoping for a changing time, new world without you and mine. Thank you so much. With these words,
I have used the word commodified and convenience tools. I would like to focus on these two words. When I say commodified, more or less ਅਸੀਂ ਔਰਤ ਨੂੰ ਇੱਕ ਚੀਜ਼ ਦਾ ਦਰਿਆ ਕਿਸੇ ਨਾ ਕਿਸੇ ਲੈਵਲ ਤੇ ਕਹਤੇ ਆ ਬਹੁਤ ਹੀ ਡੈਰੋਗੇਟਰੀ ਟਰਮ, ਲੇਕਿਨ ਸਾਡੀ ਸੋਸਾਇਟੀ ਨੇ ਇੱਕ ਉਹਨੂੰ ਕਮੋਡੀਫਾਈਡ ਦਰਜਾ ਦਿੱਤਾ, ਯਾਨੀ ਕਿ ਕਮੋਡਿਟੀ ਯਾਨੀ ਕਿ ਚੀਜ਼, ਜਿਸ ਤਰ੍ਹਾਂ ਅਸੀਂ ਕਿਸੇ ਨਾਨ ਲਿਵਿੰਗ ਚੀਜ਼ ਨੂੰ ਕਹਿੰਦੇ ਆ ਉਸੇ ਤਰ੍ਹਾਂ ਦਾ ਦਰਜਾ ਦੇ ਦਿੱਤਾ। ਦੂਸਰੀ ਗੱਲ ਅਸੀਂ ਕਹਿੰਦੇ ਹਾਂ ਕਿ ਵੀ ਅਸੀਂ ਕਨਵੀਨੀਅੰਸ ਟੂਲ ਮੰਨ ਕੇ ਚੱਲਦੇ ਹਾਂ ਇੱਕ ਔਰਤ ਨੂੰ, ਕਿ ਅਸੀਂ ਨਹੀਂ ਜ਼ਰੂਰਤ ਦੇ ਹਿਸਾਬ ਨਾਲ ਅਸੀਂ ਟਿਕਟ ਕਾਊਂਟਰ ਤੇ ਆਰਕਸ਼ਣ ਕੇਂਦਰ ਜੋ ਰੇਲਵੇ ਰਿਜ਼ਰਵੇਸ਼ਨ ਕਾਊਂਟਰ ਤੇ ਅਸੀਂ ਉਹਨੂੰ ਖੜਾ ਕਰ ਦਿੰਦੇ ਹਾਂ, ਕਿਉਂਕਿ ਲਾਈਨ ਬਹੁਤ ਲੰਬੀ ਹੈ ਤੇ ਜਿਵੇਂ ਹੀ ਸਾਡਾ ਮਤਲਬ ਜੋ ਹੈ ਹੱਲ ਹੋ ਜਾਂਦਾ ਹੈ ਤੇ ਅਸੀਂ ਫਟਾਫਟ ਉਹਨੂੰ ਡਾਂਟ ਲਗਾ ਕੇ ਫਟਕਾਰ ਲਗਾ ਕੇ ਉਵੇਂ ਹੀ ਟਰੀਟ ਕਰਦੇ ਹਾਂ ਜਿਵੇਂ ਸਾਨੂੰ ਸਿਖਾਇਆ ਗਿਆ ਹੈ ਪੈਟਰੀਆਰਕਲ ਸੋਸਾਇਟੀ ਤੇ। ਬੀਇੰਗ ਅ ਮੇਲ ਸ਼ਾਇਦ ਮੈਂ ਗੱਲਾਂ ਉਹਨਾਂ ਸੈਂਸਿਬਲੀ ਨਹੀਂ ਜਾਣ ਸਕਦਾ ਸਮਝ ਸਕਦਾ, ਬਟ ਮੇਰੀ ਆਬਜ਼ਰਵੇਸ਼ਨ ਆ ਜ਼ਰੂਰ ਮੈਨੂੰ ਸਟਿਮੂਲੇਟ ਕਰ ਰਹੀ ਸੀ ਕਿ ਤੁਹਾਡੇ ਨਾਲ ਗੱਲਾਂ ਕੋਈ ਸਾਂਝੀਆਂ ਕਰਾਂ। ਸਾਨੂੰ ਕੁਝ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇੱਕ ਤੇ ਉਹਨੂੰ ਕਮੋਡਿਟੀ, ਇੱਕ ਔਰਤ ਨੂੰ ਰਿਸਪੈਕਟੇਬਲ ਦਰਜਾ ਦੇਣਾ ਚਾਹੀਦਾ, ਕਿਉਂਕਿ ਹੁਣ ਤੇ ਰੈਡੀਕਲ ਫੈਮਿਨਿਜ਼ਮ ਦਾ ਦੌਰ ਹੈ, ਜਦ ਔਰਤ ਨੂੰ ਲੀਡ ਕਰਨ ਦਾ ਟਾਈਮ ਜਾਂ ਫਿਰ ਔਰਤ ਹੋਣੀ ਕਿ ਐਜ਼ ਅ ਲੀਡਰ ਸਾਡੇ ਸਾਹਮਣੇ ਆ ਰਹੀ ਹੈ। ਦੂਸਰੀ ਚੀਜ਼ ਹੈ ਕਨਵੀਨੀਅੰਸ ਟੂਲ, ਆਪਣੀ ਜ਼ਰੂਰਤ ਦੇ ਹਿਸਾਬ ਨਾਲ ਸਾਨੂੰ ਨਹੀਂ ਯੂਜ਼ ਕਰਨਾ ਚਾਹੀਦਾ। ਆ ਸ਼ਬਦਾਂ ਨਾਲ ਮੈਂ thanks karanga sabna ki you have patiently listened to whatever I have said. Now I would like to share with you the results of the competitions which we have organized. The first competition was organized, that is poster making competition, in which the first prize has been bagged by Ankita of BSc Non-Medical second year. Second, Perry, BSc Non-Medical second year. A huge round of applause. Third prize, Charanjeet, BA second year. Slogan writing, first prize. Now this is a joint first prize. Navjot Kaur of BCom and Surinder Kaur of BA second year. For poetry recitation competition, the first prize goes to Dilpreet Kaur, BSc Non-Medical, 4th semester. Second, Ankita, BSc Medical, 4th semester. Third prize we have got the joint position, Aki Kaur, BA 4th semester, and Lovepreet Kaur, BCom 4th semester. ਤੇ ਮੈਂ ਗੱਲ ਕਹਿਣਾ ਚਾਹਾਂਗਾ, ਅੱਕੀ ਕੌਰ ਜੋ ਬੱਚੀ ਹੈ ਇਹਨੇ ਆਪਣੀ ਇੱਕ ਡਾਇਰੀ ਆਪਣੀ ਪੋਇਮਸ ਦੀ ਲਿਖ ਲਈ ਹੈ ਤੇ ਹੁਣ ਅਸੀਂ ਰਿਕੁਐਸਟ ਵੀ ਕਰ ਰਹੇ ਹਾਂ ਜਿਹੜੇ ਟੀਚਰ ਸਾਡੀ ਹੈਲਪ ਕਰ ਸਕਣ ਤਾਂ ਕਿ ਇਹਦੀ ਪਬਲਿਕੇਸ਼ਨ ਵੀ ਹੋ ਸਕੇ ਕਿਤਾਬ ਦੀ। ਸੋ ਹਿਊਜ ਰਾਉਂਡ ਆਫ ਅਪਲਾਸ ਫॉर ਅੱਕੀ ਕੌਰ। ਡੈਕੋਰਮ ਡਿਮਾਂਡ ਨਹੀਂ ਕਰਦਾ ਕਿ ਮੈਂ ਦੁਬਾਰਾ ਆਵਾਂ। ਜਦੋਂ ਇੱਥੋਂ ਨਾਂ ਅਨਾਉਂਸ ਹੋਇਆ ਸੀ ਨਾ ਅੱਕੀ ਕੌਰ, ਉਦੋਂ ਮੇਰਾ ਦਿਲ ਕੀਤਾ ਸੀ ਕਿ ਇਹਦੇ ਬੋਲਣ ਤੋਂ ਬਾਅਦ ਮੈਂ ਜਾ ਕੇ ਬੋਲ ਕੇ ਆਵਾਂ। ਮੈਨੂੰ ਨਹੀਂ ਸੀ ਪਤਾ ਕਿ ਡਾਇਰੀ ਇਸ ਬੱਚੀ ਨੇ ਲਿਖੀ ਹੈ, ਮੈਨੂੰ ਸਰਦਾਰ ਸਾਹਿਬ ਨੇ ਦੱਸਿਆ ਜ਼ਰੂਰ ਸੀਗਾ, ਲੇਕਿਨ ਅੱਕੀ ਕੌਰ ਨਾਂ ਨਿਕਲਦਾ ਕਿੱਥੋਂ ਹੈ? ਉਸ ਕੁੜੀ ਦਾ ਨਾਂ ਅੱਕੀ ਰੱਖਿਆ ਜਾਂਦਾ ਜਾਂ ਅੱਕੋ ਰੱਖਿਆ ਜਾਂਦਾ ਹੈ ਜਦੋਂ 3-4 ਕੁੜੀਆਂ ਹੋ ਜਾਂਦੀਆਂ ਕਿ ਬਸ ਕਰ ਹੁਣ ਰੱਬਾ ਬਹੁਤ ਹੋ ਗਿਆ। ਯਾਨੀ ਸਭ ਤੋਂ ਨਿਗਲੈਕਟਡ ਜਿਹੜਾ ਹੁੰਦਾ ਨਾ ਚਾਈਲਡ, ਉਹਨੂੰ ਅੱਕੀ ਜਾਂ ਅੱਕੋ ਕਿਹਾ ਜਾਂਦਾ। ਹੁਣ ਤੁਸੀਂ ਦੇਖੋ ਵੀ ਸਾਡੀ ਅੱਕੋ ਕੌਰ ਜਿਹੜੀ ਹੈ ਜਾਂ ਅੱਕੀ ਕੌਰ ਹੈ ਉਹ ਕਿਸ ਤਰ੍ਹਾਂ ਦੀਆਂ ਅਚੀਵਮੈਂਟਸ ਕਰ ਰਹੀ ਹੈ, ਤਾੜੀਆਂ ਉਹਦੇ ਲਈ। ਇਹਨਾਂ ਸ਼ਬਦਾਂ ਨਾਲ ਮੈਂ ਹੁਣ ਆਏ ਹੋਏ ਮਹਿਮਾਨਾਂ ਦਾ, ਡਾਕਟਰ ਮਨਦੀਪ ਕੌਰ, ਤਹਿਸੀਲਦਾਰ ਹੀਰਾਵੰਤੀ ਜੀ, ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਯੂ ਹੈਵ ਸਪੇਅਰਡ ਟਾਈਮ ਤੇ ਤੁਸੀਂ ਬੱਚਿਆਂ ਦਾ ਜੋ ਹੈ ਟੈਲੈਂਟ ਨੂੰ ਹੋਰ ਪੁਖਤਾ ਕਰਨ ਵਾਸਤੇ ਆਪਣੇ ਵਿਚਾਰ ਕੁਝ ਰੱਖੇ ਹੈ ਤੇ ਮੈਂ ਉਮੀਦ ਕਰਦਾ ਕਿ ਇਹੋ ਜਿਹੀ ਡਿਸਕਸ਼ਨ ਅਸੀਂ ਅੱਗੇ ਵੀ ਕਰਦੇ ਰਹਾਂਗੇ। ਥੈਂਕ ਯੂ ਵੈਰੀ ਮਚ। ਜਿਹੜੇ ਬੱਚਿਆਂ ਨੇ ਪ੍ਰਾਈਜ਼ ਜਿੱਤੇ ਹੈ, ਜਿਨ੍ਹਾਂ ਦੀ ਪੋਜੀਸ਼ਨਸ ਅਨਾਉਂਸ ਹੋਈਆਂ, ਉਹ ਡਾਇਸ ਦੇ ਨੇੜੇ ਆ ਜਾਣ। ਹੁਣ ਆਪਾਂ ਪ੍ਰਾਈਜ਼ ਡਿਸਟ੍ਰੀਬਿਊਸ਼ਨ ਦੀ ਸੈਰੇਮਨੀ ਕਰਾਂਗੇ। ਪਹਿਲੇ ਪੋਸਟਰ ਮੇਕਿੰਗ ਕੰਪੀਟੀਸ਼ਨ।
मैं रिक्वेस्ट करती हाँ डॉक्टर सुभाष चंद्र ਨੂੰ ਵੋਟ ਆਫ ਥੈਂਕਸ ਦੀ ਰਸਮ ਅਦਾਇਗੀ ਲਈ। हाँ जी साइलेंट प्लीज। मैं SDM मैडम तहसीलदार मैडम ਦਾ ਆਪਣੇ ਕਾਲਜ ਸਟਾਫ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਤੇ ਪਿਆਰੇ ਵਿਦਿਆਰਥੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ। ਇਹਨਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਾਨੂੰ ਸਮਾਂ ਦਿੱਤਾ। ਅੱਜ ਦਿਨ ਹੀ ਇਹੋ ਜਿਹਾ ਸੀ ਇੰਟਰਨੈਸ਼ਨਲ ਵੂਮਨਸ ਡੇ, ਜਿਸ ਦੇ ਵਿੱਚ ਇਹਨਾਂ ਦਾ ਸ਼ਾਮਲ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਸੀ। ਮੈਂ ਦੱਸਣਾ ਚਾਹੁੰਦਾ ਵੀ ਇਹ 1911 ਦੇ ਵਿੱਚ ਇੰਟਰਨੈਸ਼ਨਲ ਵੂਮਨਸ ਡੇ ਮਨਾਉਣਾ ਸ਼ੁਰੂ ਕੀਤਾ ਤੇ ਹਰ ਸਾਲ 8 ਮਾਰਚ ਨੂੰ ਇਸ ਨੂੰ ਮਨਾਇਆ ਜਾਂਦਾ ਹੈ। ਹਰ ਸਾਲ ਇਸ ਦਾ ਇੱਕ ਥੀਮ ਹੁੰਦਾ ਹੈ, ਉਸ ਥੀਮ ਤੇ ਸਾਰੇ ਇੰਟਰਨੈਸ਼ਨਲੀ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਉਸ ਦਾ ਥੀਮ ਹੈ ਚੂਜ਼ ਟੂ ਚੈਲੰਜ। ਇਸ ਵਾਰੀ ਜਿਹੜਾ ਥੀਮ ਐਲੋਕੇਟ ਹੋਇਆ ਹੈ ਉਹ ਚੂਜ਼ ਟੂ ਚੈਲੰਜ ਹੈ। ਚੂਜ਼ ਟੂ ਚੈਲੰਜ ਦਾ ਮਤਲਬ ਇਹ ਹੈ ਵੀ ਅਸੀਂ ਕਿਸੇ ਵੀ ਤਰ੍ਹਾਂ ਦਾ ਚੈਲੰਜ ਵੂਮਨਸ ਨੂੰ ਦੇ ਕੇ ਉਹ ਸਾਬਿਤ ਕਰਨਗੀਆਂ ਵੀ ਇਹ ਚੀਜ਼ਾਂ ਕਿਸੇ ਵੀ ਥਾਂ ਤੋਂ ਘੱਟ ਨਹੀਂ ਹੈ। ਯਾਨੀ ਇਹ ਸੈਕੰਡ ਜੈਂਡਰ ਨਹੀਂ ਹੈ, ਇਹ ਇਕੁਐਲਿਟੀ ਹੈ ਜੈਂਡਰਸ ਦੀ। ਸਾਰੀਆਂ ਓਪਰਚੁਨਿਟੀਜ਼ ਇਹ ਪੂਰੀ ਤਰ੍ਹਾਂ ਅਵੇਲ ਕਰ ਸਕਦੀਆਂ, ਹਰ ਤਰ੍ਹਾਂ ਨਾਲ ਸਮਰੱਥ ਹੈ। ਇਸ ਦੇ ਨਾਲ ਹੀ ਮੈਂ ਸਾਰਿਆਂ ਦਾ ਦੁਬਾਰਾ ਫਿਰ ਧੰਨਵਾਦ ਕਰਦਾ, SDM ਮੈਡਮ ਦਾ, ਤਹਿਸੀਲਦਾਰ ਮੈਡਮ ਦਾ ਤੇ ਤੁਹਾਡੇ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਸਰ। ਅਸੀਂ ਇਸ ਫਾਰਮਲ ਫੰਕਸ਼ਨ ਦੀ ਐਂਡਿੰਗ ਜਿਹੜੀ ਹੈ ਉਹ ਨੈਸ਼ਨਲ ਐਂਥਮ ਦੇ ਨਾਲ ਕਰਾਂਗੇ। ਘਬਰਾਣਾ ਨਹੀਂ ਗਰਲਸ, ਇਸ ਤੋਂ ਬਾਅਦ ਸਟੇਜ ਵੀ ਤੁਹਾਡੀ ਹੈ, ਹਾਲ ਵੀ ਤੁਹਾਡਾ ਹੈ। ਤਾਂ ਮੇਰੀ ਰਿਕੁਐਸਟ ਹੈ ਸਭ ਨੂੰ ਨੈਸ਼ਨਲ ਐਂਥਮ ਦੇ ਸਤਿਕਾਰ ਦੇ ਵਿੱਚ ਖੜੇ। ਨੈਸ਼ਨਲ ਐਂਥਮ ਦੀ ਰਿਸਪੈਕਟ ਦੇ ਵਿੱਚ ਅਸੀਂ ਖੜੇ ਹੋ ਗਏ ਹਾਂ ਤੇ ਇੱਕ ਜਿਹੜੀ ਹੈ ਮੇਨ ਅੱਜ ਦੀ ਇਵੈਂਟ ਹੈ ਸਾਡੀ, ਕਿਉਂਕਿ ਉਹ ਵੀ ਅਸੀਂ ਚਾਹੁੰਦੇ ਹਾਂ ਕਿ ਫਾਰਮਲ ਫੰਕਸ਼ਨ ਤੋਂ ਪਹਿਲੇ ਹੀ ਹੋ ਜਾਏ। ਸਾਡੇ ਕਾਲਜ ਵੱਲੋਂ ਆਏ ਹੋਏ ਮਹਿਮਾਨਾਂ ਦੇ ਲਈ ਛੋਟੀਆਂ ਯਾਦਗਾਰ ਨਿਸ਼ਾਨੀਆਂ ਅਸੀਂ ਬਣਾਈਆਂ ਨੇ ਤੇ ਮੇਰੀ ਗੁਜ਼ਾਰਿਸ਼ ਹੈ ਡਾਕਟਰ ਭਵਨਦੀਪ ਤੇ ਡਾਕਟਰ ਗੁਰਵਿੰਦਰ ਕੌਰ ਨੂੰ ਕਿ ਉਹ ਰਿਸਪੈਕਟਡ ਪ੍ਰਿੰਸੀਪਲ ਸਰ ਤੇ ਟੀਚਰਸ ਨੂੰ ਐਸਕੌਰਟ ਕਰਨ ਤਾਂ ਕਿ ਮਹਿਮਾਨਾਂ ਦਾ ਅਸੀਂ ਇੱਕ ਸ਼ੁਕਰੀਆ ਵਜੋਂ ਇੱਕ ਟੋਕਨ ਆਫ ਮੈਮਰੀ ਜਿਹੜਾ ਹੈ ਉਹਨਾਂ ਨੂੰ ਪ੍ਰੈਜ਼ੈਂਟ ਕਰ ਸਕੀਏ। Welcome and thanks very much. Thank you so much. National anthem start. Yamuna